ਸੂਝਵਾਨ ਦਰਸ਼ਕਾਂ ਦਾ ਦੇਸ਼ ਦੀ ਹਿੰਦੁਸਤਾਨ ਦੀਆਂ ਜਿਹੜੀਆਂ ਚੋਣਾਂ ਹੋਈਆਂ ਹਨ 15ਵੀਂ ਲੋਕ ਸਭਾ ਲਈ, ਉਹਦੇ ਨਤੀਜਿਆਂ ਨੇ ਜਿਹੜਾ ਸਭ ਨੂੰ ਹੈਰਾਨਕੁਨ ਕਰ ਦਿੱਤਾ ਹੈ। ਜਿਹੜੇ ਇੱਕ ਪਾਸੇ ਇਹ ਸਾਰੇ ਅੰਦਾਜ਼ੇ ਲਗਾਏ ਜਾ ਰਹੇ ਸਨ ਔਰ ਅੰਦਾਜ਼ੇ ਹੀ ਨਹੀਂ ਬਲਕਿ ਬਹੁਤ ਵੱਡੇ ਵੱਡੇ ਕਲੇਮ ਵੀ ਕੀਤੇ ਜਾ ਰਹੇ ਸਨ। ਔਰ ਇਤਨਾ ਹੀ ਨਹੀਂ, ਉਸ ਦੇ ਵਿੱਚ ਸਭ ਤੋਂ ਵੱਡੀ ਗੱਲ, ਜਿਤਨੀ ਪੂਰੀ ਫੋਰਸ ਸੀ ਜੋਤਸ਼ੀਆਂ ਦੀ, ਮੁਰਲੀ ਮਨੋਹਰ ਜੋਸ਼ੀ ਆਪਣੀ ਪੂਰੀ ਟੀਮ ਦੇ ਨਾਲ, ਸਾਰੇ ਹਿੰਦੁਸਤਾਨ ਦੇ ਜੋਤਸ਼ੀ ਉਹ ਮਿਲ ਕੇ ਹੰਗ ਪਾਰਲੀਮੈਂਟ ਦੀ ਉਹ ਨਾ ਕੇਵਲ ਕਿਆਸ ਹਰਾਈ ਬਲਕਿ ਦਾਅਵੇ ਠੋਕ ਰਹੇ ਸਨ। ਔਰ ਉਹ ਤਾਂ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ। ਪਰ ਇਸ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਜਮਾਤ ਸੀ ਪੰਜਾਬ ਦੀ, ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਗੱਲ ਕਰਾਂਗੇ। ਔਰ ਇਹ ਜਿਹੜਾ ਇਤਨਾ ਵੱਡਾ ਇਤਿਹਾਸਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਦਾ ਰੋਲ ਕਿਸੇ ਵੇਲੇ ਤੀਜੀ ਧਿਰ ਦੇ ਵਿੱਚ ਹੁੰਦਾ ਸੀ, ਦੇਸ਼ ਦੇ ਭਵਿੱਖ ਦੇ ਵਿੱਚ ਉਹ ਤੀਜੀ ਧਿਰ ਬਣ ਕੇ ਉੱਭਰਦਾ ਸੀ, ਨਾ ਕੇਵਲ ਪੰਜਾਬ, ਨਾ ਕੇਵਲ ਹਿੰਦੁਸਤਾਨ ਬਲਕਿ ਵਿਸ਼ਵ ਦੇ ਕਿਧਰੇ ਵੀ ਕੋਈ ਕਿਸੇ ਕਿਸਮ ਦਾ ਮੁੱਦਾ ਹੋਏ ਉਹਦੇ ਵਿੱਚ ਇੱਕ ਸਾਰਥਕ ਧਿਰ ਬਣ ਕੇ ਇਹ ਖੜਾ ਹੁੰਦਾ ਸੀ। ਹਿੰਦੁਸਤਾਨ ਦੇ ਮੌਜੂਦਾ ਨਕਸ਼ੇ ਨੂੰ ਅਗਰ ਕਹਿ ਲਿਆ ਜਾਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ। ਪਰ ਇਸ ਚੋਣਾਂ ਦੇ ਵਿੱਚ, ਇਹਨਾਂ ਚੋਣਾਂ ਦੇ ਵਿੱਚ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਹਾਰ ਹੋਈ ਹੈ, ਉਹ ਉਸ ਦਾ ਕੀ ਨਤੀਜਾ ਨਿਕਲੇਗਾ, ਇਹ ਕਿਉਂ ਹੋਈ ਹੈ, ਇਸ ਦੇ ਕਾਰਨ ਕੀ ਹਨ ਔਰ ਦੇਸ਼ ਦੇ ਭਵਿੱਖ ਦੇ ਉੱਤੇ ਇਸ ਦਾ ਕੀ ਅਸਰ ਪਏਗਾ। ਪੰਜਾਬ ਜਿਸ ਨੇ ਕਾਂਗਰਸ ਨੂੰ ਇੱਕ ਕਿਸਮ ਨਾਲ ਕਿਸੇ ਵੇਲੇ ਨਕਾਰ ਦਿੱਤਾ ਸੀ, ਉਹਨਾਂ ਦੀ ਮੁੜ ਵਾਪਸੀ ਔਰ ਇਹਨਾਂ ਦੇ ਵਿੱਚ ਕਿਹੜੇ ਮੁੱਦੇ ਸਨ। ਹਾਲਾਂਕਿ ਇਹ ਸਹੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਾਫੀ ਸੋਹਣੇ ਸੋਹਣੇ ਬੜੇ ਅੱਛੇ ਵਾਅਦੇ ਕਰਦੇ ਮੈਨੀਫੈਸਟੋ ਵੀ ਕੱਢੇ ਗਏ। ਕਾਂਗਰਸ ਦਾ ਮੈਨੀਫੈਸਟੋ, ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਅਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ। ਜਿਹੜੇ ਮੈਨੀਫੈਸਟੋ ਸਨ, ਪਰ ਧਰਾਤਲ ਦੇ ਉੱਤੇ, ਧਰਤੀ ਦੇ ਪੱਧਰ 'ਤੇ ਉਹਨਾਂ ਚੋਣ ਮੈਨੀਫੈਸਟੋ ਦੀ ਕਿਸੇ ਵੀ ਮੁੱਦੇ ਦੀ ਗੱਲ ਨਹੀਂ ਕੀਤੀ ਗਈ। ਖਾਸ ਕਰਕੇ ਪੰਜਾਬ ਦੇ ਵਿੱਚ ਜੇ ਤੁਸੀਂ ਵੇਖੋ, ਬਹਿਸ ਇਹ ਹੋਈ ਹੈ ਕਿ ਮਨਮੋਹਨ ਸਿੰਘ ਚੰਗਾ ਸਿੱਖ ਹੈ ਕਿ ਨਹੀਂ, ਮਨਮੋਹਨ ਸਿੰਘ ਸਿੱਖ ਹੈ ਕਿ ਨਹੀਂ, ਇਹਨਾਂ ਲੈਵਲ ਦੇ ਉੱਤੇ ਗੱਲ ਹੋਈ। ਜਾਂ ਫਿਰ ਗੱਲ ਹੋਈ ਕਿ ਇਹ ਦਲ ਬਦਲੂ ਹਨ, ਫਲਾਣਾ ਦਲ ਬਦਲੂ ਹੈ। ਪਰ ਦੋਨੋਂ ਧਿਰਾਂ ਦੇ ਵਿੱਚ ਉਹਨਾਂ ਦੀਆਂ ਸਟੇਜ ਦੇ ਉੱਤੇ ਇੱਕ ਪਾਸੇ ਤੋਂ ਦੂਜੇ ਪਾਸੇ ਦਲ ਬਦਲ ਕੇ ਆਉਣ ਵਾਲੇ ਸ਼ਾਮਲ ਸਨ। ਹੋਰ ਤਾਂ ਹੋਰ ਜੇਕਰ ਕਹਿ ਲਿਆ ਜਾਏ, ਲੁਧਿਆਣਾ ਦੀ ਸੀਟ ਦੇ ਉੱਤੇ ਕਾਂਗਰਸ ਨੇ ਹੀ ਕਾਂਗਰਸ ਨੂੰ ਹਰਾਇਆ ਹੈ, ਕਿਉਂਕਿ ਦੋਨੋਂ ਹੀ ਜਿਹੜੇ ਕੈਂਡੀਡੇਟ ਸਨ ਉਹ ਦੋਨੋਂ ਹੀ ਕਾਂਗਰਸ ਨੂੰ ਉਹਨਾਂ ਦੇ ਨਾਲ ਤਲਕ ਰੱਖਦੇ ਸਨ। ਸੋ ਇਹ ਕਾਫੀ ਚੋਣ ਨਤੀਜੇ ਹੈਰਾਨਕੁਨ ਵੀ ਹਨ ਤੇ ਇਹਨਾਂ ਦਾ ਖਾਸ ਤੌਰ ਤੇ ਵਿਸ਼ਲੇਸ਼ਣ ਕਰਨ ਲਈ ਸਾਡੇ ਕੋਲ ਅੱਜ ਸਰਦਾਰ ਹਰਜਾਪ ਸਿੰਘ ਔਜਲਾ, ਜਿਹੜੇ ਪੰਜਾਬ ਦੇ ਪੋਲਿਟਿਕਸ ਦੀ, ਪੰਜਾਬ ਦੀ ਰਾਜਨੀਤੀ ਦੀ ਮੱਸ ਰੱਖਦੇ ਹਨ ਔਰ ਉਸ ਦੀ ਨਬਜ਼ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨਾਲ ਅਸੀਂ ਇਹਨਾਂ ਦੇ ਵਿਸ਼ਲੇਸ਼ਣ ਬਾਰੇ, ਇਹਨਾਂ ਦਾ ਨਜ਼ਰੀਆ ਕੀ ਹੈ, ਉਸ ਦੇ ਬਾਰੇ ਗੱਲ ਕਰਾਂਗੇ। ਪਰ ਇਸ ਦੇ ਨਾਲ ਅਸੀਂ ਇਹ ਵੀ ਵੇਖਾਂਗੇ, ਕੋਸ਼ਿਸ਼ ਕਰਾਂਗੇ ਕਿ ਪੰਜਾਬ ਤੋਂ ਜਿਹੜੇ ਇਸ ਪੋਲਿਟਿਕਸ ਨਾਲ ਬਹੁਤ ਪੀੜੇ ਤਰੀਕੇ ਨਾਲ ਜੁੜੇ ਹੋਏ ਹਨ, ਇੱਕ ਸੀਨੀਅਰ ਜਰਨਲਿਸਟ ਹਨ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਆਪਣੀ ਲਾਈਨ ਦੇ ਉੱਤੇ ਲੈਣ ਦੀ, ਤਾਂ ਕਿ ਉਹਨਾਂ ਨਾਲ ਉੱਥੋਂ ਜਿਹੜੀ ਕਹਿ ਲਿਆ ਜਾਏ ਚੋਣ ਦੇ ਮੈਦਾਨੇ ਜੰਗ 'ਚੋਂ ਉਹਨਾਂ ਦਾ ਕੀ ਵਿਸ਼ਲੇਸ਼ਣ ਹੈ, ਉਸ ਦੇ ਬਾਰੇ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਾਬਤਾ ਕਾਇਮ ਕਰਨ ਦੀ, ਸੰਪਰਕ ਕਾਇਮ ਕਰਨ ਦੀ। ਉਮੀਦ ਹੈ ਸਾਨੂੰ ਅਗਰ ਲਾਈਨ ਮਿਲ ਗਈ, ਉਹਨਾਂ ਨੂੰ ਵੀ ਅਸੀਂ ਆਪ ਦੇ ਰੂਬਰੂ ਕਰਾਂਗੇ। ਸਭ ਤੋਂ ਪਹਿਲੇ ਹਰਜਾਪ ਸਿੰਘ ਜੀ ਔਜਲਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਧੰਨਵਾਦ ਜੀ, ਆਪਣਾ ਸਮਾਂ ਕੱਢ ਕੇ ਔਰ ਇਸ ਦੇ ਵਿੱਚ ਆਏ ਹੋ। ਹਾਲਾਂ ਇਹ ਜਿਹੜੇ ਚੋਣ ਨਤੀਜੇ ਹਨ, ਜਿਹੜੇ ਚੋਣਾਂ ਦਾ ਰਿਜ਼ਲਟ ਆ ਰਹੇ ਸਨ, ਮੈਨੂੰ ਨਹੀਂ ਲੱਗਦਾ ਜਿਸ ਨੂੰ ਜ਼ਰਾ ਜਿਹਾ ਵੀ ਇੰਟਰਸਟ ਹੈ ਸਾਰੀ ਰਾਤ ਸੁੱਤਾ ਹੋਏਗਾ, ਕਿਉਂਕਿ ਟਾਈਮ ਗੈਪ ਕਰਕੇ। ਪਰ ਚੂੰਕਿ ਤੁਹਾਡਾ ਇੰਟਰਸਟ ਵੀ ਹੈ, ਤੁਸੀਂ ਬੈਠੇ ਇੱਥੇ ਉੱਪਰ ਜੁੜੇ ਉਸ ਧਰਤੀ ਨਾਲ ਹੋ, ਸੋ ਇਹਨਾਂ ਨਤੀਜਿਆਂ ਨੂੰ ਤੁਸੀਂ ਕਿਸ ਢੰਗ ਦੇ ਨਾਲ ਐਨਾਲਾਈਜ਼ ਕਰਦੇ ਹੋ,
ਸਭ ਤੋਂ ਪਹਿਲੇ ਅਸੀਂ ਵਿਸ਼ੇਸ਼ ਤੌਰ ਤੇ ਪੰਜਾਬ ਦੇ ਜੋ ਹਿੰਦੁਸਤਾਨ ਦਾ ਹੈ ਉਸ ਦਾ ਓਵਰਆਲ ਵਿਊ ਤੇ ਪੰਜਾਬ ਦੇ ਪੋਲਿਟਿਕਸ ਦਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਕੌਮੀ ਭਵਿੱਖ ਨੂੰ ਵੀ, ਪੰਥਕ ਭਵਿੱਖ ਨੂੰ ਵੀ ਇਹ ਕਰਦਾ ਹੈ, ਪ੍ਰਭਾਵਿਤ ਕਰੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਪੰਥ ਔਰ ਪੰਥਕ ਧਿਰ ਦੀ ਨੁਮਾਇੰਦਗੀ ਦਾ ਦਾਅਵਾ ਕਰਦੀ ਹੈ। ਸੋ ਤੁਹਾਡੇ ਅਸੀਂ ਵਿਚਾਰ ਦਰਸ਼ਕ ਜਿਹੜੇ ਹਨ ਜਸ ਪੰਜਾਬੀ ਦੇ, ਉਹਨਾਂ ਨੂੰ ਆਪ ਦੇ ਵਿਚਾਰਾਂ ਦੀ। ਲੰਬਾ ਸਾਹਿਬ, ਆਪ ਜੀ ਦਾ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਮੈਂ ਸਵਾਗਤ ਕਰਨਾ ਵਾਂ। ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਏ, ਇਹਦੇ ਵਿੱਚ ਮੈਂ ਇੱਕ ਦਾਅਵੇ ਨਾਲ ਆਖ ਸਕਦਾ ਵਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਬੰਧਨ ਦੀ 2.25 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਰੈਫਰੈਂਡਮ ਹੈ। ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਸ਼ੁਰੂ ਤੋਂ ਬੜੇ ਵੱਡੇ ਵਾਅਦੇ ਕੀਤੇ ਲੋਕਾਂ ਦੇ ਨਾਲ, ਤੇ ਮੈਂ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬੜੇ ਵੱਡੇ ਵਿਸ਼ਲੇਸ਼ਕ ਸਰਦਾਰ ਬਲਜੀਤ ਸਿੰਘ ਬੱਲੀ, ਉਹਨਾਂ ਦੇ ਨਾਲ ਮੇਰੀ ਗੱਲ ਹੋਈ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਇਹ ਚੋਣਾਂ ਤੋਂ ਪਹਿਲਾਂ ਕੀਤੇ ਜਾਂਦੇ ਨੇ, ਤੇ ਚੋਣਾਂ ਤੋਂ ਬਾਅਦ ਜੋ ਕੀਤੇ ਵਾਅਦੇ ਹੁੰਦੇ ਨੇ ਉਹਨਾਂ ਨੂੰ ਨਿਭਾਉਣ ਦਾ ਸਮਾਂ ਹੁੰਦਾ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਐਸੀ ਫਿਲਾਸਫੀ ਬਣ ਗਈ ਹੈ ਕਿ ਅਸੀਂ ਵਾਅਦੇ ਜੋ ਚੋਣਾਂ ਦੇ ਪਹਿਲਾਂ ਕੀਤੇ ਸੀ ਉਹ ਤਾਂ ਨਿਭਾਏ ਨਹੀਂ, ਅੱਗੋਂ ਹੋਰ ਵਾਅਦੇ ਸ਼ੁਰੂ ਕਰ ਦਿੱਤੇ, ਥਾਂ ਤੇ ਪਿੰਡਾਂ ਵਿੱਚ ਨੀਂਹ ਪੱਥਰ ਰੱਖਣੇ ਸ਼ੁਰੂ ਕਰਤੇ। ਲੇਕਿਨ ਖਜ਼ਾਨੇ ਜੇ ਤੁਹਾਡੇ ਖਾਲੀ ਹੋਣ, ਨੀਂਹ ਪੱਥਰ ਤੁਸੀਂ ਰੱਖੀ ਜਾਓ, ਕੰਸਟਰਕਸ਼ਨ ਕਿੱਥੋਂ ਕਰੋਗੇ? ਉਹ ਹੁਣ ਹੋਇਆ ਕੀ ਹੈ ਕਿ ਜਿਹੜੇ 1000 ਨੀਂਹ ਪੱਥਰ ਰੱਖੇ ਗਏ ਉਹਨਾਂ ਦੇ ਵਿੱਚੋਂ 10 ਦੇ ਉੱਤੇ ਵੀ ਕੰਮ ਨਹੀਂ ਹੋਇਆ। ਨਹੀਂ, ਪਰ ਇਹ ਤਾਂ ਦੋਨੋਂ ਪਾਰਟੀਆਂ ਦਾ ਹੈ, ਇਹਦੇ ਵਿੱਚ ਕੋਈ ਅਸੀਂ ਵੱਖ ਨਹੀਂ ਕਰ ਸਕਦੇ। ਨਹੀਂ, ਦੇਖੋ, ਸਿਧਾਂਤਕ ਤੌਰ ਦੇ ਉੱਤੇ ਅਸੀਂ ਕਿਸੇ ਪਾਰਟੀ ਦਾ ਕੋਈ ਕਾਰਗੁਜ਼ਾਰੀ ਕਿਸੇ ਤੋਂ ਬਿਹਤਰ ਨਹੀਂ। ਸਵਾਲ ਇਹ ਹੈ ਕਿ ਜਿਹੜੀ ਅਸੀਂ ਮੈਨੀਫੈਸਟੋ ਦੀ ਗੱਲ ਕਰੀਏ, ਜਿਸ ਢੰਗ ਦੇ ਨਾਲ ਮੈਨੀਫੈਸਟੋ ਹੈ ਪੇਸ਼ ਕੀਤਾ ਗਿਆ, ਤੇ ਉਹਨਾਂ ਦੇ ਵਿੱਚੋਂ ਜਿਹੜੇ ਮੈਨੀਫੈਸਟੋ ਨੂੰ ਛੱਡ ਕੇ ਪਰ ਜਿਹੜੇ ਧਰਾਤਲ ਦੇ ਉੱਤੇ ਜਿਹੜੇ ਇਸ਼ੂ ਲਏ ਗਏ ਕਿ ਮਨਮੋਹਨ ਸਿੰਘ ਸਿੱਖ ਹਨ ਕਿ ਨਹੀਂ ਹਨ, ਯਾਨੀ ਇਸ ਤਰ੍ਹਾਂ ਦੇ। ਫਿਰ ਦੂਜਾ ਜਿਹੜਾ ਕੀਤਾ ਗਿਆ ਪਰਿਵਾਰ ਦਾ, 3 ਮੁੱਦੇ ਸਟੇਜ ਦੇ ਉੱਤੇ ਲੈ ਗਏ, ਪਰਿਵਾਰਕ ਦੇ ਲੈ ਗਏ, ਤੀਜੇ ਲੈ ਗਏ ਕਿ ਇਹ ਦਲ ਬਦਲੂ ਹੈ। ਪਰ ਇਹ ਦੋਨੋਂ ਪਾਰਟੀਆਂ ਹੀ, ਜੇ ਅਗਰ ਪਰਿਵਾਰ ਦੀ ਗੱਲ ਲਈ ਜਾਏ ਤਾਂ ਜੇ ਅਗਰ ਰਾਹੁਲ ਗਾਂਧੀ ਆ ਰਹੇ ਹਨ ਤਾਂ ਉਹ ਵੀ ਉਸੇ ਚੀਜ਼ ਦੇ ਦੋਸ਼ੀ ਹਨ ਜਿਸ ਚੀਜ਼ ਨੂੰ ਅਕਾਲੀ ਦਲ ਨੂੰ ਕਹਿ ਰਹੇ ਪਰਿਵਾਰਵਾਦ ਦੀ ਗੱਲ ਕਰ ਰਹੇ ਹਨ। ਦੇਖੋ, ਇੱਥੇ ਮੈਂ ਤੁਹਾਨੂੰ ਦੱਸਣਾ ਕਿ ਮੇਰਾ ਨਜ਼ਰੀਆ ਇਹ ਹੈ ਕਿ ਰਾਹੁਲ ਗਾਂਧੀ ਚਾਹੇ ਪੰਜਾਬ 'ਚ ਆਉਂਦੇ ਤੇ ਚਾਹੇ ਨਾ ਆਉਂਦੇ, ਉਹਨਾਂ ਦਾ ਕੋਈ ਅਸਰ ਨਹੀਂ। ਪੰਜਾਬ ਦੀ ਸਿਆਸਤ ਜਿਹੜੀ ਹੈ ਇਹਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੀ ਬੜੀ ਵੱਡੀ ਛਾਪ ਹੈ ਇਸ ਵੇਲੇ, ਕਿਉਂਕਿ ਡਾਕਟਰ ਮਨਮੋਹਨ ਸਿੰਘ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੇ, ਜਾਂ ਇੰਝ ਵੀ ਸਮਝ ਲਓ ਕਿ ਦੁਨੀਆ ਵਿੱਚੋਂ ਕਿਸੇ ਇੱਕ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੇ। ਤੇ ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦੀ ਵਜ੍ਹਾ ਕਰਕੇ ਸੂਬੇ ਦੇ ਵਿੱਚ ਉਹਨਾਂ ਦੇ ਨਾਂ ਦੀ ਹਨੇਰੀ ਚੱਲੀ ਹੈ, ਤੇ ਉਹਨਾਂ ਦੇ ਉੱਤੇ ਕਈ ਤੁਹਮਤਾਂ ਵੀ ਲੱਗੀਆਂ ਜੀ ਇਹ ਸਿੱਖ ਨਹੀਂ, ਇਹ ਕਮਜ਼ੋਰ ਨੇ। ਦੇਖੋ, ਡਾਕਟਰ ਮਨਮੋਹਨ ਸਿੰਘ ਚਲੋ ਮੰਨ ਲੈਂਦੇ 1 ਮਿੰਟ ਵਾਸਤੇ ਵੀ ਕਮਜ਼ੋਰ ਨੇ, ਲੇਕਿਨ ਉਹਨਾਂ ਨੇ ਦਾ ਕੰਮ ਕਰਨ ਦਾ ਢੰਗ ਐਸਾ ਕਿ ਜਿਹਦੇ ਵਿੱਚ ਉਹ ਬਹੁਤਾ ਰੌਲਾ ਨਹੀਂ ਪਾਉਂਦੇ, ਬਹੁਤਾ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ ਵੀ ਮੈਂ ਬਹੁਤ ਤਕੜਾ ਆਦਮੀ ਹਾਂ। ਫਲੈਮਬੋਇੰਟ ਜਿਹਨੂੰ ਅਸੀਂ ਕਹਿੰਦੇ ਫਲੈਮਬੋਇੰਟ ਨਹੀਂ, ਉਹ ਇੱਕ ਨੀਵੇਂ ਰਹਿ ਕੇ, ਜੋ ਗੁਰੂ ਗ੍ਰੰਥ ਸਾਹਿਬ ਦਾ ਵਿਆਸ਼ਾ, ਨਿਮ ਕੇ ਰਹੋ, ਨਿਮ ਕੇ ਰਹਿ ਕੇ ਤੇ ਉਹ ਕੰਮ ਕਰਦੇ ਨੇ। ਪੰਜਾਬ ਬਾਰੇ, ਡਾਕਟਰ ਮਨਮੋਹਨ ਸਿੰਘ ਬਾਰੇ ਬੜੇ ਲੋਕਾਂ ਨੇ ਇਲਜ਼ਾਮ ਵੀ ਲਾਏ ਨੇ ਕਿ ਉਹਨਾਂ ਨੇ ਪੰਜਾਬ ਦਾ ਉਹ ਕੁਝ ਨਹੀਂ ਕੀਤਾ ਜੋ ਕਰ ਸਕਦੇ ਸਨ, ਲੇਕਿਨ ਫਿਰ ਵੀ ਪੰਜਾਬ ਨੂੰ ਉਹਨਾਂ ਨੇ, ਜੇ ਕੇਂਦਰੀ ਸਰਕਾਰ ਕਾਂਗਰਸ ਦੀ ਹੋਵੇ ਤੇ ਸੂਬਾਈ ਸਰਕਾਰ ਅਕਾਲੀ ਦਲ ਦੀ ਹੋਵੇ, ਉਸ ਸਿਲਸਿਲੇ ਦੇ ਵਿੱਚ ਆਮ ਤੌਰ ਦੇ ਉੱਤੇ ਮਿਸਿਸ ਇੰਦਰਾ ਗਾਂਧੀ ਖਾਸ ਤੌਰ ਤੇ ਬਹੁਤ ਬੁਰੀ ਤਰ੍ਹਾਂ ਵਿਤਕਰਾ ਕਰਦੀ ਸੀ। ਪੰਜਾਬ ਨੂੰ ਫੰਡ ਸਕੁਈਜ਼ ਕੀਤਾ ਜਾਂਦਾ ਸੀ। ਡਾਕਟਰ ਮਨਮੋਹਨ ਸਿੰਘ ਦੇ ਵੇਲੇ ਪੰਜਾਬ ਦੇ ਫੰਡ ਸਕੁਈਜ਼ ਨਹੀਂ ਕੀਤੇ ਗਏ, ਬਲਕਿ ਜਿੰਨੇ ਕੁ ਰਿਲੀਜ਼ ਹੋ ਸਕਦੇ ਉਦੋਂ ਵੱਧ ਕੀਤੇ ਗਏ। ਦੂਜੀ ਗੱਲ ਇਹ ਕੀਤੀ ਗਈ ਕਿ ਜਿਹੜਾ ਉਹਨਾਂ ਫਾਰਮੂਲਾ ਬਣਾਇਆ ਕਿ ਜੀ ਵੱਡੇ ਸ਼ਹਿਰ 10 ਲੱਖ ਤੋਂ ਉੱਤੇ ਪਾਪੂਲੇਸ਼ਨ ਦੇ 50% ਤੁਸੀਂ ਪਾਓ, 50% ਸੈਂਟਰ ਪਾਏਗਾ।
ਜਿਹੜੇ 10 ਲੱਖ ਤੋਂ ਘੱਟ ਨੇ 60% ਸੈਂਟਰ ਪਾਏਗਾ, 40 ਤੁਸੀਂ ਪਿੰਡਾਂ ਵਾਲੇ 10% ਤੁਸੀਂ ਪਾਓ ਤੇ 90% ਸੈਂਟਰ। ਉਸ ਫਾਰਮੂਲੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਚੀਜ਼ ਦਾ ਫਾਇਦਾ ਨਹੀਂ ਉਠਾ ਸਕੇ ਕਿਉਂਕਿ ਇਹਨਾਂ ਦੇ ਕੋਲ ਆਪਣੇ ਫੰਡ ਨਹੀਂ ਸੀ। ਨਹੀਂ, ਪਰ ਤੁਹਾਡਾ ਇਹ ਕਹਿਣਾ ਜਿਹੜਾ ਕਿ ਚਲੋ ਨਿੱਜੀ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਕਿਰਦਾਰ ਹੈ ਜੋ ਕੁਛ ਹੈ, ਪਰ ਜਿਹੜੇ ਮੁੱਦੇ ਜਿਹੜੇ ਇਲੈਕਸ਼ਨ ਦੇ ਵਿੱਚ ਮੈਨੀਫੈਸਟੋ ਵਿੱਚ ਸਨ ਜੀ, ਉਹਦੀ ਪੂਰੇ ਇਸ ਚੋਣ ਪੱਧਰ ਦੇ ਉੱਤੇ ਕਿਧਰੇ ਕੋਈ ਗੱਲ ਵੀ ਕਿਸੇ ਵੱਲੋਂ ਨਹੀਂ ਕੀਤੀ ਗਈ, ਨਾ ਕਾਂਗਰਸ ਵੱਲੋਂ ਨਾ ਅਕਾਲੀ ਦਲ ਵੱਲੋਂ। ਤੇ ਜਿਹੜੇ ਮੁੱਦੇ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਕਾਫੀ ਚਿਰ ਦੇ ਜਿਹੜੇ ਪੈਂਡਿੰਗ ਹਨ, ਜਿਹੜਾ ਸਭ ਤੋਂ ਵੱਡਾ ਮੁੱਦਾ ਕਿ ਜੇ ਅਗਰ ਜਿਨ੍ਹਾਂ ਦੇ ਨਾਲ ਨਾ ਇਨਸਾਫੀ ਹੋਈ, ਜਿਨ੍ਹਾਂ ਦਾ ਕਤਲੇਆਮ ਹੋਇਆ, ਸ਼ਰੇਆਮ ਹੋਇਆ, ਕਿਉਂਕਿ ਕਿਸੇ ਸਟੇਟ ਦਾ ਪ੍ਰਾਇਮਰੀ ਫਰਜ਼ ਹੁੰਦਾ ਹੈ ਕਿ ਉੱਥੇ ਦੇ ਨਾਗਰਿਕਾਂ ਨੂੰ ਉੱਥੇ ਇਨਸਾਫ ਮਿਲੇ। ਜੇ ਅਗਰ ਕੋਰਟ ਆਫ ਲਾ ਹੈ, ਜੇ ਕੋਰਟ ਆਫ ਜਸਟਿਸ ਹੈ, ਤਾਂ ਉਸ ਤੋਂ ਸਭ ਤੋਂ ਪਹਿਲੇ ਇਨਸਾਫ ਮਿਲੇ। ਪਰ ਇਹ ਕਹਿ ਦੇਣਾ ਜਿਵੇਂ ਅਖਬਾਰਾਂ ਵਿੱਚ ਆਇਆ ਸਾ ਮਨਮੋਹਨ ਸਿੰਘ ਦਾ ਕਿ ਤੁਸੀਂ ਉਸ ਨੂੰ ਭੁਲਾ ਦਿਓ, ਇਹ ਉਸ ਜਗ੍ਹਾ ਤੋਂ ਆ ਕੇ ਇਹ ਗੱਲ ਕਹਿ ਦੇਣਾ ਨਾ ਕੇਵਲ ਇਹਨਾਂ ਵੱਲੋਂ ਬਲਕਿ ਅਕਾਲੀ ਦਲ ਦੇ ਭਾਈਵਾਲ ਵੀ ਜਿਹੜੇ ਬੀਜੇਪੀ ਦੇ ਹਨ, ਸੋ ਉਹਨਾਂ ਵੱਲੋਂ ਵੀ ਇਹ ਕਹਿ ਦੇਣਾ ਕਿ ਹੁਣ ਤੁਹਾਨੂੰ ਉਹ ਮੁੱਦਾ ਭੁੱਲ ਜਾਣਾ ਚਾਹੀਦਾ ਜੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਮੈਨੀਫੈਸਟੋ ਛਾਪਿਆ, ਜੇ ਮੈਨੀਫੈਸਟੋ ਦੀ ਗੱਲ ਨਹੀਂ ਕਰਨੀ ਉਹਨੂੰ ਛਾਪਣ ਦੀ ਲੋੜ ਕੀ? ਦੇਖੋ ਜੀ, ਮੈਨੀਫੈਸਟੋ ਛਾਪਣਾ ਇੱਕ ਉਪਚਾਰਕਤਾ ਬਣ ਚੁੱਕੀ ਹੈ। ਇਹ ਪਾਰਟੀਆਂ ਨੇ ਕੁਝ ਕਾਗਜ਼ਾਂ ਦਾ ਪਲੰਦਾ ਬਣਾਉਣਾ ਹੁੰਦਾ ਹੈ, ਲੇਕਿਨ ਅਸਲੀ ਵਿੱਚ ਜਦੋਂ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਉਹ ਪਰਸਨੈਲਿਟੀਆਂ ਦੇ ਸਿਰ ਤੇ ਲੜੀਆਂ ਜਾਂਦੀਆਂ ਨੇ, ਪਰਿਵਾਰਾਂ ਦੇ ਸਿਰ ਤੇ ਲੜੀਆਂ ਜਾਂਦੀਆਂ ਨੇ, ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਨੇ, ਪੈਸਾ ਕਿਹਦੇ ਕੋਲ ਕਿੰਨਾ, ਉਹਦੇ ਅੱਜ ਕੱਲ੍ਹ ਹਿੰਦੁਸਤਾਨ ਦੀ ਜਿਹੜੀ ਪੋਲਿਟਿਕਸ ਹੈ ਉਹ ਇਸ਼ੂ ਬੇਸ ਨਹੀਂ ਰਹਿ ਗਈ। ਸੋ ਫਿਰ ਇਹਦਾ ਮਤਲਬ ਹੈ ਕਿ ਡੈਮੋਕ੍ਰੇਸੀ ਨਹੀਂ ਹੈ, ਫਿਰ ਜਿਵੇਂ ਕਿਹਾ ਜਾਂਦਾ ਹੈ ਕਿ ਜੋ ਜਿਹਦਾ ਧੱਕਾ ਹੈ ਜਾਂ ਜਿਸ ਦੀ ਹੈਗੀ ਉਹ ਚੱਲੇਗੀ। ਇਹ ਤਾਂ ਦੇਖੋ ਜੀ, ਡੈਮੋਕ੍ਰੇਸੀ ਦੀ ਜਿਹੜੀ ਗੱਲ ਹੈ, ਅਮਰੀਕਾ ਦੇ ਵਿੱਚ ਅਸੀਂ ਕਹਿੰਦੇ ਡੈਮੋਕ੍ਰੇਸੀ ਹੈ, ਇੱਥੇ ਜਿਹੜੀ FBI ਹੈ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਉਹਨੂੰ ਫੁੱਲ ਅਥਾਰਟੀ ਆ। ਇੱਕ ਵਾਰੀ ਜਦੋਂ ਉਹਦਾ ਚੇਅਰਮੈਨ ਤੁਸੀਂ ਨਿਯੁਕਤ ਕਰ ਦਿੱਤਾ, ਉਸ ਤੋਂ ਬਾਅਦ ਤੁਸੀਂ ਉਹਦੇ ਕੰਮ 'ਚ ਇੰਟਰਫੀਅਰ ਨਹੀਂ ਕਰ ਸਕਦੇ। ਉਹਨੇ ਆਪਣੇ ਆਪ 5 ਸਾਲ ਜੋ ਕਰਨਾ। ਚਲੋ ਆਪਾਂ ਇੱਥੇ ਦਾ ਸਿਸਟਮ ਕੀ ਹੈਗਾ, ਕਿਉਂਕਿ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਬਾਅਦ ਵਿੱਚ ਜਵਾਬਦੇਹ ਹੁੰਦੇ ਹਨ ਜਾਂ ਪੋਲੀਟੀਸ਼ੀਅਨ ਹੁੰਦੇ ਹਨ, ਸਰਕਾਰਾਂ ਉਹਦੀ ਜਵਾਬਦੇਹ ਹੁੰਦੀਆਂ ਹਨ। ਪਰ ਹਿੰਦੁਸਤਾਨ ਵਿੱਚ ਇਹਦਾ ਮਤਲਬ ਜੋ ਕਿਹਾ ਜਾ ਰਿਹਾ ਉਹ ਹੋ ਰਿਹਾ ਹੈ। ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਤਰੀਕਿਆਂ ਦੇ ਨਾਲ, ਜਿਸ ਢੰਗ ਦੇ ਨਾਲ 13 ਸੀਟਾਂ ਦੇ ਵਿੱਚੋਂ ਪਹਿਲੀ ਵਾਰੀ ਇਸ ਵਾਰ ਹੋਇਆ ਹੈ ਕਿ ਜਿੱਥੇ ਅਕਾਲੀ ਦਲ ਨੂੰ ਪਹਿਲੀ ਵਾਰੀ ਡਬਲ ਫਿਗਰ ਵਿੱਚ ਸੀ 11 ਫਿਗਰ ਤੋਂ, ਉਸ ਤੋਂ ਇਹ ਸਿਮਟ ਕੇ ਸਿੰਗਲ ਫਿਗਰ ਤੇ ਆ ਗਈ। ਔਰ ਉਸ ਦੇ ਵਿੱਚੋਂ ਵੀ ਸਿੰਗਲ ਫਿਗਰ ਦੇ ਵਿੱਚੋਂ ਆਉਣ ਦੇ ਬਾਵਜੂਦ ਵੀ ਉਹ ਜਿੱਥੇ ਇਹਨਾਂ ਨੂੰ ਪੱਕੀ ਉਮੀਦ ਸੀ ਉਸ ਦੇ ਬਾਵਜੂਦ ਨਹੀਂ ਹੋਣਾ। ਸੋ ਇਹ ਕੀ ਕਾਰਨ ਹੈ ਇਹਦਾ, ਔਰ ਕਿਹੜੀ ਜਿਵੇਂ ਅਸੀਂ ਸੀਟ ਦਾ ਵਿਸ਼ਲੇਸ਼ਣ ਕਰੀਏ? ਲੰਬਾ ਸਾਹਿਬ, ਮੈਂ ਤੁਹਾਨੂੰ ਇੱਕ ਖਾਸ ਸੀਟ ਦੀ ਗੱਲ ਕਰਨਾ ਵਾਂ, ਅਨੰਦਪੁਰ ਸਾਹਿਬ ਸੀਟ ਲਾਓ ਜੀ। ਇਸ ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਜੀ, ਉਹ ਇੱਕ ਬੜੇ ਮੁਦੱਬਰ ਇਨਸਾਨ ਨੇ। ਹਾਂਜੀ, ਬੇਦਾਗ ਉਹਨਾਂ ਦੀ ਛਵੀ ਹੈ, ਔਰ ਉਹ ਇੱਕ ਬੜੇ ਸਿਆਣੇ ਕੰਮ ਕਰਨ ਵਾਲੇ ਬੰਦੇ ਨੇ। ਇਮਾਨਦਾਰੀ ਵਿੱਚ ਬੜੇ ਘੱਟ ਲੋਕੀ ਉਹਨਾਂ ਦੀ ਕਸਵੱਟੀ ਦੇ ਉੱਤੇ ਉਸ ਤੇ ਉਤਰਦੇ ਨੇ ਜਿੱਤੇ ਉਤਰਦੇ ਉਹ। ਲੇਕਿਨ ਜਦੋਂ ਇਹ ਚੋਣਾਂ ਹੋਈਆਂ ਤੇ ਇਹਦੇ ਵਿੱਚ ਇੱਕ ਨਵਾਂ ਮੁੰਡਾ ਜਿਹਨੂੰ ਕਿਸੇ ਨੇ ਵੇਖਿਆ ਵੀ ਨਹੀਂ ਕਿ ਉਹ ਕਿੰਨੇ ਕੁ ਜੋਗਾ ਹੈ, ਕਿੰਨੇ ਕੁ ਜੋਗਾ ਨਹੀਂ, ਔਰ ਉਹਦੇ ਬਾਬੇ ਦੇ ਕਾਰਨਾਮੇ ਜਿਹੜੇ ਸਨ, ਪੰਜਾਬ ਦੇ ਵਿੱਚ ਬੜਾ ਕਤਲੇਆਮ ਹੋਇਆ, ਬਹੁਤ ਸਾਰੇ ਗਲਤ ਕਤਲ ਹੋਏ ਉਹਨਾਂ ਦੇ ਸਮੇਂ। ਉਸ ਚੀਜ਼ ਦੇ ਬਾਵਜੂਦ ਉਹਨਾਂ ਦੇ ਪੁੱਤਰੇ ਨੂੰ ਜਿਹੜੀ ਸਾਡੀ ਤਿਵਾੜੀ ਨਹੀਂ ਜੀ, ਰਵਨੀਤ ਬਿੱਟੂ ਜਿਹੜੇ, ਹਾਂਜੀ, ਬਿੱਟੂ ਨੂੰ ਤਰਜੀਹ ਦੇ ਕੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਮੁਕਾਬਲੇ ਤੇ ਜਿਤਾਉਣਾ, ਮੈਂ ਸਮਝਦਾ ਕਿ ਸਾਡੇ ਲੋਕਾਂ ਦੀ, ਇਹ ਪੰਜਾਬੀਆਂ ਦੀ ਕੋਈ ਦਾਨਸ਼ਵਰੀ ਨਹੀਂ, ਇਹ ਦਾਨਸ਼ਮੰਦੀ ਨਹੀਂ। ਅੱਛਾ, ਇਸੇ ਤਰ੍ਹਾਂ ਹੀ ਹੋਰ ਕਈ ਉਮੀਦਵਾਰ ਐਸੇ ਨੇ ਜਿਹੜੇ ਇਹਨਾਂ ਚੋਣਾਂ 'ਚ ਹਾਰੇ ਨੇ। ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਸਰਦਾਰ ਚਰਨਜੀਤ ਸਿੰਘ ਅਠਵਾਲ ਦੀ। ਬੜੇ ਇਮਾਨਦਾਰ ਇਨਸਾਨ ਨੇ, ਔਰ ਬਤੌਰ ਡਿਪਟੀ ਸਪੀਕਰ ਲੋਕ ਸਭਾ 'ਚ ਬੜਾ ਵਧੀਆ ਕੰਮ ਕੀਤਾ ਉਹਨਾਂ। ਪੰਜਾਬ 'ਚ ਉਹ ਸਪੀਕਰ ਵੀ ਰਹੇ ਨੇ, ਲੇਕਿਨ ਉਹਨਾਂ ਨੂੰ ਲਿਬੜਾ ਸਾਹਿਬ ਨੇ ਇਸੇ ਗੱਲ ਤੇ ਹਰਾਤਾ ਕਿ ਉਹ ਡਾਕਟਰ ਮਨਮੋਹਨ ਸਿੰਘ ਦੀ ਮਦਦ ਤੇ ਆਏ। ਇਹਦਾ ਮਤਲਬ ਇਹ ਹੋ ਗਿਆ ਕਿ ਉਹ ਜਿਸ ਪਾਰਟੀ ਦੇ ਕਰਕੇ ਆਏ ਉਹਦੇ ਕਰਕੇ ਇਹ ਸਾਨੂੰ ਉਹਦਾ ਨੁਕਸਾਨ ਹੋਇਆ ਹੈ ਜੀ। ਤੇ ਅਸੀਂ ਸਾਨੂੰ ਖੁਸ਼ੀ ਹੈ, ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਸਰਦਾਰ SP ਸਿੰਘ ਜਿਹੜੇ ਚੰਡੀਗੜ੍ਹ ਵਿੱਚ ਹਨ, ਜਿਹੜੇ ਸੀਨੀਅਰ ਜਰਨਲਿਸਟ ਵੀ ਹਨ, ਔਰ ਪਹਿਲਾਂ
PTI ਨਾਲ, ਫਿਰ ਇੰਡੀਅਨ ਐਕਸਪ੍ਰੈਸ ਔਰ ਟਾਈਮਜ਼ ਆਫ ਇੰਡੀਆ ਨਾਲ ਵੀ ਜੁੜੇ ਹਨ ਔਰ ਜਿਹੜੇ ਬਹੁਤ ਚਿੰਤਕ ਔਰ ਵਿਸ਼ਲੇਸ਼ਕ ਹਨ। ਸੋ ਉਮੀਦ ਹੈ ਉਹਨਾਂ ਨਾਲ ਲਾਈਨ ਸਾਨੂੰ ਮਿਲ ਗਈ ਹੈ। ਸਰ SP ਸਿੰਘ ਜੀ, ਤੁਸੀਂ ਸਾਨੂੰ ਸੁਣ ਰਹੇ ਹੋ? ਜੀ ਹਾਂ ਜੀ ਹਾਂ ਹਾਂਜੀ ਹਾਂਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ ਹੈ ਇਸ ਜਸ ਪੰਜਾਬੀ ਦੇ ਇਸ ਸਟੂਡੀਓ ਰਾਹੀਂ ਅਮਰੀਕਾ ਔਰ ਕੈਨੇਡਾ ਦੇ ਦਰਸ਼ਕਾਂ ਦੇ ਤੁਸੀਂ ਗੱਲਬਾਤ ਕਰ ਰਹੇ ਹੋ। ਜੀ ਮੇਰਾ ਸਭ ਨੂੰ ਧੰਨਵਾਦ। ਤੇ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ ਔਰ ਤੁਹਾਡਾ ਇਹ ਇੱਕ ਲਾਈਨ ਵਿੱਚ ਜਿਹੜਾ ਜਵਾਬ ਹੁੰਦਾ ਸੀ ਕਿ ਤੁਹਾਨੂੰ ਇਹ ਡਰ ਲੱਗ ਰਿਹਾ ਸੀ ਦੋਨਾਂ ਚੋਂ ਇੱਕ ਨੇ ਜਿੱਤ ਜਾਣਾ, ਉਹ ਤੁਹਾਡਾ ਡਰ ਪੂਰਾ ਹੋ ਗਿਆ। ਬਿਲਕੁਲ, ਹੈ ਨਾ? ਸੋ ਬਿਲਕੁਲ ਠੀਕ ਤੁਸੀਂ ਯਾਦ ਕੀਤਾ। ਹਾਂਜੀ, ਸੋ ਇਹ ਜਿਹੜੇ ਹੋਏ ਹਨ, ਜਿਸ ਤਰ੍ਹਾਂ ਦੇਸ਼ ਦੇ ਜਿਹੜੇ ਚੋਣ ਨਤੀਜੇ ਹਨ, ਕਿ ਕੀ ਇਸ ਨੂੰ ਕਿਹਾ ਜਾਏ ਕਿ ਜਿਹੜੀ ਇੱਕ ਕਿਸਮ ਦੀ, ਕਿਉਂਕਿ BJP ਨੇ ਜਿਹੜਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ, ਜਿਹੜਾ ਮੈਨੀਫੈਸਟੋ ਸੀ, ਔਜਲਾ ਸਾਹਿਬ ਇਸ ਨਾਲ ਸਹਿਮਤ ਨਹੀਂ। ਉਹਨਾਂ ਦਾ ਕਹਿਣਾ ਹੈ, ਹਰਜਾਪ ਸਿੰਘ ਔਜਲਾ, ਉਹ ਕਹਿੰਦੇ ਹਨ ਕਿ ਚੋਣ ਮਨੋਰਥ ਪੱਤਰ ਤਾਂ ਛਾਪੇ ਹੀ ਜਾਂਦੇ ਹਨ, ਇਹ ਇੱਕ ਫਾਰਮੈਲਿਟੀ ਹੈ, ਕਾਗਜ਼ਾਂ ਦਾ ਪੁਲੰਦਾ, ਇਸ ਤੋਂ ਵੱਧ ਕੁਝ ਨਹੀਂ। ਪਰ ਜਦੋਂ ਛਪਦਾ ਹੈ ਔਰ ਇਹ ਦੇਖਿਆ ਗਿਆ, ਹਮੇਸ਼ਾ ਰਿਕਾਰਡ ਦੇ ਵਿੱਚ ਰਹਿੰਦਾ ਹੈ। ਬਲਕਿ ਜਿਹੜਾ ਅਕਾਲੀ ਦਲ ਦਾ ਵੀ ਚੋਣ ਮਨੋਰਥ ਪੱਤਰ ਸੀ 1973 ਦਾ, ਉਹ ਹਾਲੇ ਤੱਕ ਇਹਨਾਂ ਦਾ ਖਹਿੜਾ ਨਹੀਂ ਛੱਡ ਰਿਹਾ। ਤੇ ਜਿਹੜਾ ਉਸ ਦੇ ਬਾਅਦ ਉਹ ਲੋਂਗੋਵਾਲ ਅਕਾਰਡ ਵੀ ਹੋਇਆ ਹੈ, ਉਸ ਮਨੋਰਥ ਪੱਤਰ ਦੇ ਆਧਾਰ ਤੇ ਪਹਿਲਾਂ ਸੁਖਬੀਰ ਸਿੰਘ ਬਾਦਲ ਜੀ ਨੇ ਕਹਿ ਦਿੱਤਾ ਕਿ ਅਸੀਂ ਉਸ ਨੂੰ ਲਾਗੂ ਕਰਾਂਗੇ, ਬਾਅਦ ਵਿੱਚ ਦੂਸਰੇ ਦਿਨ ਸ਼ਾਇਦ ਸਮਝ ਆ ਗਈ ਕਿ ਇਹਦੇ 'ਚ ਕੀ ਹੈ, ਤੇ ਉਸ ਤੋਂ ਇੱਕਦਮ ਉਹ ਭੱਜ ਗਏ। ਹੁਣ ਫਿਰ ਮਨਮੋਹਨ ਸਿੰਘ ਨੇ ਵੀ ਕਹਿ ਦਿੱਤਾ ਅਸੀਂ ਉਸ ਨੂੰ ਲਾਗੂ ਕਰਾਂਗੇ, ਕਮਿਟਡ ਹਾਂ। ਤੋ ਭਾਵੇਂ ਇਹ ਕਾਗਜ਼ ਚੰਦ ਵਰਕੇ ਹੀ ਹੋਣ, ਪਰ ਜਿਹੜਾ BJP ਦਾ ਖਾਸ ਕਰਕੇ ਮੈਂ ਛੋਟੇ ਜਿਹੇ ਸੰਖੇਪ ਤੌਰ ਤੇ ਵੇਖ ਰਿਹਾ ਹਾਂ ਕਿ ਜਿਹੜਾ BJP ਦਾ ਚੋਣ ਮਨੋਰਥ ਪੱਤਰ ਹੈ ਮੁਰਲੀ ਮਨੋਹਰ ਜੋਸ਼ੀ ਜੀ ਦਾ ਜਾਰੀ ਕੀਤਾ, ਔਰ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਨਜ਼ਰ ਆ ਕੇ ਇੱਕ RSS ਦਾ ਬੁਲੇਟਿਨ ਨਜ਼ਰ ਆਉਂਦਾ ਹੈ। ਉਹਦੇ ਵਿੱਚ ਸਾਰੇ ਦੀ ਸਾਰੀ ਉਹ ਭਾਰਤੀयता, ਪੁਰਾਣੀ ਸੰਸਕ੍ਰਿਤੀ, ਭਾਰਤੀ ਸੰਸਕ੍ਰਿਤੀ, ਗਊ ਮਾਤਾ, ਗਊ ਰਕਸ਼ਾ ਔਰ ਵੈਦਿਕ, ਉਹ ਸਾਰੀਆਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ। ਕਿਸੇ ਸੈਕੂਲਰਿਜ਼ਮ ਜਿਹੜਾ ਕਿਹਾ ਜਾਂਦਾ ਉਹਦੀ ਗੱਲ ਨਹੀਂ। ਤੇ ਔਰ ਨਾਲ ਹੀ ਉਹਨਾਂ ਦੀ ਟੀਮ ਨੇ ਮਿਲ ਕੇ ਅਗਵਾਈ ਦੇ ਕੇ ਇੱਕ ਭਵਿਸ਼ਵਾਣੀ ਕੀਤੀ ਸੀ ਕਿ ਐਤਕੀ ਹੰਗ ਪਾਰਲੀਮੈਂਟ ਹੋਏਗੀ। ਸੋ ਇਹਨਾਂ ਦੀ ਇਹ ਜਿਹੜੀ ਹਾਰ ਹੈ, ਇਹ ਕੀ ਉਹਨਾਂ ਦੀ ਹਾਰ ਹੈ? ਬਿਕੋਜ਼ ਉਹਨਾਂ ਨੇ ਹਾਰ ਨਹੀਂ ਕਹੀ, ਉਹਨਾਂ ਨੇ ਕਿਹਾ ਕਿ ਨਹੀਂ, ਸਾਡੇ ਨਤੀਜੇ ਸਾਡੇ ਕਿਆਸ ਮੁਤਾਬਕ ਨਹੀਂ ਹੋਏ। ਹਾਰ ਦਾ ਲਫ਼ਜ਼ ਉਹਨਾਂ ਨੇ ਕਹਿਣ ਤੋਂ ਗੁਰੇਜ਼ ਕੀਤਾ ਹੈ। ਕੀ ਇਹ ਹਾਰ ਹੈ ਕਿ ਇਹ ਐਸਟੀਮੇਸ਼ਨ ਦੀ ਕਮੀ ਹੈ? ਜੀ ਕਾਫੀ ਸਾਰੀਆਂ ਗੱਲਾਂ ਹੋ ਗਈਆਂ ਸਵਾਲ ਦੇ ਵਿੱਚ। ਅਸੀਂ ਸਭ ਤੋਂ ਪਹਿਲਾਂ ਮੈਨੀਫੈਸਟੋ ਤੇ ਜਾਈਏ। ਸਰਦਾਰ ਹਰਜਾਪ ਸਿੰਘ ਔਜਲਾ ਜੀ ਦਾ ਮੈਂ ਰੈਗੂਲਰ ਪਾਠਕ ਵੀ ਹਾਂ, ਬਹੁਤ ਉਹਨਾਂ ਦੀ ਲਈ ਇੱਜ਼ਤ ਹੈ ਮੇਰੇ ਮਨ ਦੇ ਵਿੱਚ। ਮੈਂ ਰੀਸੈਂਟਲੀ ਉਹਨਾਂ ਦਾ ਭਾਈ ਸਮੂਹ ਸਿੰਘ ਰਾਗੀ ਦਾ ਪੀਸ ਪੜਿਆ, ਬੜਾ ਸਿੰਪਲੇਟਿੰਗ ਪੀਸ ਸੀ। ਪਰ ਜਿੱਥੇ ਤੱਕ ਮੈਨੀਫੈਸਟੋ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਇਸ ਨੂੰ ਬਹੁਤ ਸੀਰੀਅਸਲੀ ਲੈਂਦੀਆਂ ਨੇ ਅਤੇ ਇਸ ਗੱਲ ਨੂੰ ਵੀ ਬਹੁਤ ਸੀਰੀਅਸਲੀ ਘੁਮਾ ਫਿਰਾ ਕੇ ਕਹਿੰਦੀਆਂ ਨੇ ਕਿ ਇਸ ਨੂੰ ਸੀਰੀਅਸਲੀ ਨਾ ਲਿਆ ਜਾਵੇ। ਕੋਈ ਵੀ ਪੋਲੀਟੀਕਲ ਪਾਰਟੀ ਇਸ ਗੱਲ ਦੀ ਤਰਜਮਾਨੀ ਨਹੀਂ ਕਰੇਗੀ ਕਿ ਉਸ ਨੂੰ ਉਸ ਦੇ ਰਿਟਨ ਵਰਡ ਦੇ ਨਾਲ ਬੰਨ ਲਿਆ ਜਾਵੇ, ਕਿਉਂਕਿ ਉਸ ਵਿੱਚ ਖਦਸ਼ਾ ਰਹਿੰਦਾ ਹੈ ਕਿ ਤੁਹਾਡਾ ਝੂਠ ਤੇ ਤੁਹਾਡਾ ਧੋਖਾ ਸ਼ਰੇਆਮ ਸ਼ਰੇਆਮ ਫੜਿਆ ਜਾ ਸਕਦਾ ਹੈ। जी बीजेपी का जो मैनिफेस्टो है, पर्टिकुलरली उसका जो फॉरवर्ड है और जिस तरीके नाल ड्राफ्ट किया गया है, जो भावनावां उस विच हन, मेरा ख्याल है केवल ते केवल एक कैजुअल रीडिंग ही आम व्यक्ति लिए भी काफी होगी ये दर्शाने लई कि इस किस्म दे हिंदुस्तान का नक्शा बीजेपी चाहती है ते किस किस्म दे हिंदुस्तान दे खास का सुपना लई घुमदी है। इतों तक उस मैनीफेस्टो जी मैकाले का एक कोट यूज किया गया है कि हिंदुस्तान किस तरह सोने की चिड़िया सी ते दूध दही दी नदियां बहदियां सन, जिस रोमांटिक नोशन ऑफ इंडिया पास्ट है और जिस किस्म की सेक्रेटाइज्ड संस्कृति जी मनोकल्पित है उसको पेश किया गया है। मुरली मनोहर जोशी जी ने यह हिम्मत भी कर विखाई है कि मैकाले का वो कोट भी दे दिता है जिहड़ा बड़े चिर तो कई दहाकियां तो सर्व विद्वान है, सर्व विजेता हुन ये सारे स्कॉलर ने यह गल साबित कर दी है कि मैकाले ने कभी ये गल कही ही नहीं। पर मुरली मनोहर जोशी जी ने उछल के उस डेट भी दे दी है कि मैकाले ने यह गल मई 1835 के ब्रिटिश पार्लीमेंट के कही। बड़ी अच्छी गल है कि इस गल के इतिहासिक प्रमाण मौजूद ने कि उस दिन मैकाले साहब हिंदुस्तान में सन। पता नहीं किहड़े इंटरनेट के राही मैकाले साहब ने गल ब्रिटिश पार्लीमेंट को कह दी जिसका रिकॉर्ड ब्रिटिश
ਬ੍ਰਿਟੇਨ ਪਾਰਲੀਮੈਂਟ ਕੋਲ ਨਹੀਂ ਹੈ। ਜੀਨ ਰੀਜ਼ ਨੇ ਜੋ ਬੜੇ ਵੱਡੇ ਸਕਾਲਰ ਹਨ, ਅਮਰਤਿਆ ਸੇਨ ਦੇ ਨਾਲ ਕਈ ਕਿਤਾਬਾਂ ਕੋ-ਆਥਰ ਕੀਤੀਆਂ ਹਨ, ਉਹਨਾਂ ਨੇ ਰੀਸੈਂਟਲੀ ਬੜੇ ਵਿਸਤਾਰਪੂਰਵਕ ਫਰੰਟ ਲਾਈਨ ਮੈਗਜ਼ੀਨ ਜੋ ਬੜਾ ਰਿਸਪੈਕਟਡ ਮੈਗਜ਼ੀਨ ਹੈ ਹਿੰਦੁਸਤਾਨ ਦਾ, ਉਸ ਵਿੱਚ ਇਸ ਸਾਰੀ ਗੱਲ ਦਾ ਤਾਜ ਉਗਾੜ ਮਾਰਿਆ ਹੈ। ਇਸ ਤੋਂ ਬਿਨਾਂ ਮੈਨੀਫੈਸਟੋ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਮਨਸ਼ਾ ਹੈ ਉਸ ਨੂੰ ਅੰਡਰਲਾਈਨ ਕਰਦੇ ਹਨ ਤੇ ਕਦੀ ਵੀ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਇਗਨੋਰ ਕਰ ਦਿਓ, ਪੋਲਿਟਿਕਸ ਨੂੰ ਇਗਨੋਰ ਕਰ ਦਿਓ, ਰਾਜਨੀਤੀ ਮਾੜੀ ਚੀਜ਼ ਹੁੰਦੀ ਹੈ। हर किस्म की पॉलिटिक्स एक फ्रेज बना लिया है हिंदुस्तान के विच बहुत सारे पॉलिटिशियंस ने कि हम इस बात पे राजनीति नहीं करते, इस बात पे राजनीति नहीं होनी चाहिए। इस किस्म के कुछ ख्यालात ने जिस तरह राजनीति तो बहुत माड़ी चीज होती है। राज दी नीति तय करन तो बड़ी जिम्मेवारी की हो सकती है, इस तो पवित्र और शोभा ही की हो सकता है कि तुसी ये तय कर दो कि नव जन्मे बच्चों के दुध विच कोई मिलावट ना कर दे, जेलों के विच कैदी किसी का कतल ना कर देन, होर क्राइम ना कर देन। हर राज की हर नीति गरीब नूं खाण लई किन्ना मिले, तुहाडी पर कैलोरी तुहाडी इनटेक किन्नी होवे, हर नीति जिथे राज की बनाई जाए उसनूं माड़ी चीज करार दिता जा रहा है कि राजनीति माड़ी है। पॉलिटिशियन चाहता है कि आम लोगों का भी वो इसे किस्म का होवे ते वो राजनीति नूं माड़ा भी कहंदे ने, ताकि राजनीति दे इस पिड़ दे अंदर सारे गुलछरे राजनीतिवान उन्हां दे बच्चे एक खुद उड़ा सकन। यही सारा कुछ असीं अपने सामने देख रहे हैं। कुछ क्योंकि मैं कैनेडा के दर्शकों के रूबरू हाँ तो अज मेरा यह गल कहने बहुत मन कर रहा है कि कैनेडा तो डिवॉल्व डेमोक्रेसीज तो यूएस तो यूके तो बहुत सारे ਜਿਹੜੇ ਸਾਡੇ ਪ੍ਰਵਾਸੀ ਭਾਰਤੀ ਸੱਜਣ ਨੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੋਂ ਹੋਮ ਆ ਕੇ ਪੰਜਾਬ ਵਿੱਚ ਆਉਂਦੇ ਨੇ, ਆਪਣਾ ਹਿੱਸਾ ਪਾਉਂਦੇ ਨੇ। ਪਰ ਜਿਹੜੇ ਇਵੋਲਵਡ ਡੈਮੋਕ੍ਰੇਸੀਜ਼ ਦੇ ਜਿਹੜੇ ਵਧੀਆ ਨੋਰਮਸ ਨੇ, ਜਿਹੜੀਆਂ ਉੱਥੋਂ ਦੀਆਂ ਮੈਰਿਟਸ ਨੇ, ਕਿਸ ਤਰੀਕੇ ਦੇ ਨਾਲ ਕੈਂਡੀਡੇਟ ਦੀ ਸਿਲੈਕਸ਼ਨ ਹੁੰਦੀ ਹੈ, ਕਿਸ ਤਰੀਕੇ ਨਾਲ ਕੰਸਲਟੇਟਿਵ ਪ੍ਰੋਸੈਸ ਹੁੰਦੇ ਨੇ, ਟਾਊਨ ਹਾਲ ਮੀਟਿੰਗ ਤੋਂ ਲੈ ਕੇ ਉੱਪਰ ਤੱਕ ਕਿਸ ਤਰੀਕੇ ਨਾਲ ਲੋਕਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ, ਉਹ ਸਾਰੇ ਨੋਰਮਸ ਨੂੰ ਇੱਥੇ ਲਿਆ ਕੇ ਪ੍ਰਚਾਰਨ ਦੀ ਜਗ੍ਹਾ ਜਾਂ ਇੱਕ ਮੀਨਿੰਗਫੁਲ ਇੰਟਰਵੈਂਸ਼ਨ ਮੈਂ ਥੋੜਾ ਜਿਹਾ ਤੁਹਾਡੇ ਨਾਲ ਜਥੇਦਾਰ ਕਰਦੇ ਨੇ ਉਸੇ ਤਰੀਕੇ ਨਾਲ ਹੋ ਗਈ ਜੀ ਐਸਪੀ ਸਿੰਘ ਜੀ ਇੱਥੇ ਤੁਹਾਡੇ ਕੋਲ ਥੋੜਾ ਜਿਹਾ ਇਜਾਜ਼ਤ ਲੈਣੇ ਆ। ਬਿਲਕੁਲ ਤੁਸੀਂ ਜਿਹੜਾ ਕਹਿ ਰਹੇ ਹੋ ਜਿਸ ਤਰ੍ਹਾਂ ਮੈਕਾਲੇ ਦੀ ਗੱਲ ਹੈ ਜਾਂ ਉਹ ਹਿਸਟੋਰੀਕਲ ਹੈ, ਮੈਂ ਉਹੀ ਅਰਜ਼ ਕਰ ਰਿਹਾ ਸੀ ਕਿ ਜੇਕਰ ਤਾਂ ਇਹ ਆਰਐਸਐਸ ਦਾ ਲਿਟਰੇਚਰ ਹੁੰਦਾ ਉਹਦੇ ਵਿੱਚ ਇਹ ਟੋਲਰੇਟ ਕੀਤਾ ਜਾ ਸਕਦਾ ਹੈ, ਜਿਵੇਂ ਉਹਨਾਂ ਨੇ ਮੈਕਾਲੇ ਬਾਰੇ ਐਤਕੀ ਕਹਿ ਦਿੱਤਾ ਕਿ ਉਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਿਹਾ, ਔਰ ਇਹ ਅਸਲੀਅਤ ਹੈ ਕਿ ਮੈਕਾਲੇ ਉਸ ਵੇਲੇ ਹਿੰਦੁਸਤਾਨ ਵਿੱਚ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸੇ ਤਰੀਕੇ ਦੇ ਨਾਲ ਜਿਹੜੀ ਇਕਨੋਮਿਕ ਡਾਟਾ ਅਵੇਲੇਬਲ ਹੈ, ਸਾਨੂੰ ਪਤਾ ਹੈ ਹਿੰਦੁਸਤਾਨ ਦੇ ਵਿੱਚ ਕੀ ਹਾਲ ਸੀ। ਉਹਦਾ ਕਾਰਨ ਇਹ ਹੈ ਕਿ ਅਸੀਂ ਖੁਦ ਕਦੀ ਸਕਾਲਰ ਨੇ ਉਹ ਵੀ ਇਹ ਗੱਲਾਂ ਆਪਣੀਆਂ ਕਿਤਾਬਾਂ ਵਿੱਚ ਨਹੀਂ ਕਹਿੰਦੇ, ਮੈਨੀਫੈਸਟੋ ਵਿੱਚ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਬਿਲਕੁਲ, ਮੈਂ ਦੂਸਰੀ ਗੱਲ ਕਹਿ ਰਿਹਾ ਸੀ ਕਿਉਂਕਿ ਇਸੇ ਤਰ੍ਹਾਂ ਦੀ ਗੱਲ ਉਹਨਾਂ ਨੇ ਇਹ ਲਿਖੀ ਸੀ ਆਰਐਸਐਸ ਦੇ ਵੀ ਬੁਲੇਟਿਨ ਵਿੱਚ ਕਿ ਜਿਹੜੇ ਸਰ ਆਰਥਰ ਮੈਕਾਲਫ ਹੈਗੇ ਹੈ ਜਿਨ੍ਹਾਂ ਨੇ ਸਿੱਖ ਹਿਸਟਰੀ ਲਿਖੀ ਹੈ, ਉਹ ਇੱਥੇ ਆ ਕੇ ਸਿੱਖ ਬਣ ਗਿਆ, ਅੰਮ੍ਰਿਤ ਛਕ ਲਿਆ, ਪਰ ਜਿਸ ਵੇਲੇ ਹਵਾਈ ਜਹਾਜ਼ 'ਚ ਬੈਠਦੇ ਸਾਰ ਹੀ ਉਸਨੇ ਨਾਈ ਨੂੰ ਬੁਲਾ ਕੇ ਆਪਣੇ ਵਾਲ ਕੱਟ ਲਏ। ਸੋ ਇਹ ਮਿਥਿਹਾਸ ਜਿਹਾ ਆਪਣੇ ਆਪ ਕ੍ਰੀਏਟ ਕਰਨਾ ਇਹ ਠੀਕ ਹੈ, ਉਹਨਾਂ ਨੂੰ ਮੁਬਾਰਕ ਹੈ, ਪਰ ਇੱਕ ਗੰਭੀਰ ਰਾਜਨੀਤਿਕ ਪਾਰਟੀ ਜਿਸ ਨੇ ਸਾਡੇ ਤੇ ਰਾਜ ਕਰਨਾ ਹੈ, ਮੈਂ ਗੱਲ ਕਹਿ ਰਿਹਾ ਸੀ ਕਿ ਇਹ ਕੇਵਲ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ, ਹਾਂਜੀ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ, ਪਰ ਈਵਨ ਜਿੰਨੇ ਮੁੱਦੇ ਸੀ, ਜਿਹੜੀਆਂ ਇਸ਼ੂ ਸਨ, ਜਿੰਨੇ ਕਿ ਵੀ ਕਾਂਗਰਸ ਨੇ ਵੀ ਕੀਤੇ, ਉਹਨਾਂ ਦੀ ਕਾਰਗੁਜ਼ਾਰੀ ਉਸ ਤੋਂ ਬਿਹਤਰ ਨਹੀਂ। ਔਰ ਜੇਕਰ ਅਕਾਲੀ ਦਲ ਦਾ ਮੈਨੀਫੈਸਟੋ ਹੈ ਉਹਦੇ ਵਿੱਚ ਪੰਥਕ ਮੁੱਦਾ ਜਾਂ ਸਿੱਖ ਕਿਸੇ ਇਸ਼ੂ ਦੀ ਕੋਈ ਵੀ ਗੱਲ ਨਾ ਕੀਤੀ ਜਾਏ, ਸੋ ਕੀ ਇਹਦਾ ਮਤਲਬ ਹੈ ਕਿ ਕੇਵਲ ਇਹ ਜਿਵੇਂ ਔਜਲਾ ਸਾਹਿਬ ਦੱਸ ਰਹੇ ਕੇਵਲ ਪਰਸਨੈਲਿਟੀ ਦੀ ਜਿੱਤ ਹੈ, ਨਾ ਕਿ ਕਿਸੇ ਇਸ਼ੂ ਦੀ, ਨਾ ਕਿਸੇ ਪੋਲਿਟਿਕਸ ਦੀ? ਮੈਨੂੰ ਲੱਗਦਾ ਦੋ ਗੱਲਾਂ ਨੇ। ਇੱਕ ਤਾਂ ਇੱਕ ਕੰਟੀਨਿਊਸ ਐਫਰਟ ਹੈ ਟੁਵਰਡ ਡੀਪੋਲਿਟਿਸਾਈਜੇਸ਼ਨ ਆਫ ਪੋਲਿਟਿਕਸ ਜੀ, ਰਾਜਨੀਤੀ ਦਾ ਗੈਰ ਰਾਜਨੀਤੀਕਰਨ ਕਰ ਦਿੱਤਾ ਜਾਵੇ, ਲੋਕਾਂ ਦਾ ਰਾਜਨੀਤੀਕਰਨ ਹੋਣ ਹੀ ਨਾ ਦਿੱਤਾ ਜਾਵੇ। ਲੋਕਾਂ ਨੂੰ ਇਹ ਲੱਗੇ ਕਿ ਸ਼ਾਇਦ ਅਮਰਿੰਦਰ ਸਿੰਘ ਦੀ ਕੋਈ ਜਿੱਤ ਹੋ ਸਕਦੀ ਹੈ ਜਾਂ ਹਾਰ ਹੋ ਜਾਏਗੀ, ਜਾਂ ਸੁਖਬੀਰ ਬਾਦਲ ਦੀ ਜਿੱਤ ਹੋ ਜਾਏਗੀ ਜਾਂ ਹਾਰ ਹੋ ਜਾਏਗੀ। ਲਾਰਜਰ ਪੋਲਿਟਿਕਸ ਦੇ ਮੀਨਿੰਗ ਕੀ ਨੇ, ਕਿਹੜੀਆਂ ਨੋਸ਼ਨਸ ਸਾਨੂੰ ਆਪਣੇ ਸਮਾਜ ਬਾਰੇ ਕੀ ਦੱਸ ਰਹੀਆਂ ਨੇ, ਅਸੀਂ ਕਿਸ ਪੈਰਾਡਾਈਮ ਦੇ ਵਿੱਚ ਪੋਲਿਟਿਕਸ ਕਰ ਰਹੇ ਹਾਂ, ਇਹਨਾਂ ਗੱਲਾਂ ਦੇ ਉੱਤੇ ਬਹਿਸ ਕਰਨ ਦੀ ਜਗ੍ਹਾ ਦੇ ਉੱਤੇ ਅਸੀਂ ਪੋਲਿਟਿਕਸ ਨੂੰ ਰਿਡਕਟਿਵ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ। ਸਾਰੇ ਰਿਡਕਸ਼ਨਿਸਟ ਆਰਗੂਮੈਂਟ ਤੇ ਰਿਡਕਸ਼ਨਿਸਟ ਜਿਹੜੇ ਇਨਫਰੈਂਸਿਸ ਹੈ ਉਹ ਅਸੀਂ ਡਿਡਿਊਸ ਕਰਨੇ ਸ਼ੁਰੂ ਕਰ ਦਿੱਤੇ ਨੇ। ਮੈਨੂੰ ਲੱਗਦਾ ਪੋਲੀਟੀਸ਼ੀਅਨ ਤਾਂ ਇਸ ਵਿੱਚ ਦੋਨਾਂ ਸਾਈਡਾਂ ਦੇ, ਹਾਰਨ ਵਾਲੀ ਸਾਈਡ ਦੇ ਤੇ ਜਿੱਤਣ ਵਾਲੀ ਸਾਈਡ ਦੇ, ਦੋਨੋਂ ਹੀ ਇਸੇ ਗੱਲ ਵਿੱਚ ਬੜੇ ਇੰਟਰਸਟਿਡ ਹੋਣਗੇ ਕਿ ਪੋਲਿਟਿਕਸ ਨੂੰ ਰਿਡਿਊਸਡ ਫਾਰਮ ਦੇ ਵਿੱਚ ਦੇਖਿਆ ਜਾਵੇ। ਪਰ ਜੇ ਲੋਕਪੱਖੀ ਲੋਕਤੰਤਰਕ ਰਾਜਨੀਤੀ ਦੇ ਨੋਰਮਸ ਨੂੰ ਅਸੀਂ ਇੱਥੇ ਇਵੋਲਵ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਜਿਸ ਤਰ੍ਹਾਂ ਗ੍ਰਾਮਰਸੀ ਨੇ ਕਿਹਾ ਕਿ ਇੱਕ ਕਲਚਰਲ ਹੈਜੀਮੋਨੀ ਦੇ ਰਾਹੀਂ ਸਮਾਜ ਨੂੰ ਕੰਟਰੋਲ ਕੀਤਾ ਜਾਂਦਾ ਹੈ,
ਤੇ ਉਸ ਵਿੱਚ ਮੀਡੀਆ ਦਾ ਜਾਂ ਜਿਹੜੇ ਇਵੋਲਵ ਸਾਡੇ ਸਿਆਸਤਦਾਨ ਨੇ ਜਾਂ ਸਾਡੇ ਜਿਹੜੇ ਇਵੋਲਵ ਆਡੀਅੰਸਿਸ ਨੇ, ਇਹਨਾਂ ਦਾ ਰੋਲ ਬਣਦਾ ਹੈ ਕਿ ਕਾਊਂਟਰ ਕਲਚਰਲ ਹੈਜੀਮਨੀ ਪੈਦਾ ਕਰਨੀ ਹੁੰਦੀ ਹੈ। ਉਸ ਵਿੱਚ ਅਸੀਂ ਪੂਰੇ ਤਰੀਕੇ ਨਾਲ ਫੇਲ ਰਹੇ ਹਾਂ। ਜਿਸ ਤਰੀਕੇ ਨਾਲ ਪੋਲੀਟੀਸ਼ੀਅਨਸ ਡਿਬੇਟ ਨੂੰ ਚਲਾਉਂਦੇ ਨੇ, ਅਸੀਂ ਵੀ ਇਹ ਮੰਨ ਲੈਂਦੇ ਹਾਂ ਕਿ ਸ਼ਾਇਦ ਇਹੀ ਸਭ ਡਿਬੇਟ ਹੈ। ਉਹਨਾਂ ਦੇ ਆਬਜੈਕਟਿਵ ਸਾਡੇ ਆਬਜੈਕਟਿਵ ਹੋ ਜਾਂਦੇ ਨੇ। ਪਰ ਇਹ ਪੋਸੀਬਲ ਹੈ ਮੌਜੂਦਾ ਜਿਹਦੇ ਵਿੱਚ ਤੁਸੀਂ ਕਲਚਰਲ ਹੈਜੀਮਨੀ ਦੀ ਗੱਲ ਕਰਦੇ ਹੋ, ਪਰ ਇੱਥੇ ਤੇ ਜਿਸ ਤਰ੍ਹਾਂ ਮੈਜੋਰਿਟੇਰੀਅਨ ਪੈਰਾਡਾਈਮਸ ਆਫ ਮੈਜੋਰਿਟੇਰੀਅਨ ਹੈਜੀਮਨੀ ਦੀ ਗੱਲ ਹੈ, ਇੱਥੇ ਪੋਸੀਬਲ ਹੈ ਕਿ ਅਸੀਂ ਉਸ ਤਰ੍ਹਾਂ ਦੀ ਕੋਈ ਗੱਲ ਕਰੀਏ, ਕਿਉਂਕਿ ਪਹਿਲੇ ਕਿਹਾ ਜਾਂਦਾ ਸੀ ਯਥਾ ਰਾਜਾ ਤਥਾ ਪ੍ਰਜਾ, ਪਰ ਇੱਥੇ ਤਾਂ ਗੱਲ ਹੈ ਯਥਾ ਪ੍ਰਜਾ ਤਥਾ ਰਾਜਾ। ਕੀ ਕਿਸੇ ਇਸ਼ੂ ਨੂੰ ਕੋਈ ਸੁਣਨ ਲਈ ਹੈ? ਸੋ ਇਹਦੇ ਤੇ ਔਜਲਾ ਸਾਹਿਬ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਆ, ਜਿਹੜੇ ਤੁਸੀਂ ਪੁਆਇੰਟ ਦਿੱਤਾ ਹੈ ਉਸ ਦੇ ਬਾਰੇ, ਖਾਸ ਕਰਕੇ ਜਿਹੜਾ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਇਹ ਪੋਸੀਬਲ ਹੈ ਜਾਂ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਜੇ ਨਗਾਰਖਾਨੇ ਦੇ ਵਿੱਚ ਵੀ ਕੈਦ ਹੋ ਜਾਈਏ ਤੇ ਤੂਤੀ ਦੀ ਕੋਈ ਨਾ ਸੁਣੇ ਤਾਂ ਫਿਰ ਤੂਤੀ ਵਜਾਣੀ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਪਰ ਮੈਨੂੰ ਬੜੀ ਖੁਸ਼ੀ ਹੋਏਗੀ ਔਜਲਾ ਸਾਹਿਬ ਤੇ ਰੂਬਰੂ ਹੋ ਕੇ। ਜੀ ਐਸਪੀ ਸਿੰਘ ਜੀ, ਮੈਂ ਇਹ ਮਹਿਸੂਸ ਕਰਨਾ ਵਾਂ ਕਿ ਸਿਆਸਤ ਜਿਹੜੀ ਡੈਮੋਕ੍ਰੇਸੀ ਹੈ, ਅਸੀਂ ਉਹਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾਈਏ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਇੱਕ ਲਾਭਾ ਜ਼ਰੂਰ ਹੈ, ਵਾਧਾ, ਕਿ ਜੇ ਕਿਸੇ ਨੂੰ ਅਸੀਂ ਮਹਿਸੂਸ ਕਰਨੇ ਆ ਕਿ ਉਹ ਠੀਕ ਨਹੀਂ ਕੰਮ ਕਰਦਾ, ਉਹ ਬਦਮਾਸ਼ੀ ਕਰਦਾ ਜਾਂ ਉਹ ਗੁੰਡਾਗਰਦੀ ਕਰਦਾ ਜਾਂ ਉਹ ਧੱਕਾਗਰਦੀ ਕਰਦਾ, ਉਸ ਨੂੰ ਅਸੀਂ ਹਰਾ ਸਕਦੇ ਹਾਂ। ਡਿਕਟੇਟਰਸ਼ਿਪ ਦੇ ਵਿੱਚ ਇਹ ਕੰਮ ਨਹੀਂ ਕਰ ਸਕਦੇ। ਤੁਸੀਂ ਇਹ ਦੇਖੋ, ਸਾਡੇ ਪੰਜਾਬ ਦੇ ਵਿੱਚ ਪਿਛਲੇ ਸਾਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਹੋਈਆਂ, ਉਹਨਾਂ ਵਿੱਚ ਪਟਿਆਲੇ 'ਚ ਤਾਂ ਖਾਸ ਤੌਰ ਤੇ ਇੰਨਾ ਧੱਕਾ ਹੋਇਆ ਜਿਹੜਾ ਯਾਦ ਰੱਖੋ। ਲੋਕੀ ਕੁੱਟੇ ਮਾਰੇ ਗਏ ਆ, ਬੂਥ ਕੈਪਚਰਿੰਗ ਹੋਈ, ਸਭ ਕੁਝ ਹੋਇਆ, ਕਿਸੇ ਨੇ ਲੋਕੀ ਚੂੰ ਨਹੀਂ ਕੀਤੇ। ਉਦੋਂ ਬਾਅਦ ਮਿਊਨਿਸਪਲ ਇਲੈਕਸ਼ਨਾਂ ਹੋਈਆਂ, ਉਹਨਾਂ ਦੇ ਵਿੱਚ ਵੀ ਲੋਕੀ ਡਰ ਕੇ ਇੰਨੇ ਸਹਿਮ ਗਏ ਵੀ ਜਿੱਦਾਂ ਸਰਕਾਰ ਚਾਹੁੰਦੀ ਸੀ ਰੂਲਿੰਗ ਪਾਰਟੀ ਉਹ ਹੋ ਗਿਆ। ਪੰਚਾਇਤਾਂ ਦੀਆਂ ਇਲੈਕਸ਼ਨਾਂ, ਜਿਹੜੀਆਂ ਬਲਾਕ ਸੰਮਤੀ ਦੀਆਂ, ਜ਼ਿਲ੍ਹਾ ਪ੍ਰੀਸ਼ਦਾਂ ਦੀਆਂ, ਸਾਰੀਆਂ ਦੇ ਵਿੱਚ ਹੀ ਧੱਕੇ ਨਾਲ, ਜਿਵੇਂ ਕਹਿੰਦੇ ਰੋਲਰ ਫੇਰਤਾ ਲੋਕਾਂ ਦੇ ਉੱਤੇ, ਉਹ ਰੋਲਰ ਫੇਰ ਦਿੱਤਾ। ਬਿਲਕੁਲ ਔਜਲਾ ਸਾਹਿਬ, ਉਹ ਧੱਕਾ ਦੁਨੀਆ ਦੇ ਸਾਹਮਣੇ ਹੋਇਆ। ਪਰ ਤੁਸੀਂ ਇਵੋਲਵ ਡੈਮੋਕ੍ਰੇਸੀਜ਼ ਦੇ ਵਿੱਚ ਕੈਨੇਡਾ ਡੈਮੋਕ੍ਰੇਸੀ ਤੋਂ ਵੀ ਅੱਛੀ ਤਰ੍ਹਾਂ ਵਾਕਿਫ ਹੋ, ਕਿਸ ਤਰੀਕੇ ਨਾਲ ਉਹ ਕੰਮ ਕਰਦੀ ਹੈ, ਤੇ ਹਿੰਦੁਸਤਾਨ ਵਿੱਚ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਇਸ ਤੋਂ ਵੀ ਵਾਕਿਫ ਹੋ। ਮੈਂ ਇਸ ਗੱਲ ਨੂੰ ਬੜੇ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਕੇਵਲ ਤੇ ਕੇਵਲ ਇਲੈਕਟੋਰਲ ਡੈਮੋਕ੍ਰੇਸੀ ਦੀ ਸੰਪੂਰਨਤਾ ਦੇ ਰੂਪ ਵਿੱਚ ਨਹੀਂ ਦੇਖੀ ਜਾ ਸਕਦੀ। ਕੇਵਲ ਵੋਟ ਪਾਉਣ ਦਾ ਅਧਿਕਾਰ ਇੱਕ ਨਹੀਂ ਹੈ, ਜਿਹੜੀ ਡੈਮੋਕ੍ਰੇਟਾਈਜੇਸ਼ਨ ਹੈ। ਦੇਖੋ, ਅਸੀਂ ਅਚਾਨਕ ਇੱਕ ਦਿਨ ਵੋਟ ਪਾ ਕੇ ਅਧਿਕਾਰ ਲੈ ਕੇ ਡੈਮੋਕ੍ਰੈਟਿਕ ਨਹੀਂ ਹੋ ਜਾਂਦੇ। ਡੈਮੋਕ੍ਰੇਟਾਈਜੇਸ਼ਨ ਹੈ ਜਿਹੜੀ ਇੰਸਟੀਟਿਊਸ਼ਨਸ ਦੀ, ਨੋਰਮਸ ਦੀ, ਜ਼ਿੰਦਗੀ ਦੇ ਹਰ ਪੱਖ ਦੀ, ਉਸ ਦੇ ਨਾਲ ਵੋਟ ਦਾ ਅਧਿਕਾਰ, ਇਹ ਸਾਰਾ ਕੁਝ ਮਿਲ ਕੇ ਇੱਕ ਡੈਮੋਕ੍ਰੇਸੀ ਬਣਦਾ ਹੈ। ਸਾਨੂੰ ਇਲੈਕਟੋਰਲ ਡੈਮੋਕ੍ਰੇਸੀ ਦੇ ਵਿੱਚ ਮੇਰਾ ਪੂਰਾ ਵਿਸ਼ਵਾਸ ਹੈ, ਜਿਸ ਤਰੀਕੇ ਨਾਲ ਇਹ ਡੈਮੋਕ੍ਰੇਸੀ ਦਾ ਇਹ ਅਧਿਕਾਰ ਮਿਲਿਆ ਹੋਇਆ, ਵੋਟ ਦਾ ਅਧਿਕਾਰ, ਇਸ ਦਾ ਲੱਖ ਵਾਰ ਸਵਾਗਤ ਹੈ। ਪਰ ਇੱਕ ਡੈਮੋਕ੍ਰੈਟਿਕ ਢਾਂਚੇ ਦੇ ਵਿੱਚ ਹੀ ਇਲੈਕਟੋਰਲ ਡੈਮੋਕ੍ਰੇਸੀ ਮਾਇਨੇ ਰੱਖਦੀ ਹੈ। ਅਦਰਵਾਈਜ਼ ਸਿਰਫ ਤੇ ਸਿਰਫ ਇਲੈਕਟੋਰਲ ਡੈਮੋਕ੍ਰੇਸੀ ਨਾਲ ਜੇ ਸਾਰਾ ਕੁਝ ਠੀਕ ਹੁੰਦਾ ਹੋਵੇ ਤਾਂ ਅਸੀਂ ਯਾਦ ਰੱਖੀਏ, ਹਿਟਲਰ ਨੇ ਜਦੋਂ ਇਲੈਕਸ਼ਨ ਜਿੱਤੀ ਸੀ ਤਾਂ ਬੜੀ ਫੇਅਰ ਐਂਡ ਫ੍ਰੀ ਇਲੈਕਸ਼ਨ ਸੀ ਤੇ ਉਸਨੂੰ ਡੈਮੋਕ੍ਰੈਟਿਕਲੀ ਬਹੁਤ ਵੋਟਾਂ ਮਿਲੀਆਂ ਸਨ। ਕੇਵਲ ਡੈਮੋਕ੍ਰੇਸੀ ਨਾਲ ਵਿਅਕਤੀ ਚੁਣਦੇ ਨਾ, ਇਹ ਡੈਮੋਕ੍ਰੇਸੀ ਨਹੀਂ ਹੈ। ਡੈਮੋਕ੍ਰੇਟਾਈਜੇਸ਼ਨ ਹੋਣੀ ਇੰਸਟੀਟਿਊਸ਼ਨਸ ਦੀ, ਉਹ ਨਾਲ ਜ਼ਰੂਰੀ ਹੈ। ਸਾਡੀਆਂ ਡੈਮੋਕ੍ਰੈਟਿਕ ਵੇਜ਼ ਨਾਲ ਖੁਦ ਚੱਲਦੀਆਂ ਨੇ। ਪੋਲੀਟੀਕਲ ਪਾਰਟੀਆਂ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਨਹੀਂ ਹੈ। ਪਾਰਟੀ ਦੇ ਪ੍ਰਧਾਨ ਕਿਸ ਤਰ੍ਹਾਂ ਚੁਣੇ ਜਾਣੇ ਹਨ, ਸਰਕਲ ਜਥੇਦਾਰ ਕਿਸ ਤਰ੍ਹਾਂ ਚੁਣੇ ਜਾਣੇ ਹਨ, ਇਹ ਸਭ ਤਾਂ ਅਨਡੈਮੋਕ੍ਰੈਟਿਕ ਰਹੇਗਾ। ਪਰੰਤੂ ਇੱਕ ਕੈਂਡੀਡੇਟ ਦੇ ਦਿੱਤਾ ਜਾਏਗਾ ਜਿਸ ਨੂੰ ਡੈਮੋਕ੍ਰੈਟਿਕਲੀ ਚੁਣਿਆ ਜਾਏਗਾ। ਦੇਖੋ ਜੀ, ਡੈਮੋਕ੍ਰੇਸੀ ਬੜੀ ਫਲਾਡ ਹੈ, ਪਰ ਇਸ ਫਲਾਡ ਡੈਮੋਕ੍ਰੇਸੀ ਦਾ ਵੀ ਸਵਾਗਤ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਹੀ ਹੱਲ ਵੀ ਹਨ। ਐਸਪੀ ਸਿੰਘ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਵਾਂ ਕਿ ਜਿਹੜੀ ਸਾਡੀ ਡੈਮੋਕ੍ਰੇਸੀ ਆ ਨਾ, ਇਹਦੇ ਵਿੱਚ 2-3 ਇੰਸਟੀਟਿਊਸ਼ਨਾਂ ਨੂੰ ਜੇ ਅਸੀਂ ਇੰਪਾਰਸ਼ਲ ਕਰ ਦਈਏ, ਇੱਕ ਤਾਂ CBI ਨੂੰ ਇੰਪਾਰਸ਼ਲ ਕਰ ਦਈਏ, ਇੱਕ ਜੁਡੀਸ਼ਰੀ ਦੇ ਉੱਤੇ ਪ੍ਰੈਸ਼ਰ ਨਾ ਪਾਈਏ, ਤੇ ਦੂਜਾ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਵੀ ਕੰਸੈਂਸਸ ਨਾਲ, ਸਾਰੇ ਰਾਸ਼ਟਰ ਦੀਆਂ ਪਾਰਟੀਆਂ ਦੇ ਕੰਸੈਂਸਸ ਨਾਲ ਇਮਾਨਦਾਰ ਕੁਸ਼ਲ ਬੰਦੇ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਬਣਨ। ਇਸੇ ਤਰ੍ਹਾਂ ਹੀ ਕੁਸ਼ਲ ਬੰਦੇ ਜਿਹੜੇ ਨੇ ਉਹ CBI ਨੂੰ ਲੀਡ ਕਰਨ, ਤਾਂ ਕਿ ਜਿਹੜੇ ਕਰਪਟ ਬੰਦੇ ਨੇ ਉਹਨਾਂ ਦੇ ਖਿਲਾਫ ਕੋਈ ਕੇਸ ਡਿਸਾਈਡ ਤਾਂ ਹੋ ਸਕੇ। SP ਸਿੰਘ ਜੀ, ਜਿਹੜੀ ਇਹ ਗੱਲ ਕਹਿ ਰਹੇ ਹੈ ਕਿ ਜਿਹੜੇ ਕਰਪਟ ਔਰ ਦੂਜੇ ਨਾ ਆਉਣ, ਪਰ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਬੰਦਿਆਂ ਦੇ ਉੱਤੇ ਕੇਸ ਦਰਜ ਹੁੰਦੇ ਹਨ, ਪਹਿਲੇ ਵੀ ਲੈ ਲਿਆ ਜਾਏ, ਭਾਵੇਂ ਇਤਨੇ ਵੱਡੇ ਕੇਸਿਸ ਹੋਣ ਜਿੰਨੇ ਪੋਲੀਟੀਸ਼ੀਅਨਸ ਦੇ ਉੱਤੇ, ਜਿਸ ਵੇਲੇ ਉਹ ਇਲੈਕਸ਼ਨ ਜਿੱਤ ਜਾਂਦੇ ਹਨ ਉਸ ਤੋਂ ਬਾਅਦ ਉਹ ਸਾਰਾ ਕੁਝ ਖਤਮ ਹੋ ਜਾਂਦਾ। ਇਹਦਾ ਮਤਲਬ ਹੈ ਕਿ ਇਲੈਕਸ਼ਨ ਜਿਹੜੀ ਹੈ ਵੋਟਿੰਗ ਪ੍ਰੋਸੈਸ ਦੇ ਵਿੱਚ ਜਿੱਤ ਹੀ ਮਾਇਨੇ ਰੱਖਦੀ ਹੈ, ਹੋਰ ਕੋਈ ਚੀਜ਼ ਮਤਲਬ ਨਹੀਂ ਰੱਖਦਾ।
ਇਸੇ ਨੂੰ ਸ਼ਾਇਦ ਇਕਬਾਲ ਨੇ ਜਿਹੜਾ ਕਲਮਬੱਧ ਕੀਤਾ ਸੀ, ਜਲਾਲੇ ਪਾਤਸ਼ਾਹੀ ਹੋ ਜਾਂ ਹੋ ਜਮਹੂਰੀਅਤ का तमाशा, जुदा हो दी सियासत से तो रह जाती है चंगेजी। सो ये ਜਿਹੜੀ ਗੱਲ ਹੈ ਕਿ ਇੱਥੇ ਡੈਮੋਕ੍ਰੇਸੀ ਕੀ ਅਸੀਂ ਉਸ ਲਾਇਕ ਵੀ ਹਾਂ? ਡੈਮੋਗੋਗੀ ਦੀ ਗੱਲ ਤਾਂ ਇੱਥੇ ਚੱਲਦੀ ਹੈ ਕਿ ਕਿਸੇ ਨੂੰ ਕਰਕੇ ਕਰਵਾ ਲੈਣਾ, ਪਰ ਇੰਸਟੀਟਿਊਸ਼ਨਸ ਦੀ ਤੁਸੀਂ ਗੱਲ ਕੀਤੀ ਸੀ, ਸਰਕਲ ਜਥੇਦਾਰਾਂ ਦਾ ਚੁਣੇ ਜਾਣਾ ਜਾਂ ਹੋਰਾਂ ਦਾ ਪਾਰਟੀ ਪ੍ਰੈਜ਼ੀਡੈਂਟ ਦਾ ਚੁਣੇ ਜਾਣਾ, ਉਹ ਤਾਂ ਇੱਕ ਪਾਸੇ ਹੈ। ਜਿਹੜੀ ਮੈਂ ਤੁਹਾਨੂੰ ਇੱਕ ਕਰ ਰਿਹਾ ਸੀ ਗੱਲ ਕਿ ਜਿਵੇਂ ਕਿਸੇ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਸੀ ਕਿ ਚੋਰ ਰਸ਼ੀਅਨ ਇਲੈਕਸ਼ਨ ਆਫਿਸ ਵਿੱਚ ਵੜ ਗਿਆ ਤੇ ਅਗਲੇ ਸਾਲ ਦਾ ਇਲੈਕਸ਼ਨ ਰਿਜ਼ਲਟ ਚੋਰੀ ਕਰਕੇ ਲੈ ਗਿਆ। ਹੁਣ ਡੈਮੋਕ੍ਰੇਸੀ ਦਾ ਮੁੱਢਲਾ ਸਿਧਾਂਤ ਹੈ ਕਿ ਜਿਹੜੇ ਐਮਐਲਏ ਚੁਣੇ ਜਾਣ, ਜਿਹੜੇ ਐਮਪੀ ਚੁਣੇ ਜਾਣ, ਉਹ ਲੀਡਰ ਆਫ ਦੀ ਹਾਊਸ ਚੁਣਨ। ਇਹ ਕਾਨਸਟੀਟਿਊਸ਼ਨ ਦੀ ਸਪਿਰਿਟ ਸੀ। ਪਰ ਹੁਣ ਜੇ ਪਹਿਲਾਂ ਅਨਾਉਂਸ ਕਰ ਦਿੱਤਾ ਜਾਂਦਾ ਹੈ ਪ੍ਰਾਈਮ ਮਿਨਿਸਟਰ ਫਲਾਣਾ ਹੋਏਗਾ, ਚੀਫ ਮਿਨਿਸਟਰ ਫਲਾਣਾ ਹੋਏਗਾ, ਸੋ ਕੀ ਇਹ ਉਸ ਦੇ ਨਾਲ ਮਜ਼ਾਕ ਨਹੀਂ? ਕੀ ਇਹ ਨੰਬਰ 1? ਦੂਸਰੀ ਜਿਹੜੀ ਚੀਜ਼ ਮੈਂ ਕਹਿਣੀ ਚਾਹੁੰਦਾ ਸੀ ਤੁਹਾਨੂੰ ਇਸ ਚੀਜ਼ ਦੇ ਉੱਤੇ ਕਿ ਕੀ ਹੁਣ ਇਹ ਮੰਨ ਲਿਆ ਜਾਏ ਕਿ ਇਸ ਹਾਰ ਤੋਂ ਬਾਅਦ ਅਕਾਲੀ ਦਲ ਉਸ ਮਕਸਦ ਲਈ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣਿਆ ਸੀ, ਉਹਨਾਂ ਪੰਥਕ ਮੁੱਦਿਆਂ ਬਾਰੇ ਗਹਿਰ ਗੰਭੀਰਤਾ ਨਾਲ ਵਿਚਾਰ ਕਰੇਗਾ? ਤੇ ਦੂਸਰੇ ਪਾਸੇ ਕੀ ਅਸੀਂ ਮੰਨ ਲਈਏ ਕਿ ਕਾਂਗਰਸ ਜਿਹੜੀ ਹੈ, ਜਿਵੇਂ ਸਿੱਖਾਂ ਦੇ ਨਾਲ ਜੋ ਧੱਕਾ ਹੋਇਆ, ਜਿਹੜੇ ਜ਼ੁਲਮ ਹੋਏ, ਹੋਰ ਤਾਂ ਹੋਰ ਜਿਹੜੇ ਇੱਕ ਨਵਾਂ ਧੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ 130ਵੀਂ ਅਮੈਂਡਮੈਂਟ ਲਿਆ ਕੇ ਮਿਨੋਰਿਟੀਜ਼ ਨੂੰ ਸਟੇਟ ਬੇਸ ਕਰ ਦਿੱਤਾ ਜਾਏ, ਜਿਹੜੀ ਕਿ ਨੈਸ਼ਨਲ ਮਿਨੋਰਿਟੀ ਨੂੰ ਖਤਮ ਕਰ ਦਿੱਤਾ ਜਾਏ ਤਾਂ ਕਿ ਇਹਨਾਂ ਨੂੰ ਮਿਨੋਰਿਟੀ ਵੀ ਨਾ ਮੰਨਿਆ ਜਾਏ। ਇਹ ਜਿਹੜੇ ਅਜੇ ਤੇ ਵੱਡੇ ਖਤਰੇ ਆਉਣ ਵਾਲੇ ਹਨ, ਕੱਲ ਨੂੰ ਇਹ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਸਿਟੀ ਲੈਵਲ ਦੇ ਉੱਤੇ, ਕਾਰਪੋਰੇਸ਼ਨ ਲੈਵਲ ਤੇ ਵੀ ਕਰ ਸਕਦੇ ਹਨ। ਕਿ ਕੀ ਕਾਂਗਰਸ ਹੁਣ ਆਪਣਾ ਵਤੀਰਾ ਚੇਂਜ ਕਰੇਗੀ? ਕੋਈ ਸਾਨੂੰ ਆਸ ਹੈ ਜਾਂ ਫਿਰ ਮੁੜ ਕਿਸੇ ਵੱਡੀ ਐਜੀਟੇਸ਼ਨ ਵੱਲ ਸਾਨੂੰ ਜਾਣਾ ਪਏਗਾ? मैं दोनों से ही छोटी जी संकेत गल करनी चाहूंगा। औजला साहब ने कहा कि फलां इंस्टीट्यूशन ठीक कर दिते जान, सीबीआई ਦੇ ਉੱਤੇ ਪ੍ਰੈਸ਼ਰ ਨਾ ਹੋਵੇ, ਜੁਡੀਸ਼ਰੀ ਸਾਡੀ ਇੰਪਾਰਸ਼ੀਅਲ ਹੋ ਜਾਵੇ। ਅਤੇ ਇੱਕ ਗੱਲ ਇਹਨਾਂ ਨੇ ਹੋਰ ਕਹੀ, ਸ਼ਾਇਦ ਜੁਡੀਸ਼ਰੀ, ਸੀਬੀਆਈ ਔਰ सिलेक्शन कमीशन ये तीन चीज़ें जो इंपार्शियल हो जाए तो ठीक चल जाएगा। यू नो, लेट अस नॉट बी पॉलिटिकल इनोसेंट। ये ऐसी जो मान लीजिए कि जुडिशरी, सीबीआई ਅਤੇ इलेक्शन कमीशन पॉलिटिकल एंटिटीज नहीं ਹਨ ਤਾਂ ਇਹ ਸਾਡੀ ਮਾਸੂਮੀਅਤ ਹੋਵੇਗੀ। ਅਸੀਂ ਰਾਜਨੀਤਿਕ ਮਾਸੂਮ ਨਾ ਬਣੀਏ। ਅਤੇ ਇਸ ਗੱਲ ਦੇ ਉੱਤੇ ਜਿਸ ਤਰ੍ਹਾਂ ਬਿਲਕੁਲ ਯੂਐਸ ਬੜੀ ਕਲੀਅਰ ਹੈ ਕਿ ਜੱਜ ਲਿਬਰਲ ਹੁੰਦੇ ਹਨ, ਕੰਜ਼ਰਵੇਟਿਵ ਹੁੰਦੇ ਹਨ, ਇੱਕ ਸਾਈਡ ਤੇ ਲੀਨ ਨਹੀਂ ਕਰਦੇ ਹਨ, ਕਿਉਂਕਿ ਜੱਜ ਹਿਊਮਨ ਬੀਇੰਗਸ ਹੁੰਦੇ ਹਨ। ਇਸ ਚੀਜ਼ ਤੋਂ ਇਨਕਾਰੀ ਨਾ ਹੋਈਏ। ਅਤੇ ਢਾਂਚੇ ਦੇ ਵਿੱਚ ਆਈਲੈਂਡ ਨਹੀਂ ਹੁੰਦੇ, ਟਾਪੂਆਂ ਦੇ ਉੱਤੇ ਰਾਜਨੀਤੀ ਨਹੀਂ ਹੋ ਰਹੀ। ਸੀਬੀਆਈ ਕਿਸੇ ਅਲੱਗ ਟਾਪੂ ਤੇ ਨਹੀਂ ਬੈਠੀ, ਜੁਡੀਸ਼ਰੀ ਕਿਸੇ ਅਲੱਗ ਟਾਪੂ ਤੇ ਨਹੀਂ ਬੈਠੀ। ਨੀਡ ਲਿਬਰਲ ਇਕਨੋਮਿਕਸ ਦੇ ਵਿੱਚ ਸਾਰੇ ਹੀ ਗਲਤਾਨ ਜਦੋਂ ਹੋਣਗੇ ਤਾਂ ਸਾਰੇ ਇੰਸਟੀਟਿਊਸ਼ਨ ਇੱਕੋ ਹੀ ਤਰੀਕੇ ਨਾਲ ਅਫੈਕਟ ਹੋਣਗੇ ਅਤੇ ਸਾਨੂੰ ਇੰਸਟੀਟਿਊਸ਼ਨਲੀ ਠੀਕ ਹੋਣਾ ਪਏਗਾ। ਮੈਂ ਤੁਹਾਡੀ ਲਾਸਟ ਗੱਲ ਕਰਨਾ, ਤੁਸੀਂ ਕਿਹਾ ਕਿ ਜਿਸ ਤਰੀਕੇ ਨਾਲ ਮਾਈਨੋਰਿਟੀਜ਼ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਬਹੁਤ ਹੀ ਅਫਸੋਸ ਦੀ ਗੱਲ ਹੈ। ਇੱਕ ਤਾਂ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕੁਝ ਕੋਡ ਵਰਡ ਚੱਲਦੇ ਹਨ। ਦੇਖੋ, ਮਾਈਨੋਰਿਟੀ ਪੋਲਿਟਿਕਸ ਦੀ ਗੱਲ ਹਿੰਦੁਸਤਾਨ ਵਿੱਚ ਚੱਲਦੀ ਹੈ, ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਤੁਸੀਂ ਇਸੇ ਕੌਮ ਨੂੰ ਬਿਲੋਂਗ ਕਰਦੇ ਹੋ, ਇਸ ਕਰਕੇ ਸਾਡੇ ਦਿਮਾਗ ਦੇ ਵਿੱਚ ਤਾਂ ਇਹ ਗੱਲ ਆ ਜਾਂਦੀ ਹੈ ਕਿ ਸਾਡੀ ਵੀ ਸ਼ਾਇਦ ਗੱਲ ਹੋ ਰਹੀ ਹੈ। ਲਾਰਜਰ ਅਕ੍ਰੋਸ ਇੰਡੀਆ ਪੈਨ ਇੰਡੀਅਨ ਜਿਹੜਾ ਵਿਊ ਹੈ, ਮਾਈਨੋਰਿਟੀ ਦਾ ਮਤਲਬ ਕੇਵਲ ਤੇ ਕੇਵਲ ਮੁਸਲਿਮ ਹੁੰਦਾ ਹੈ। ਇਸ ਦੇਸ਼ ਦੇ ਵਿੱਚ ਜੇ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਬਣਿਆ ਹੈ ਤਾਂ ਉਸਨੇ ਆਪਣੇ ਆਪ ਨੂੰ ਬਿਨਾਂ ਮਤਲਬ ਤੇ ਬਿਨਾਂ ਕਿਸੇ ਦੇ ਪ੍ਰੈਸ਼ਰ ਤੋਂ ਕਿਹਾ ਆਪਣੇ ਆਪ ਨੂੰ ਨੈਸ਼ਨਲ ਕਮਿਸ਼ਨ ਫॉर ਰਿਲੀਜੀਅਸ ਮਾਈਨੋਰਿਟੀਜ਼ ਬਣਾ ਕੇ ਰੱਖ ਲਿਆ ਹੈ। ਉਹ ਨੈਸ਼ਨਲ ਕਮਿਸ਼ਨ ਫॉर ਰਿਲੀਜੀਅਸ ਮਾਈਨੋਰਿਟੀਜ਼ ਨੇ ਵੀ ਕੇਵਲ ਤੇ ਕੇਵਲ ਇੱਕ ਐਗਜ਼ੈਕਟਿਵ ਨੋਟੀਫਿਕੇਸ਼ਨ ਦੁਆਰਾ 5 ਮਾਈਨੋਰਿਟੀਜ਼ ਡਿਫਾਈਨ ਕੀਤੀਆਂ ਹੋਈਆਂ ਨੇ, ਜਿਸ ਨੂੰ ਹਿੰਦੁਸਤਾਨ ਦੀ ਸਰਕਾਰ ਅੱਜ ਤੱਕ ਮੰਨ ਰਹੀ ਸੀ। ਨੈਸ਼ਨਲ ਕਮਿਸ਼ਨ ਦੇ ਆਪਣੇ ਇਨਸੀਨੀਅਰ ਦੇ ਵਿੱਚ ਵੀ ਉਹਨਾਂ 5 ਮਾਈਨੋਰਿਟੀਜ਼ ਦੇ ਨਿਸ਼ਾਨ ਨੇ, ਜਿਨ੍ਹਾਂ ਦੇ ਵਿੱਚ ਨਿਸ਼ਾਨ ਹੈ, ਕੁਦਰਤ ਦਾ ਨਿਸ਼ਾਨ ਹੈ। ਹੁਣ ਜਿਹੜੀ ਇਹ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਬੜੀ ਤੋੜ ਦਰਵਾਜ਼ੇ ਦੇ ਥਰੂ ਇਹ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮਾਈਨੋਰਿਟੀਜ਼ ਨੂੰ ਸਟੇਟ ਲੈਵਲ ਦੇ ਉੱਤੇ ਡਿਫਾਈਨ ਕਰ ਦਿੱਤਾ ਜਾਵੇ। ਪਰ ਦੇਖੋ, ਇਸ ਪੁਸ਼ਟੀ ਕਰਾਉਣ ਵਾਲੀ ਕੋਸ਼ਿਸ਼ ਹੁੰਦੀ ਹੈ। ਸਭ ਤੋਂ ਪਹਿਲਾਂ ਕਰਨਾਟਕਾ ਗਵਰਨਮੈਂਟ ਨੇ ਉੱਥੋਂ ਦੇ ਸਿੱਖਾਂ ਨੂੰ ਮਾਈਨੋਰਿਟੀ ਕਰਾਰ ਦੇ ਦਿੱਤਾ ਤੇ ਉੱਥੋਂ ਦੇ ਸਿੱਖ ਇਸ ਨੂੰ ਸੈਲੀਬ੍ਰੇਟ ਕਰ ਰਹੇ ਸਨ ਕਿ ਸਾਨੂੰ ਹੁਣ ਮਾਈਨੋਰਿਟੀ ਦਾ ਦਰਜਾ ਮਿਲ ਗਿਆ ਜੀ। ਇਹ ਭੁੱਲਦਾ ਹੋਇਆ ਕਿ ਇਹ ਦਰਜਾ ਕਿਸ ਤੋਂ ਖੋਹ ਲਿਆ ਗਿਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹੀ ਮੈਂ ਕਹਿ ਰਿਹਾ। ਯਾਦ ਰੱਖੀਏ, ਮਾਈਨੋਰਿਟੀ ਦਾ ਕੰਸੈਪਟ ਕਦੀ ਅਤੇ ਕਦੀ ਵੀ ਨੰਬਰ ਦੇ ਨਾਲ ਨਹੀਂ ਜੁੜਿਆ ਹੋਇਆ ਕਿ ਕੌਣ ਕਿੰਨੇ ਵਿਅਕਤੀ ਕਿਸ ਦੇਸ਼ ਦੇ ਵਿੱਚ ਰਹਿੰਦੇ ਨੇ, ਇਸ ਨਾਲ ਕੋਈ ਮਿਨੋਰਿਟੀ ਨਹੀਂ ਜੁੜਿਆ। ਜੇ ਇਸ ਕਿਸਮ ਨਾਲ ਮਿਨੋਰਿਟੀ ਦੇ ਕੰਸੈਪਟ ਡਿਫਾਈਨਡ ਹੁੰਦੇ ਤਾਂ ਕੋਈ ਅਜਿਹਾ ਦਿਨ ਨਹੀਂ ਸੀ ਹਿੰਦੁਸਤਾਨ ਦੇ ਵਿੱਚ 1947 ਤੋਂ ਪਹਿਲਾਂ ਜਿਸ ਦਿਨ ਦੇਸ਼ ਦੇ ਵਿੱਚ 1 ਤੋਂ ਜ਼ਿਆਦਾ ਬ੍ਰਿਟਿਸ਼ਰ ਹੋਣ।
15 ਅਗਸਤ 1947 ਤੱਕ ਦੇਸ਼ ਨੇ 1 ਲੱਖ ਤੋਂ ਘੱਟ ਬ੍ਰਿਟਿਸ਼ਰ ਦੇਖੇ ਨੇ। ਬਿਲਕੁਲ ਕੋਈ ਬ੍ਰਾਹਮਣ ਹਿੰਦੁਸਤਾਨ ਦੇ ਵਿੱਚ ਕਰਕੇ ਕੰਬਦਾ ਨਹੀਂ ਹੁੰਦਾ ਕਿ ਉਸਦੀ ਜ਼ਿੰਦਗੀ ਨੂੰ ਕੋਈ ਖਤਰਾ ਹੈ, ਕਿਉਂਕਿ ਬ੍ਰਾਹਮਣਾਈਜੇਸ਼ਨ ਦਾ ਇਸ ਤਰੀਕੇ ਨਾਲ ਉਸਦੀ ਐਂਟਰਟੇਨਮੈਂਟ ਹੋ ਚੁੱਕੀ ਹੈ। ਮਾਈਨੋਰਿਟੀ ਦਾ ਕਨਸੈਪਟ ਜੁੜਿਆ ਹੈ ਪਾਵਰ ਲੀਡਰ। ਬਿਲਕੁਲ, ਇਹਦੇ ਤੇ ਅਸੀਂ ਤੁਹਾਡੇ ਨਾਲ ਪੂਰੇ ਸਹਿਮਤ ਹਾਂ। ਮੈਂ ਇਹੀ ਗੱਲ ਕਹਿ ਰਿਹਾ ਸੀ, ਪਰ ਇਹ ਸਾਰੇ ਮੁੱਦਿਆਂ ਨੂੰ ਜਿਹੜਾ ਰੋਡ ਰੋਲ ਕੀਤਾ ਜਾ ਰਿਹਾ ਹੈ, ਜਿਹੜਾ ਆਊਟਰੀਚ ਕੀਤਾ ਜਾ ਰਿਹਾ ਹੈ ਕਿ ਇਹ ਕਾਂਗਰਸ ਔਰ ਬੀਜੇਪੀ ਦੋਨੋਂ ਮਿਲ ਕੇ ਕਰ ਰਹੇ ਹੈ, ਤੇ ਸਾਡੀ ਜਿਹੜੀ ਕੌਮੀ ਲੀਡਰਸ਼ਿਪ ਹੈ ਚੁੱਪ ਹੈ, ਦੋਨਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਹੈ। ਦੇਖੋ, ਇੱਕ ਵੱਡੇ ਲੈਵਲ ਦੇ ਉੱਤੇ ਕਾਂਗਰਸ ਤੇ ਬੀਜੇਪੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਧਾਰਕ ਸਿਮਿਲੈਰਿਟੀਜ਼ ਵੀ ਨੇ। ਤੁਸੀਂ ਧਿਆਨ ਦਿਓ, ਜਸਟ ਗੁਜਰਾਤ ਦੇ ਵਿੱਚ ਇਸ ਵਾਰੀ ਜਦੋਂ ਸੋਨੀਆ ਗਾਂਧੀ ਗਏ ਨੇ, ਰਾਹੁਲ ਗਾਂਧੀ ਗਏ ਨੇ, ਕਾਂਗਰਸ ਦੇ ਸਾਰੇ ਨੇਤਾ ਗਏ ਨੇ, ਕਿਸੇ ਨੇ ਗੁਜਰਾਤ ਦੇ ਵਿੱਚ ਜਾ ਕੇ ਗੁਜਰਾਤ ਰਾਈਟ ਨੂੰ ਰੈਫਰ ਤੱਕ ਨਹੀਂ ਕੀਤਾ, ਮੁਸਲਿਮ ਦੀ ਕਿਲਿੰਗ ਨੂੰ ਰੈਫਰ ਤੱਕ ਨਹੀਂ ਕੀਤਾ, ਅਤੇ ਸਾਰਾ ਡਿਬੇਟ ਇਸ ਤਰ੍ਹਾਂ ਹੁੰਦਾ ਰਿਹਾ ਕਿ ਕੀ ਨਰਿੰਦਰ ਮੋਦੀ ਦੇ ਰਾਜ ਵਿੱਚ ਡਿਵੈਲਪਮੈਂਟ ਹੋਈ ਹੈ ਜਾਂ ਨਹੀਂ ਹੋਈ, ਨਰਿੰਦਰ ਮੋਦੀ ਡਿਵੈਲਪਮੈਂਟ ਦਾ ਸਰਤਾਜ ਹੈ ਜਾਂ ਨਹੀਂ। ਉਸ ਕੋ ਤੇ ਹਿੰਦੂ ਹਿਰਦੇ ਸਮਰਾਟ ਦੇ ਨਾਮ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਕਿ ਜੇ ਕਾਂਗਰਸ ਮਨਮੋਹਨ ਸਿੰਘ ਨੂੰ ਸਿੱਖ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਬਾਹਰ ਪਰ ਫਲੌਪ ਕਰ ਰਹੀ ਹੈ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਕੰਡਕਟ ਕੀਤਾ ਹੈ, ਸੋਨੀਆ ਗਾਂਧੀ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਕੰਡਕਟ ਕਰ ਰਹੇ ਸਨ, ਮੈਂ ਇਹ ਮੰਨਦਾ ਕਿ ਸ਼ਾਇਦ ਉਹ 1984 ਦੇ ਚੇਂਜ ਤੋਂ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਬੀਜੇਪੀ ਤਾਂ ਮੋਦੀ ਨੂੰ ਲੈ ਕੇ 2002 ਦੇ ਸਟੇਟ ਨੂੰ ਫਲੌਪ ਕਰਕੇ ਹਿੰਦੂ ਵੋਟ ਦੀ ਕੰਸੋਲੀਡੇਸ਼ਨ ਦਾ ਕੰਮ ਕਰ ਰਹੀ ਹੈ। ਪਰ ਜਿਸ ਵੇਲੇ ਲਾਰਜਰ ਹਿੰਦੂਤਵਾ ਦੀ ਗੱਲ ਆਉਂਦੀ ਹੈ ਤਾਂ ਜੇ ਬੀਜੇਪੀ ਹਾਰਡ ਲਾਈਨ ਹਿੰਦੂਤਵਾ ਦੀ ਪਾਰਟੀ ਹੈ ਤਾਂ ਕਾਂਗਰਸ ਬਹੁਤ ਜਗ੍ਹਾ ਦੇ ਉੱਤੇ ਸੌਫਟ ਲਾਈਨ ਹਿੰਦੂਤਵਾ ਦੀ ਪਾਰਟੀ ਹੈ। ਯਾਦ ਰੱਖੀਏ ਕਿ ਗੁਜਰਾਤ ਦੇ ਵਿੱਚ ਕਾਂਗਰਸ ਦਾ ਇੱਕ ਉਹ ਵਿਅਕਤੀ ਹੈ ਜਿਹੜਾ ਆਰਐਸਐਸ ਦਾ ਇੱਕ ਵੱਡਾ ਚਿਹਰਾ ਰਿਹਾ ਹੈ, ਸ਼ੰਕਰ ਸਿੰਘ ਵਕੇਲਾ। ਉਹਦੀ ਬਖਸ਼ੇ ਸਦਕਾ ਅੱਜ ਉਹ ਹਾਰ ਗਿਆ, ਪਰੰਤੂ ਕਾਂਗਰਸ ਨੇ ਹਾਰ ਵਿੱਚੋਂ ਕੋਈ ਸਬਕ ਸਿੱਖਿਆ ਹੋਵੇਗਾ, ਇਸ ਗੱਲ ਦੀ ਮੈਨੂੰ ਕੋਈ ਆਸ ਨਹੀਂ ਹੈ। ਤੇ ਬਲਕਿ ਜਿਹੜੇ ਈਵਨ ਨਰਿੰਦਰ ਮੋਦੀ ਨੂੰ ਲੁਧਿਆਣੇ ਦੇ ਵਿੱਚ ਲਿਆ ਕੇ ਉਹ ਕਿਹੜੇ ਵੋਟਰ ਹੈ, ਕਿਹੜਾ ਸੈਗਮੈਂਟ ਹੈ ਜਿਹਨੂੰ ਐਡਰੈਸ ਕਰਕੇ ਉਹ ਕੀ ਮੈਸੇਜ ਦੇਣਾ ਚਾਹ ਰਹੇ ਸੀਗੇ, ਔਰ ਅਕਾਲੀ ਦਲ ਦੇ ਆਪਣੇ ਆਪ ਦੇ ਵਿੱਚ ਖਾਸ ਕੋਈ ਨਹੀਂ ਰੈਲੀ ਹੈ। ਐਨਡੀਏ ਦਾ ਇਤਨੀ ਵੱਡੀ ਰੈਲੀ ਇੱਕ ਇਹੋ ਜਿਹੀ ਜਗ੍ਹਾ ਦੇ ਉੱਤੇ ਹੋ ਰਹੀ ਸੀ ਕਿ ਨਾ ਤਾਂ ਕੋਈ ਅਕਾਲੀ ਕੈਂਡੀਡੇਟ ਸੀ, ਨਾ ਬੀਜੇਪੀ ਦਾ ਕੈਂਡੀਡੇਟ, ਦੋ ਕਾਂਗਰਸ ਦੇ ਕੈਂਡੀਡੇਟ ਉੱਤੋਂ ਲੜ ਰਹੇ ਸਨ। ਇੱਕ ਸੱਜਣ 40 ਸਾਲ ਕਾਂਗਰਸ ਦੀ ਪੋਲਿਟਿਕਸ ਕਰਨ ਤੋਂ ਬਾਅਦ ਕੋਈ ਇੱਕ ਦਿਨ ਅਕਾਲੀ ਬਣ ਗਿਆ ਅਚਾਨਕ, ਉਹ ਲੜ ਰਹੇ ਸਨ। ਦੂਸਰੇ ਪਾਸੇ ਕਾਂਗਰਸ ਦੀ ਪੋਲਿਟਿਕਸ ਦਿੱਲੀ ਵਿੱਚ ਕਰਨ ਵਾਲਾ ਵਿਅਕਤੀ ਬਾਹਰੋਂ ਆ ਕੇ ਲੜ ਰਿਹਾ ਸੀ। ਆਊਟਸਾਈਡਰ ਕਾਂਗਰਸਮੈਨ ਤੇ ਇਨਸਾਈਡਰ ਕਾਂਗਰਸਮੈਨ ਟਰਨਡ ਅਕਾਲੀ ਆਪਸ ਵਿੱਚ ਲੜ ਰਹੇ ਸਨ। ਇੱਕ ਮਨਮੋਹਨ ਸਿੰਘ ਦੇ ਚਿਹਰੇ ਨੂੰ ਵੇਚ ਰਿਹਾ ਸੀ ਤੇ ਇੱਕ ਜਿਹੜਾ ਆਪਣਾ ਨਵਾਂ ਅਕਾਲੀ ਧਰਮ ਬਦਲਿਆ ਉਸ ਧਰਮ ਪਰਿਵਰਤਨ ਨੂੰ ਵੇਚ ਰਿਹਾ ਸੀ, ਉਹ ਨਹੀਂ ਵਿਕਿਆ ਤੇ ਮਨਮੋਹਨ ਸਿੰਘ ਜੀ ਦਾ ਚਿਹਰਾ ਉੱਥੇ ਵਿਕਿਆ ਹੈ। ਇਸ ਕਰਕੇ ਮਨੀਸ਼ ਤਿਵਾਰੀ ਨੇ ਉੱਥੋਂ ਜਿੱਤ ਹਾਸਲ ਕੀਤੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਮਨੀਸ਼ ਤਿਵਾਰੀ ਇੱਕ ਅਜਿਹੇ ਇਨਸਾਨ ਦੇ ਬੇਟੇ ਨੇ ਜਿਸ ਦਾ ਪੰਜਾਬੀ ਬੋਲੀ ਦੇ ਪ੍ਰਤੀ ਕੋਈ ਯੋਗਦਾਨ ਹੈ। ਬੀਐਨ ਤਿਵਾਰੀ ਬੜੇ ਵੱਡੇ ਸਕੋਲਰ ਸਨ, ਪਰ ਮਨੀਸ਼ ਤਿਵਾਰੀ ਤੇ ਨੂੰ ਟਿਕਟ ਦੇਣਾ ਕਾਂਗਰਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਟਿਕਟਾਂ ਵੀ ਬੜੀਆਂ ਪ੍ਰੋਬਲਮੈਟਿਕ ਰਹੀਆਂ। ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਹੈ ਡੈਮੋਕ੍ਰੇਟਾਈਜੇਸ਼ਨ ਦੀ, ਤੁਸੀਂ ਪੁੱਛ ਰਹੇ ਕਿ ਤਰੀਕੇ ਨਾਲ ਜਿਹੜੇ ਕੈਂਡੀਡੇਟ ਸਿਲੈਕਟ ਹੁੰਦੇ ਨੇ ਦੇ ਦਿੱਤੇ ਜਾਂਦੇ ਨੇ। ਅਸੀਂ ਦੇਖੀਏ ਕਿ ਜੇ ਰਾਹੁਲ ਗਾਂਧੀ ਨੇ ਕੋਈ ਐਕਸਪੈਰੀਮੈਂਟ ਪੰਜਾਬ ਵਿੱਚ ਕਰਨਾ ਸੀ, ਉਹਨਾਂ ਨੂੰ ਇਹ ਜਮ ਮੁਬਾਰਕ ਕਿ ਉਹ ਤੇ ਵੀ ਜੇ ਮਨੋ ਸਿੰਸੈਰਿਟੀ ਨਾਲ ਅਜਿਹਾ ਕੋਈ ਐਕਸਪੈਰੀਮੈਂਟ ਕਰਨਾ ਚਾਹੁੰਦੇ ਨੇ ਤਾਂ ਜਮ ਕਰਨ। ਮੈਂ ਸਰਦਾਰ ਬੇਅੰਤ ਸਿੰਘ ਦੇ ਪੋਤੇ ਦੇ ਪ੍ਰਤੀ ਕੋਈ ਭੇਦਭਾਵ ਇਸ ਕਰਕੇ ਨਹੀਂ ਰੱਖਦਾ ਕਿ ਉਹਨਾਂ ਦੇ ਉੱਤੇ ਕੋਈ ਆਪਣੀ ਗ੍ਰੈਂਡ ਪੈਰੇਂਟੇਜ ਦਾ ਬੈਗੇਜ ਹੋਵੇ ਅਤੇ ਕਿਉਂ ਬੇਅੰਤ ਸਿੰਘ ਦੇ ਪੋਤੇ ਨੂੰ ਕਿਉਂ ਟਿਕਟ ਦੇ ਦਿੱਤੀ। ਪਰ ਜੇ ਬੇਅੰਤ ਸਿੰਘ ਦੇ ਪੋਤੇ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਬਾਰੇ ਸੋਚਿਆ ਜਾ ਰਿਹਾ ਹੈ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਉਹਨਾਂ ਨੇ ਆਪਣੇ ਦਾਦੇ ਦੀ ਲਿਗੇਸੀ ਦੇ ਨਾਲ ਇੰਗੇਜ ਕੀਤਾ, ਉਸ ਲਿਗੇਸੀ ਨਾਲ ਇੰਗੇਜ ਕਰਕੇ ਉਹਨਾਂ ਦੇ ਮਨ ਵਿੱਚ ਐਸਾ ਮੰਥਨ ਰਿਹਾ, ਉਸ ਮੰਥਨ ਤੋਂ ਉਹਨਾਂ ਨੇ ਕੀ ਨਤੀਜਾ ਕੱਢਿਆ। ਅਸੀਂ ਕਿਸ ਤਰੀਕੇ ਨਾਲ ਜਾਣੀਏ ਕਿ ਉਹ ਵਿਅਕਤੀ ਹੈ, ਉਹ ਵਿਅਕਤੀ ਅੱਜ ਵੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਬੇਅੰਤ ਸਿੰਘ ਦੀ ਮੌਤ ਨੂੰ ਸ਼ਹਾਦਤ ਦੇ ਨਾਮ ਤੇ ਦੇਖਿਆ ਹੈ ਅਤੇ ਉਸ ਨੂੰ ਬੜਾ ਵੱਡਾ ਪੰਜਾਬ ਦਾ ਕੋਈ ਜਿਸ ਤਰ੍ਹਾਂ ਪੂਰਮਾ ਹੁੰਦਾ ਉਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੋ ਐਸਪੀ ਜੀ ਜਿਸ ਤਰੀਕੇ ਨਾਲ ਹਾਂਜੀ ਪਰ ਇਹ ਸਵਾਲੀਆ ਮਤਲਬ ਪ੍ਰਕਾਸ਼ ਸਿੰਘ ਬਾਦਲ ਨਹੀਂ ਖੜੇ ਕਰਨਗੇ। ਜੀ ਮੈਂ ਇਹੀ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਬੀਜੇਪੀ ਹਾਂਜੀ ਐਸਪੀ ਜੀ ਜਿਸ ਤਰ੍ਹਾਂ ਬੀਜੇਪੀ ਦਾ ਅੱਗੇ ਪਹਿਲੇ ਹਿਡਨ ਏਜੰਡਾ ਹੁੰਦਾ ਸੀ, ਸੋ ਇਹ ਕਹਿ ਲਿਆ ਜਾਏ ਕਿ ਹੁਣ ਕਾਂਗਰਸ ਦਾ ਓਪਨ ਏਜੰਡਾ ਹੈ ਕਿ ਅਕਾਲੀ ਹੁਣ ਇਸ ਦੇ ਸਮਰੱਥ ਨਹੀਂ ਰਹੇ ਕਿ ਇਹ ਕਿਸੇ ਇਸ਼ੂ ਬੇਸ ਦੇ ਉੱਤੇ ਕੋਈ ਗੱਲ ਕਰ ਸਕਣ। ਤੇ ਜਿਵੇਂ ਔਜਲਾ ਸਾਹਿਬ ਨੇ ਸ਼ੁਰੂ ਕੀਤੀ ਸੀ ਗੱਲ ਕਿ ਇਹ ਨਿੱਜੀ ਬੇਸ ਦੇ ਉੱਤੇ ਆਪਣੀ ਪਰਸਨੈਲਿਟੀ ਕਲਟ ਦੇ ਉੱਤੇ ਹੀ ਇਹ ਸਾਰਾ ਕੁਝ ਹੋਇਆ ਹੈ। ਸੋ ਇਸ ਤੋਂ ਕੀ ਸਮਝਿਆ ਜਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ ਸਿੱਖ ਪੋਲਿਟਿਕਸ ਲਈ ਇਹ ਹੋਰ ਗੰਭੀਰ ਔਰ ਖਤਰਨਾਕ ਹੈ ਜੇਕਰ ਸਿੱਖ ਲੀਡਰਸ਼ਿਪ GOGVC ਅਗਰ ਹੋਰ ਕਮਜ਼ੋਰ ਹੋਈ, ਭਾਵੇਂ ਇੰਸਟੀਟਿਊਸ਼ਨਸ ਇਹਨਾਂ ਦੀ ਆਪਣੀ ਕਾਰਗੁਜ਼ਾਰੀ ਕਰਕੇ ਕਮਜ਼ੋਰ ਹੋਈਆਂ, ਪਰ ਕੀ ਇਹਨਾਂ ਦੇ ਰਿਵਾਈਵਲ ਦਾ ਕੋਈ ਚਾਂਸ ਹੈ ਕਿ ਇਸ ਤੋਂ ਕੋਈ ਸਬਕ ਸਿੱਖ ਕੇ ਕੋਈ ਸਾਰਥਕ ਤੌਰ ਦੇ ਉੱਤੇ ਕੋਈ ਸਟੈਪ ਲੈਣਗੇ ਤਾਂ ਕਿ ਇਹ ਇੰਸਟੀਟਿਊਸ਼ਨਸ
ਜਥੇਦਾਰ ਦੀ ਇੰਸਟੀਟਿਊਸ਼ਨ, ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨ, ਸ਼੍ਰੋਮਣੀ ਕਮੇਟੀ ਦੀ ਇੰਸਟੀਟਿਊਸ਼ਨ, ਘੱਟੋ ਘੱਟ ਉਹਨਾਂ ਦੇ ਉੱਤੇ ਉਹ ਪੰਥ ਦੀਆਂ ਇੰਸਟੀਟਿਊਸ਼ਨਸ ਹੋਣ, ਨਾ ਕਿ ਇੱਕ ਅਕਾਲੀ ਦਲ ਜਿਹੜਾ ਕਿ ਖੁਦ ਉਹਨਾਂ ਨੇ ਸੈਕੂਲਰ ਔਰ ਗੈਰ ਧਾਰਮਿਕ ਜਥੇਬੰਦੀ ਹੈ ਉਹਦੀ ਇੱਕ ਸਬ ਸਰਵੀਐਂਟ ਸਬ ਕਮੇਟੀ ਦੇ ਤੌਰ ਤੇ ਕੰਮ ਕਰੇ। ਆਸ ਹੈ ਕੋਈ ਐਸੀ ਤਬਦੀਲੀ ਆਏਗੀ ਤੇ ਆਉਣ ਵਾਲੇ ਵੱਡੇ ਖਤਰੇ ਨੂੰ ਕੋਈ ਸਿੱਖ ਮਾਨਸਿਕਤਾ ਸਮਝ ਸਕੇਗੀ। ਇਹਦੇ ਤੇ ਮੈਂ ਪਹਿਲੇ ਔਜਲਾ ਸਾਹਿਬ ਦੇ ਵਿਚਾਰ, ਫਿਰ ਆਪ ਦੇ, ਤੇ ਜੇ ਅਗਰ ਕੋਈ ਦਰਸ਼ਕ ਸਾਨੂੰ ਫੋਨ ਕਰਨਾ ਚਾਹਣ ਤੇ ਉਹ ਜ਼ਰੂਰ ਕਾਲ ਕਰ ਸਕਦੇ ਹਨ SP ਸਿੰਘ ਜੀ ਨਾਲ ਜਾਂ ਔਜਲਾ ਸਾਹਿਬ ਨਾਲ। ਅਗਰ ਕੋਈ ਸਵਾਲ ਹੈ ਤੇ ਉਹ ਵੀ ਕਰ ਸਕਦੇ ਹਨ। ਔਜਲਾ ਸਾਹਿਬ ਇਸ ਦੋ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਦੇਣ। ਇਹ ਲਾਂਬਾ ਸਾਹਿਬ, ਇਹ ਬੜੇ ਦੁੱਖ ਦੀ ਗੱਲ ਏ, ਤੁਸੀਂ ਦੁੱਖ ਦੀ ਰਗ ਛੇੜ ਦਿੱਤੀ ਏ। ਜਿਹੜੀਆਂ ਸਿੱਖ ਸਮੱਸਿਆਵਾਂ ਨੇ ਇਹਨਾਂ ਬਾਰੇ ਜਿਹੜੀ ਇਸ ਵੇਲੇ ਲੀਡਰਸ਼ਿਪ ਚੱਲ ਰਹੀ ਹੈ, ਦੇਖੋ ਇਸ ਵੇਲੇ ਜਿਹੜੀ ਲੀਡਰਸ਼ਿਪ ਆ, ਨਾ ਤੇ ਪ੍ਰੈਜ਼ੀਡੀਅਮ ਬੇਸਡ ਲੀਡਰਸ਼ਿਪ ਹੈ, ਨਾ ਇਹ ਕਲੈਕਟਿਵ ਲੀਡਰਸ਼ਿਪ ਹੈ, ਨਾ ਇਹ ਵਿਜ਼ਡਮ ਬੇਸਡ ਲੀਡਰਸ਼ਿਪ ਹੈ। ਇਹ ਲੀਡਰਸ਼ਿਪ ਇੱਕ ਪਰਿਵਾਰ ਦੀ ਲੀਡਰਸ਼ਿਪ ਹੈ ਔਰ ਉਹ ਪਰਿਵਾਰ ਦਾ ਹੀ ਆਪਣੀ ਫਿਲਾਸਫੀ ਹੈ ਵੀ ਕਿਸੇ ਤਰੀਕੇ ਚੋਣ ਜਿੱਤੋ, ਪਾਵਰ ਲਾਓ ਤੇ ਪਾਵਰ ਨੂੰ ਇੰਜੋਏ ਕਰੋ। ਤੁਸੀਂ ਇਹ ਦੱਸੋ ਵੀ ਇੱਕ ਹੀ ਪਰਿਵਾਰ ਦੇ ਵਿੱਚੋਂ ਮੁੱਖ ਮੰਤਰੀ ਵੀ ਹੋਵੇ, ਡਿਪਟੀ ਚੀਫ ਮਿਨਿਸਟਰ ਵੀ ਹੋਵੇ, ਫਾਈਨੈਂਸ ਮਿਨਿਸਟਰ ਵੀ ਹੋਵੇ, ਇੱਕ ਕੈਬਨਿਟ ਮਿਨਿਸਟਰ ਹੋਰ ਹੋਵੇ ਔਰ ਇੱਕ ਉਹਨਾਂ ਦੀ ਨੂੰਹ ਜਿਹੜੀ ਆ ਉਸ ਨੂੰ ਪਾਰਲੀਮੈਂਟ 'ਚ ਭੇਜਤਾ ਜਾਵੇ। ਇਹਦਾ ਮਤਲਬ ਬਾਕੀ ਸਾਰੇ ਪੰਜਾਬ ਤੇ ਬਾਕੀ ਜਿਹੜੇ ਸਿੱਖਾਂ ਦੀ ਇੰਟੈਲੈਕਚੁਅਲ ਜਿਹੜੀ ਐਬਿਲਿਟੀ ਹੈ ਜਾਂ ਇੰਟੈਲੈਕਚੁਅਲ ਜਿਹੜੀ ਉਹਨਾਂ ਦੀ ਜ਼ਖੀਰਾ ਖਜ਼ਾਨਾ, ਉਹਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਜਿਹੜੀ ਇਹ ਫਿਲਾਸਫੀ ਜਿੰਨਾ ਚਿਰ ਇਹ ਹੈ ਉਹਨਾਂ ਚਿਰ ਸਿੱਖ ਕੌਮ ਦਾ ਕੋਈ ਭਲਾ ਨਹੀਂ ਹੋ ਸਕਦਾ, ਨਾ ਸਾਡੀਆਂ ਇਸ਼ੂਜ਼ ਦਾ ਕੋਈ ਮੰਥਨ ਹੋ ਸਕਦਾ, ਨਾ ਉਹਨਾਂ ਦਾ ਹੱਲ ਹੋ ਸਕਦਾ। ਸਾਡੀ ਪੋਜੀਸ਼ਨ ਇਹ ਆ ਕਿ ਜਦੋਂ ਕਿਤੇ ਇਹ ਲੀਡਰਸ਼ਿਪ ਨੂੰ ਕੋਈ ਹੋਰ ਨਵੀਂ ਲੀਡਰਸ਼ਿਪ ਰਿਪਲੇਸ ਕਰੇਗੀ, ਕਿਉਂਕਿ ਦੁਨੀਆ ਦੇ ਵਿੱਚ ਇੱਕ ਚੀਜ਼ ਸਥਿਰ ਨਹੀਂ ਰਹਿੰਦੀ, ਜਦੋਂ ਨਵੀਂ ਕੋਈ ਲੀਡਰਸ਼ਿਪ ਤੇ ਉਹਦੇ ਕੋਲੋਂ ਤੇ ਅਸੀਂ ਆਸ ਕਰ ਸਕਦੇ, ਇਸ ਲੀਡਰਸ਼ਿਪ ਤੋਂ ਆਸ ਨਹੀਂ ਕਰ ਸਕਦੇ। ਨਹੀਂ, ਲੀਡਰਸ਼ਿਪ ਦਾ ਸਵਾਲ ਨਹੀਂ SP ਜੀ, ਇੱਥੇ ਤੇ ਹੈਗਾ ਕਿ ਇੰਸਟੀਟਿਊਸ਼ਨਸ, ਉਹਨਾਂ ਦੀ ਕਨਸਟੀਟਿਊਸ਼ਨ ਔਰ ਕਾਨੂੰਨ ਜਦੋਂ ਬਦਲੀ ਹੋ ਜਾਏਗਾ ਫਿਰ ਇਸ 'ਚ ਕੋਈ ਤਬਦੀਲੀ ਦੀ ਅਸੀਂ ਆਸ ਕਰ ਸਕਦੇ ਹਾਂ, ਕਿਉਂਕਿ ਇਸ ਵੇਲੇ ਵਿਅਕਤੀ ਦਾ ਸਵਾਲ ਨਹੀਂ ਹੈ। ਜਿਹੜੇ ਸੰਵਿਧਾਨਕ ਤੌਰ ਦੇ ਉੱਤੇ ਜਿਹੜੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਤਰੀਕੇ ਨਾਲ ਅਕਾਲੀ ਦਲ ਦੀ ਨੁਮਾਇੰਦਗੀ ਜਿਹੜੇ ਕਰਨ ਵਾਲੇ ਜਾਂ ਦਾਅਵਾ ਕਰਨ ਵਾਲੇ ਜਿਨ੍ਹਾਂ ਨੂੰ ਭੇਜਿਆ ਜਾ ਰਿਹਾ ਸੀ ਕਿ ਉਹ ਦੂਰੋਂ ਕਿਸੇ ਪਾਸਿਓਂ ਵੀ ਦੀਦਾਰ, ਗੁਫ਼ਤਾਰ ਤੇ ਕਿਰਦਾਰ ਕਿਸੇ ਪਾਸੋਂ ਵੀ ਅਕਾਲੀ ਨਜ਼ਰ ਨਹੀਂ ਸੀ ਆ ਰਹੇ। ਇਹ ਸਿਧਾਂਤਕ ਤੌਰ ਤੇ ਇੰਸਟੀਟਿਊਸ਼ਨਲਾਈਜੇਸ਼ਨ ਤੌਰ ਦੇ ਉੱਤੇ ਅਕਾਲੀ ਸਰੂਪ ਖਤਮ ਕੀਤਾ ਗਿਆ। ਕੀ ਅਕਾਲੀ ਪੋਲਿਟਿਕਸ ਮੁੜ ਕਦੀ ਰਿਵਾਈਵ ਹੋਣ ਦਾ ਚਾਂਸ ਹੈ? ਤੁਸੀਂ ਲਾਂਬਾ ਜੀ ਮੈਨੂੰ ਮੁਖਾਤਿਬ ਹੋ? ਹਾਂਜੀ ਹਾਂਜੀ ਹਾਂਜੀ, ਦੋਨਾਂ ਨੂੰ ਹੈ ਜਿਹੜਾ ਜਵਾਬ ਦੇ ਦੇਵੇ। ਹਾਂਜੀ, would you like to take that on? ਨਹੀਂ, ਤੁਸੀਂ ਆਪਣੇ ਵਿਚਾਰ ਦੱਸੋ, ਮੈਂ ਤੁਹਾਨੂੰ ਬਾਅਦ 'ਚ ਦੱਸਦਾ ਜੀ। ਮੈਂ ਔਜਲਾ ਸਾਹਿਬ ਤੁਹਾਡੇ ਨਾਲ ਵੀ ਬਿਲਕੁਲ ਸਹਿਮਤ ਹਾਂ। ਪਰਸਨੈਲਿਟੀਜ਼ ਦਾ ਆਪਣਾ ਰੋਲ ਜ਼ਰੂਰ ਹੁੰਦਾ ਹੈ, ਕਿਉਂਕਿ ਅੰਤ ਨੂੰ ਪਰਸਨੈਲਿਟੀਜ਼ ਹੀ ਇੰਸਟੀਟਿਊਸ਼ਨ ਦੀ ਕਾਰਗੁਜ਼ਾਰੀ ਦੀ ਜ਼ਿੰਮੇਦਾਰ ਹੁੰਦੀਆਂ ਨੇ। ਜੇ ਅਸੀਂ ਪੋਲਿਟਿਕਸ ਡੈਡੀ ਜੀ, ਮੰਮੀ ਜੀ, ਬੇਟਾ ਜੀ, ਬੇਟੀਆ ਜੀ, ਬਹੂ ਜੀ, ਦਮਾਦ ਜੀ ਤੇ ਜਵਾਈ ਜੀ ਵਾਲੀ ਹੀ ਚਲਾ ਰਹੇ ਹਾਂ, ਇਹ ਸਾਰੇ ਜਿੰਨੇ ਜੀ ਨੇ ਇਹ ਰੱਬ ਭਲਾ ਕਰੇ ਇੱਕੋ ਹੀ ਪਰਿਵਾਰ ਦੇ ਜੀ ਨੇ ਪੰਜਾਬ ਦੇ ਵਿੱਚ। ਜੇ ਅਸੀਂ ਇਸ ਕਿਸਮ ਨਾਲ ਪੋਲਿਟਿਕਸ ਚਲਾ ਰਹੇ ਹਾਂ ਤਾਂ ਫਿਰ ਜੀਣ ਜੋਗੀ ਜਗ੍ਹਾ ਨਹੀਂ ਰਹਿ ਜਾਣੀ, ਇਹ ਮੁਸ਼ਕਿਲ ਹੋ ਜਾਂਦੀ ਹੈ। ਖਾਸ ਤੌਰ ਤੇ ਉਦੋਂ ਜਦੋਂ ਅਸੀਂ ਇਲਜ਼ਾਮ ਵੀ ਪਰਿਵਾਰਵਾਦ ਦੇ ਲਾਈਏ। ਔਰ ਜਿੱਥੋਂ ਤੱਕ ਇੰਸਟੀਟਿਊਸ਼ਨਲ ਚੇਂਜਸ ਦੀ ਗੱਲ ਹੈ ਲਾਂਬਾ ਜੀ, ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਕਿ ਜਦੋਂ ਇੰਸਟੀਟਿਊਸ਼ਨਲ ਚੇਂਜਸ ਹੋ ਜਾਣਗੀਆਂ ਤਾਂ ਪ੍ਰੈਕਟੀਕਲ ਚੇਂਜਸ ਦੇ ਵਿੱਚ ਕਿਸੋ ਜਿਹੀ ਪਰਸਨੈਲਿਟੀਜ਼ ਆ ਜਾਣ ਜਾਂ ਚਲੀਆਂ ਜਾਣ, ਉਹਨਾਂ ਨਾਲ ਬਹੁਤਾ ਫਰਕ ਨਹੀਂ ਪਵੇਗਾ। ਤੇ ਇੱਥੇ ਇੰਸਟੀਟਿਊਸ਼ਨਲ ਚੇਂਜਸ ਇਸ ਕਿਸਮ ਦੀਆਂ ਕੁਝ ਕਰ ਦਿੱਤੀਆਂ ਗਈਆਂ ਨੇ, ਕੁਝ ਹੋਰ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਕੁਝ ਦੇ ਜਿਹੜੇ ਮਨੋਰਥ ਨੇ, ਜਿਸ ਤਰ੍ਹਾਂ ਤੁਸੀਂ ਦੀ ਡੈਫੀਨੇਸ਼ਨ ਵਾਲੀ ਗੱਲ ਕੀਤੀ ਹੈ, ਉਹ ਸਾਹਮਣੇ ਸਪਸ਼ਟ ਦਿਖਾਈ ਦੇ ਰਹੇ। ਤੁਸੀਂ ਪੁੱਛਿਆ ਕਿ ਕੀ ਅਕਾਲੀ ਦਲ ਦੇ ਵਿੱਚ ਕੋਈ ਹੁਣ ਅਜਿਹੀ ਆਸ ਬਾਕੀ ਬਚੇਗੀ ਕਿ ਫਿਰ ਤੋਂ ਉਸ ਕਿਸਮ ਦੀ ਰਿਵਾਈਵਲ ਹੋਵੇ, ਕਿਸਮ ਦੇ ਵੈਲਿਊ ਸਿਸਟਮ ਦੀ ਦੁਬਾਰਾ ਗੱਲ ਹੋਵੇ, ਸਿੱਖਾਂ ਦੇ ਜਿਹੜੇ ਆਪਣੇ ਇੰਟਰਸਟ ਨੇ ਐਜ਼ ਅ ਕਮਿਊਨਿਟੀ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੋਵੇ। ਮੈਨੂੰ ਲੱਗਦਾ ਹੈ ਜੇ ਅਸੀਂ ਜਵਾਬ ਅਕਾਲੀ ਦਲ ਦੀ ਜਿਸ ਸਟਰਕਚਰ ਹੈ ਇਸ ਵਿੱਚੋਂ ਜੇ ਲੱਭਣੇ ਸ਼ੁਰੂ ਕਰ ਦਿਆਂਗੇ ਤਾਂ ਕੇਵਲ ਤੇ ਕੇਵਲ ਨਿਰਾਸ਼ਾ ਹੀ ਹੱਥ ਲੱਗੇਗੀ। ਇਹ ਗੱਲ ਬੜੀ ਕਲੀਅਰ ਹੈ, ਸਾਫ਼ ਹੈ, ਅਕਾਲੀ ਦਲ ਇਸ ਤੋਂ ਇਨਕਾਰੀ ਵੀ ਨਹੀਂ ਹੈ ਕਿ ਇਹ ਹੁਣ ਇੱਕ ਸੈਕੂਲਰ ਇੰਡੀਅਨ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਬਣ ਚੁੱਕੀ ਹੈ। ਅਕਾਲੀ ਦਲ ਦੀ ਮੇਨ ਸਟ੍ਰੀਮਿੰਗ ਹੋ ਚੁੱਕੀ ਹੈ ਤੇ ਮੇਨ ਸਟ੍ਰੀਮ ਹੋ ਗਏ ਨੇ। ਮਾਰਕਸਿਸਟ ਜਿਹੜੇ ਸਕਾਲਰ ਨੇ ਬਹੁਤ ਵੱਡੇ ਪ੍ਰੋਫੈਸਰ ਰਣਧੀਰ ਸਿੰਘ, ਉਹ ਇੱਕ ਗੱਲ ਕਿਹਾ ਕਰਦੇ ਨੇ ਕਿ ਸਭ ਤੋਂ ਮਾੜੀ ਕਿਸਮਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਮੇਨ ਸਟ੍ਰੀਮਿੰਗ ਹੋ ਜਾਂਦੀ ਹੈ।
ਉਹ ਕਹਿੰਦੇ ਨੇ ਤੁਸੀਂ ਮੈਨੂੰ ਦੱਸੋ ਕਿਸੇ ਹਿੰਦੂ ਸਮਗਲਰ ਦਾ ਨਾਮ, ਮੈਂ ਤੁਹਾਨੂੰ ਸਿੱਖ ਸਮਗਲਰ ਦਾ ਨਾਮ ਦੱਸ ਦਿਆਂਗਾ। ਤੁਸੀਂ ਕਿਸੇ ਹਿੰਦੂ ਕ੍ਰਿਮੀਨਲ ਦਾ ਨਾਮ ਲਓ, ਮੈਂ ਸਿੱਖ ਕ੍ਰਿਮੀਨਲ ਦਾ ਨਾਮ ਦੱਸ ਦਾਂਗਾ। ਸਾਡੀ ਮੇਨ ਸਟ੍ਰੀਮਿੰਗ ਹੁੰਦੀ ਜਾ ਰਹੀ ਹੈ। ਐਸਪੀ ਜੀ ਅਸੀਂ ਇੱਕ ਐਸਪੀ ਜੀ ਅਸੀਂ ਇੱਕ ਸਾਨੂੰ ਛੋਟਾ ਜਿਹਾ ਬ੍ਰੇਕ ਲਵਾਂਗੇ। ਉਹਦੇ ਬਾਅਦ ਇਹ ਜਿਹੜੀ ਤੁਸੀਂ ਮੇਨ ਸਟ੍ਰੀਮਿੰਗ ਦੀ ਗੱਲ ਕੀਤੀ ਹੈ ਉਸ ਤੇ ਗੱਲ ਕਰਕੇ ਅਸੀਂ ਕੁਝ ਕਾਲਸ ਵੀ ਲਵਾਂਗੇ ਤੇ ਕੁਝ ਸਰੋਤੇ ਔਰ ਦਰਸ਼ਕ ਆਪ ਦੇ ਰੂਬਰੂ ਵੀ ਹੋਣਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਲੈ ਕੇ ਫਿਰ ਅਸੀਂ ਕਾਲਸ ਜਿਹੜੀਆਂ ਹਨ ਉਹ ਦਰਸ਼ਕ ਸਾਡੇ ਨੰਬਰਾਂ ਦੇ ਉੱਤੇ ਜਸ ਪੰਜਾਬੀ ਦੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹਨ। ਇੱਕ ਛੋਟਾ ਜਿਹਾ ਬ੍ਰੇਕ, ਉਸ ਤੋਂ ਬਾਅਦ ਅਸੀਂ ਫਿਰ ਆਪ ਨਾਲ ਮੁਖਾਤਬ ਹੁੰਦੇ ਹਾਂ। ਇੰਤਜ਼ਾਰ ਰਹੋ। The house of authentic fine Chinese and Thai cuisine in Indian style, served in unique pleasing ambience and hospitality with a huge variety of mouth-watering, crunchy appetizers, delightful soups, sumptuous and traditional delicacies of chicken, lamb, seafood, vegetables, rice and noodles, cordial desserts and cool beverages prepared by our seasoned chefs. Grand opening. For booking parties and catering, please contact Taipan 718-886-8424. Log on to ring123pinless.com. Come home to love, come home to happiness. ਕੀ ਤੁਸੀਂ ਇਮੀਗ੍ਰੇਸ਼ਨ ਤੋਂ ਪਰੇਸ਼ਾਨ ਹੋ? ਤੁਹਾਨੂੰ ਗ੍ਰੀਨ ਕਾਰਡ ਚਾਹੀਦਾ ਹੈ ਜਾਂ ਸਿਟੀਜ਼ਨਸ਼ਿਪ ਚਾਹੀਦੀ ਹੈ? Marriage-based immigration, sponsoring children, fiancé visas, sponsoring relatives, employment-based petitions, and deportation matters. Call the law offices of Naresh Gehi. Free initial personal consultation. Late evening and weekend appointments are available at 718-577-0711 or 718-263-5999. ਤੁਹਾਡੇ ਸਾਰੇ ਇਮੀਗ੍ਰੇਸ਼ਨ ਮਸਲਿਆਂ ਦੇ ਲਈ ਇੱਕੋ ਨਾਮ, ਅਟਾਰਨੀ ਨਰੇਸ਼ ਗੇਹੀ। ਕੁਨਾਲ ਜੁਐਲਰ ਦੇ ਗਹਿਣੇ, ਵਾਹ ਪਈ ਵਾਹ ਕਿਆ ਕਹਿਣੇ। ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸੱਜ ਧੱਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। ਯਾਦ ਰੱਖੋ, ਕੁਨਾਲ ਜੁਐਲਰ, 37-08 74th Street, Jackson Heights, New York. Be fit and be strong with me, Tony. Every Saturday at 12 noon Eastern Time at Just Punjabi. ਅੱਜ ਮੈਂ ਟਰਾਈ ਕਰਾਂਗੀ ਪਨੀਰ ਵਾਲੀ ਡਿਸ਼, ਫਿਰ ਤੁਹਾਨੂੰ ਦੱਸਾਂਗੀ। ਓਕੇ ਜੀ। ਰੈਸਿਪੀ ਇੰਡੀਆ ਤੋਂ ਕਿਹੜੀ ਸਸਤੀ ਫੋਨ ਸਰਵਿਸ ਲੱਭ ਗਈ ਤੈਨੂੰ? ਛੱਡੋ ਜੀ, I just switched to ring123pinless.com and it's only 2.1 cents per minute. ਹੋਰ ਕੋਈ ਕਨੈਕਸ਼ਨ ਚਾਰਜ ਵੀ ਨਹੀਂ ਹੈਗਾ। 2.1 cents ਤੇ ਕੋਈ ਕਨੈਕਸ਼ਨ ਚਾਰਜ ਵੀ ਨਹੀਂ? ਓ ਬੱਲੇ ਬੱਲੇ, ਫਿਰ ਤੇ ਰੋਜ਼ ਫੋਨ ਕਰ, ਨਵੇਂ ਨਵੇਂ ਖਾਣੇ ਸਿੱਖ ਤੇ ਮੈਨੂੰ ਵੀ ਖਵਾ। Log on to ring123pinless.com
or dial 1-866-251-6876. ਸੂਝਵਾਨ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਚੋਣਾਂ ਦੇ ਇਸ ਵਿਸ਼ੇਸ਼ ਐਡੀਸ਼ਨ ਵਿੱਚ ਇਲੈਕਸ਼ਨ ਦੇ ਬਾਰੇ ਜਿਹੜਾ ਪ੍ਰੋਗਰਾਮ ਹੈ ਉਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਐਸਪੀ ਸਿੰਘ ਜੀ ਸੀਨੀਅਰ ਜਰਨਲਿਸਟ ਹਨ, ਉਹ ਅਜੇ ਵੀ ਲਾਈਨ ਤੇ ਮੌਜੂਦ ਹਨ ਤੇ ਨਾਲ ਹੀ ਸਾਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਦਲਜੀਤ ਸਿੰਘ ਚੀਮਾ ਉਹ ਸਾਡੇ ਨਾਲ ਲਾਈਨ ਦੇ ਉੱਤੇ ਮੌਜੂਦ ਹਨ। ਨਾਲ ਸਾਡੇ ਹਰਜਾਪ ਸਿੰਘ ਜੀ ਔਜਲਾ ਜਿਹੜਾ ਇਸ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸਰਦਾਰ ਐਸਪੀ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਮੇਨ ਸਟ੍ਰੀਮ ਦੀ, ਤਾਂ ਉਸ ਤੇ ਇੱਕ ਗੱਲ ਯਾਦ ਆਉਂਦੀ ਹੈ, ਪਿੱਛੇ ਜੇ ਮੀਜ਼ੋਰਮ ਦੇ ਵਿੱਚ ਕੋਈ ਕੇਂਦਰੀ ਮੰਤਰੀ ਸਨ ਤੇ ਉਹਨਾਂ ਨੇ ਕਿਧਰੇ ਜਾ ਕੇ ਕਹਿ ਦਿੱਤਾ ਉੱਥੇ ਦੇ ਯੂਥ ਨੂੰ ਕਿ ਤੁਹਾਨੂੰ ਸਾਰਿਆਂ ਨੂੰ ਮੇਨ ਸਟ੍ਰੀਮ ਵਿੱਚ ਆਉਣਾ ਚਾਹੀਦਾ ਹੈ, ਤਾਂ ਉਹ ਰੌਲਾ ਪੈ ਗਿਆ। ਉਹ ਜਿਹੜੇ ਯੂਥ ਜਿਨ੍ਹਾਂ ਦੀਆਂ ਮੰਗਾਂ ਸੀ ਉਹ ਕਾਫੀ ਰੌਲਾ ਪਾਉਣ ਲੱਗ ਪਏ। ਤਾਂ ਮਿਨਿਸਟਰ ਸਿਆਣੇ ਸਨ, ਉਹ ਉਹਨਾਂ ਨੂੰ ਕਹਿਣ ਲੱਗੇ ਕਿ ਤੁਹਾਡੀ ਸਟੇਟ ਦੇ ਵਿੱਚ ਕਰਪਸ਼ਨ ਹੈ। ਉਹ ਕਹਿਣ ਲੱਗੇ ਬਹੁਤ ਜ਼ਿਆਦਾ। ਉਹ ਕਹਿਣ ਲੱਗੇ ਕੋਈ ਇੱਥੇ ਭੁੱਖਮਰੀ, ਬੇਕਾਰੀ, ਹੋਰ ਜਿਹੜੀਆਂ ਗਲਤ ਗੱਲਾਂ ਹਨ, ਰਿਸ਼ਵਤਖੋਰੀ ਤੁਹਾਡੇ ਇੱਥੇ ਹੈ। ਉਹ ਕਹਿਣ ਲੱਗੇ ਜੀ ਬਹੁਤ ਜ਼ਿਆਦਾ ਹਨ। ਤਾਂ ਉਹ ਮਿਨਿਸਟਰ ਕਹਿਣ ਲੱਗੇ ਫਿਰ ਤੁਸੀਂ ਮੈਨੂੰ ਮਾफ़ ਕਰਨਾ, ਮੇਰੇ ਕੋਲੋਂ ਗਲਤੀ ਹੋ ਗਈ, ਤੁਸੀਂ ਤਾਂ ਪਹਿਲਾਂ ਹੀ ਮੇਨ ਸਟ੍ਰੀਮ ਵਿੱਚ ਹੋ। ਅਫਸੋਸ ਇਹ ਗੰਭੀਰ ਟਿੱਪਣੀ ਹੈ, ਪਰ ਇਸ ਦਾ ਗੰਭੀਰ ਨਤੀਜਾ ਇਹ ਹੈ ਕਿ ਮਿਨੋਰਿਟੀਜ਼ ਜਿਹੜੀਆਂ ਹਨ, ਖਾਸ ਕਰਕੇ ਸਿੱਖ ਮਿਨੋਰਿਟੀ ਔਰ ਪੰਥ ਦੇ ਨਾਂ ਦੇ ਉੱਤੇ ਜਾਂ ਕੋਈ ਵੀ ਮਿਨੋਰਿਟੀ ਹੋਏਗੀ, ਉਹ ਆਪਣੀ ਗਿਣਤੀ ਦੇ ਨਾਲ ਕਦੀ ਵੀ ਕੋਈ ਅੱਛਾ ਮੁਕਾਮ ਹਾਸਲ ਨਹੀਂ ਕਰੇਗੀ। ਉਹ ਕੁਆਂਟਿਟੀ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਕੁਝ ਹਾਸਲ ਨਹੀਂ ਕਰ ਸਕਦੀ। ਉਹ ਆਪਣੇ ਗੁਣਾਂ ਕਰਕੇ, ਆਪਣੀ ਕੁਰਬਾਨੀ ਕਰਕੇ, ਆਪਣੇ ਅਸੂਲਾਂ ਕਰਕੇ ਜਦੋਂ ਵੀ ਉਸਨੇ ਕੁਝ ਹਾਸਲ ਕੀਤਾ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਜਦੋਂ ਉਹਨਾਂ ਨੇ ਜੋ ਕੁਝ ਵੀ ਹਾਸਲ ਕੀਤਾ, ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਜੋ ਕੁਝ ਕੀਤਾ, ਉਹ ਆਪਣੇ ਕਿਰਦਾਰ ਕਰਕੇ ਸੀ, ਜਿਸ ਨੂੰ ਰੋਜ਼ ਅਰਦਾਸ ਵਿੱਚ ਵੀ ਯਾਦ ਕੀਤਾ ਜਾਂਦਾ ਹੈ। ਪਰ ਅੱਜ ਅਫਸੋਸ ਹੈ ਕਿ ਉਸ ਪਾਰਟੀ ਦੀ ਇਸ ਤਰੀਕੇ ਦੀ ਜਿਹੜੀ ਹਾਰ ਹੋਈ ਹੈ, ਤਾਂ ਕੀ ਇਸ ਤੋਂ ਕੁਝ ਲਿਆ ਜਾਏਗਾ? ਅਸੀਂ ਚੀਮਾ ਸਾਹਿਬ ਸ਼ਾਇਦ ਲਾਈਨ ਤੇ, ਮੈਂ ਕੋਸ਼ਿਸ਼ ਕਰਾਂ ਜੇ ਚੀਮਾ ਸਾਹਿਬ ਸਾਨੂੰ ਲਾਈਨ ਤੇ ਮਿਲਣ, ਤੇ ਨਹੀਂ ਤਾਂ ਫਿਰ ਅਸੀਂ ਇੱਕ ਕਾਲ ਲੈ ਕੇ ਕੋਸ਼ਿਸ਼ ਕਰਦੇ ਹਾਂ। ਚੀਮਾ ਸਾਹਿਬ ਸਾਨੂੰ ਲਾਈਨ ਦੇ ਉੱਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਅਸੀਂ ਦਰਸ਼ਕਾਂ ਦੀਆਂ ਕਾਲਸ ਵੀ ਲਵਾਂਗੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਵੀਰ ਜੀ? ਤੁਸੀਂ ਆਪਣਾ ਨਾਮ ਦੱਸੋ। ਸੁਰਿੰਦਰ ਸਿੰਘ ਬੋਲਣਾ ਜੀ, ਕੈਲੀਫੋਰਨੀਆ ਤੋਂ। ਹਾਂਜੀ ਵੀਰ ਜੀ। ਤੇ ਪਹਿਲਾਂ ਤਾਂ ਬੜੇ ਤੁਸੀਂ ਵਧਾਈ ਦੇ ਪਾਤਰ, ਬਹੁਤ ਸੋਹਣਾ ਪ੍ਰੋਗਰਾਮ, ਤੇ ਜਿਸ ਤਰ੍ਹਾਂ ਤੁਸੀਂ ਸਾਰੇ ਸਿੱਖ ਮੇਨ ਸਟ੍ਰੀਮ ਦੀ ਗੱਲ ਕਰਦੇ ਜੀ, ਤੇ ਬਹੁਤ ਚੰਗੀ ਗੱਲ ਹੈ ਜੀ। ਪਰ ਸਿੱਖ ਧਰਮ ਜਿਹੜਾ ਬੜਾ ਹੀ ਇਨਕਲਾਬੀ ਧਰਮ ਹੈ, ਜਿਹੜਾ ਬੰਦੇ ਨੂੰ ਸਵਰਗ ਜਾਣ ਦੇ ਨਾਲ ਨਾਲ ਸਵਰਗ ਨੂੰ ਵੀ ਧਰਤੀ ਤੇ ਲਿਆਉਣ ਦੀ ਸਮਰੱਥਾ ਰੱਖਦਾ ਹੈ ਜੀ। ਪਰ ਅਸੀਂ ਜਦੋਂ ਉਸਦੀ ਮੇਨ ਜਿਹੜੀ ਉਹਦੀ ਸਪਿਰਿਟ ਹੈ ਵੀ ਇੱਕ ਵਿਅਕਤੀਵਾਦ ਦੇ ਵਿੱਚ ਪੈ ਗਏ ਆ। ਭਾਵੇਂ ਉਹ ਜੇ ਕੋਈ ਵੀ ਵਿਅਕਤੀ ਆਪਦੇ ਆਪ ਨੂੰ ਉੱਤੇ ਸਮਝਦਾ ਇੱਕ ਇੰਸਟੀਟਿਊਸ਼ਨ ਤੋਂ, ਤੇ ਨਾ ਤਾਂ ਉਹ ਸਿੱਖ ਹੋ ਸਕਦਾ ਹੈ, ਤੇ ਨਾ ਜਿਹੜਾ ਉਹਦੀ ਪੂਜਾ ਕਰਦਾ ਉਹ ਹੀ ਸਿੱਖ ਹੋ ਸਕਦਾ ਜੀ ਜੀ। ਇਹ ਜਿਹੜਾ ਵੱਡਾ ਨਿਗਾਰ ਆਇਆ, ਇਹ ਤਾਂ ਹੀ ਕਰਕੇ ਆਇਆ ਜੀ। ਭਾਵੇਂ ਤਾਂ ਤੁਸੀਂ ਕਿਸੇ ਡੇਰੇ ਦੀ ਗੱਲ ਕਰ ਲਓ, ਭਾਵੇਂ ਤੁਸੀਂ ਕਿਸੇ ਸਿੱਖ ਇੰਸਟੀਟਿਊਸ਼ਨ ਦੀ ਕਰ ਲਓ, ਭਾਵੇਂ ਕਿਸੇ ਮਤਲਬ ਸਿੱਖ ਪੋਲੀਟੀਕਲ ਪਾਰਟੀ ਦੀ ਗੱਲ ਕਰ ਲਓ। ਜੀ ਜੀ, ਬਿਲਕੁਲ ਠੀਕ ਹੈ ਕਿ ਜਿਹੜੀ ਆਵਾਜ਼ ਹੈ ਤੇ ਉਹ ਖੁਦਾ ਦਾ ਰੂਪ ਹੁੰਦਾ ਹੈ। ਖਲਕਤ ਦੀ ਆਵਾਜ਼ ਜਿਹੜੀ ਹੈ ਉਹ ਰੱਬ ਦਾ ਨਗਾਰਾ ਹੁੰਦਾ ਹੈ। ਕੋਸ਼ਿਸ਼ ਕਰੀਏ ਸ਼ਾਇਦ ਕਿਧਰੇ ਹੋਏ ਕਿ ਮੁੜ ਉਹ ਜਿਹੜੀ ਭਾਵਨਾ ਹੈ ਉਹ ਸੁਰਜੀਤ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ 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 ਜੀ। ਹਾਂਜੀ,
ਐਸਪੀ ਸਿੰਘ ਜੀ, ਉਹ ਗੱਲ ਤੁਸੀਂ ਕਰ ਰਹੇ ਸੀਗੇ ਕਿ ਮੇਨ ਸਟਰੀਮ ਦੀ ਜਿਹੜੀ ਹੈਗੀ ਹੈ ਤੇ ਕਿਸ ਤਰ੍ਹਾਂ ਮੇਨ ਸਟਰੀਮ ਦੇ ਵਿੱਚ ਫਿਰ ਅਸੀਂ ਵੀ ਹੁਣ ਸਾਰੇ ਮੇਨ ਸਟਰੀਮ ਵਿੱਚ ਹਾਂ। ਇੱਕ ਸ਼ਾਇਦ ਕਾਲ ਮਿਲੀ ਹੈ, ਮੈਂ ਦੇਖ ਕੇ ਤੁਹਾਡੇ ਨਾਲ ਸੰਪਰਕ ਕਰਦਾ, ਤੁਸੀਂ ਲਾਈਨ ਤੇ ਰਹਿਣਾ। ਹੈਲੋ, ਲਾਈਨ ਮਿਲਣ ਵਿੱਚ ਕੁਛ ਹੈਲੋ ਹੈਲੋ ਹਾਂਜੀ ਹਾਂਜੀ, ਮੈਂ ਅਵਤਾਰ ਸਿੰਘ ਗਰਚਾ ਬੋਲਦਾ ਜੀ, ਕੈਨੇਡਾ ਤੋਂ, ਮਿਸ਼ਨ ਕੈਨੇਡਾ। ਹਾਂਜੀ ਗਰਚਾ ਸਾਹਿਬ, ਤੁਸੀਂ ਲਾਈਨ ਤੇ ਹੋ। ਹਾਂਜੀ ਵੀਰ ਜੀ, ਮੈਂ ਤਾਂ ਤੁਹਾਨੂੰ ਇਹੀ ਦੱਸਣਾ ਹੈ, ਜਿਹੜਾ ਅਕਾਲੀ ਗੌਰਮੈਂਟ ਪਾਰਟੀ ਨੂੰ ਇਹ ਪੰਜਾਬ ਦੇ ਵਿੱਚ ਆ ਹੁਣ ਜਿਹੜਾ ਕੋਈ ਹੋਇਆ ਹੈਗਾ ਨਾ ਇਲੈਕਸ਼ਨ ਦੇ ਵਿੱਚ ਜੀ, ਇਹ ਤੁਹਾਨੂੰ ਸਹੀ ਦੱਸਦਾ, ਮੈਂ ਹੁਣੇ ਪੰਜਾਬ ਚੋਂ ਆਇਆ ਕਿਉਂਕਿ ਮੇਰੇ ਨਾਲ ਬਹੁਤ ਵੱਡਾ ਫਰਾਡ ਹੋਇਆ ਉੱਥੇ ਜੀ। ਉੱਥੇ ਕੋਈ ਕਿਸੇ ਆਪਣੇ NRI ਦੀ ਪੁੱਛਗਿੱਛ ਨਹੀਂ ਹੈਗੀ ਉੱਥੇ ਜੀ। ਜਿਹੜਾ ਸਾਰਾ ਕੁਝ ਇਹ ਝੂਠ ਬੋਲਦੇ ਆ, ਜਿੰਨੇ ਜਥੇਦਾਰ ਇਹਨਾਂ ਦੇ ਬਣਾਏ ਹੋਏ ਆ ਸਾਰੇ ਬਦਮਾਸ਼ ਸੀਗੇ। ਪਹਿਲਾਂ ਇੱਕ ਮਾਨ ਸਿੰਘ ਗਰਚਾ ਲੁਧਿਆਣੇ ਰਹਿੰਦਾ, ਉਹ ਇਹਨਾਂ ਦਾ ਜਥੇਦਾਰ ਆ ਉਹ, ਤੇ ਉਹਦਾ ਜੀ ਪਿਛੋਕੜ ਤੁਸੀਂ ਦੇਖੋ, ਸਾਡੇ ਉਹ ਘਰਾਂ ਚੋਂ ਆ, ਸਾਡੇ ਪਿੰਡਾਂ ਚੋਂ ਆ, ਜਿਹੜੇ ਸਾਡੇ ਸਗਾ ਹੀ ਆ। ਮੈਂ ਉਹਦੇ ਕਹੇ ਤੇ 1970 ਦੇ ਵਿੱਚ ਮੈਂ ਗਵਾਹੀ ਨਹੀਂ ਦਿੱਤੀ ਸੀਗੀ, ਇਦਾਂ ਝੂਠੀ ਗਵਾਹੀ ਦਿੱਤੀ। ਕੋਈ ਗੱਲ, ਆਪਾਂ ਫਿਰ ਨਿੱਜੀ ਕਰ ਲਾਂਗੇ, ਤੁਹਾਨੂੰ ਅਸੀਂ ਲਾਈਨ ਤੇ ਰੱਖਦੇ ਹਾਂ ਤੇ ਤੁਹਾਨੂੰ ਅਸੀਂ ਕਰਾਂਗੇ। ਅਸੀਂ ਸਿਧਾਂਤਕ ਤੌਰ ਦੇ ਉੱਤੇ ਗੱਲ ਕਰ ਰਹੇ ਸੀ ਚੋਣ ਨਤੀਜਿਆਂ ਦੇ। ਮੈਂ ਤੁਹਾਨੂੰ ਇਹੀ ਦੱਸਣਾ ਵੀ ਇਹ ਅਕਾਲੀ ਗੌਰਮੈਂਟ ਜਦੋਂ ਵੀ ਪੰਜਾਬ ਦੇ ਵਿੱਚ ਆਉਂਦੀ ਆ, ਇੰਨਾ ਇਹਨਾਂ ਨੇ ਗੰਦ ਪਾਤਾ ਉਸ ਮੁਲਕ ਦੇ ਵਿੱਚ, ਕਹਿੰਦਾ ਪੰਜਾਬ ਦੇ ਵਿੱਚ ਜੀ, ਤੇ ਆਪਣਾ ਇਹ ਉੱਥੇ ਜਿੱਤਣੇ ਚਾਹੀਦੇ ਹੀ ਨਹੀਂ ਹੈਗੇ। ਚਲੋ, ਉਹ ਤੁਹਾਡੇ ਨਿੱਜੀ ਵਿਚਾਰ ਹੋ ਸਕਦੇ ਹੈ ਤੇ ਸਾਡਾ ਨਿੱਜੀ ਤੌਰ ਦੇ ਉੱਤੇ ਕੁਝ ਨਹੀਂ, ਸਿਧਾਂਤਕ ਤੌਰ ਦੇ ਉੱਤੇ ਕਿ ਇਹ ਡੈਮੋਕ੍ਰੈਟਿਕ ਸੈਟਅਪ ਦੇ ਨਾਲ ਇਸ਼ੂ ਬੇਸ ਸਾਡਾ ਕੀ ਨੁਕਸਾਨ ਹੋਇਆ ਹੈ ਜਾਂ ਅੱਗੇ ਅਸੀਂ ਕੀ ਕਰ ਸਕਦੇ ਹਾਂ। ਫਿਰ ਬਹੁਤ ਬਹੁਤ ਧੰਨਵਾਦ। ਬਾਕੀ ਤੁਹਾਡੇ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ? ਮੇਰਾ ਨਾਮ ਕੁਮਾਰ ਸਿੰਘ ਹੈ ਜੀ। ਹਾਂਜੀ ਕੁੰਵਰ ਸਿੰਘ ਜੀ, ਇੱਕ ਮਿੰਟ ਤੁਸੀਂ ਲਾਈਨ ਤੇ ਰਹੋ। ਅਸੀਂ ਕੋਸ਼ਿਸ਼ ਕਰ ਰਹੇ ਸੀ ਐਸਪੀ ਸਿੰਘ ਜੀ ਨਾਲ ਔਰ ਚੀਮਾ ਸਾਹਿਬ, ਦਲਜੀਤ ਸਿੰਘ ਚੀਮਾ ਸਾਡੇ ਨਾਲ ਲਾਈਨ ਤੇ ਆਏ ਸੀ, ਸੰਪਰਕ ਉਹਨਾਂ ਦਾ ਟੁੱਟ ਗਿਆ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਜੇਕਰ ਹੋ ਸਕੇ। ਤੁਸੀਂ ਆਪਣੀ ਗੱਲ ਦੱਸਣੀ ਚਾਹੋ ਜੀ, ਹੁਕਮ ਕਰੋ। ਹਾਂਜੀ ਭਾਈ ਸਾਹਿਬ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ? ਆਪਾਂ ਤਾਂ ਜੀ ਇਹੋ ਹੀ ਆ ਜੀ, ਜੋ ਵੀ ਬਾਦਲ ਸਾਹਿਬ ਉਹਨਾਂ ਨੇ ਗਲਤੀ ਕੀਤੀ ਇਹਨਾਂ ਨੂੰ ਭੁਗਤਣੀ ਪਈ ਆ, ਤੇ ਇਹਨਾਂ ਨੂੰ ਚਾਹੀਦਾ ਗਾਂ ਤੋਂ ਜੋ ਅਕਾਲੀ ਦਲ ਦੇ ਸਿਧਾਂਤ ਹੈ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਜ਼ਰੂਰੀ ਜੀ। ਸਿੱਖ ਕੌਮ ਨੂੰ ਬਹੁਤ ਦਾਦੀ ਤਾਂ ਜਾ ਸਕਦੀ ਜੀ ਸ਼੍ਰੋਮਣੀ ਕਮੇਟੀ ਜੀ। ਤੁਹਾਡੀ ਆਵਾਜ਼ ਤੁਸੀਂ ਟੀਵੀ ਦੀ ਘੱਟ ਕਰੋ, ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ। ਤੁਸੀਂ ਆਵਾਜ਼ ਟੀਵੀ ਦੀ ਘੱਟ ਕਰਕੇ ਬੋਲੋਗੇ, ਟੈਲੀਫੋਨ ਦੇ ਰਾਹੀਂ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਹਾਂਜੀ 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 ਹੁਣ ਬੋਲੋ ਤੁਸੀਂ। ਕੀ ਸ਼੍ਰੋਮਣੀ ਕਮੇਟੀ ਜੀ ਬਹੁਤ ਸੁਧਾਰ ਹੋਣ ਵਾਲਾ ਜੀ, ਇਹਦਾ ਸ਼੍ਰੋਮਣੀ ਕਮੇਟੀ ਸੁਧਾਰ ਹੋਣਾ ਚਾਹੀਦਾ ਜੀ। ਮੈਂ ਵੀ ਜਥੇਦਾਰ ਪ੍ਰੇਮ ਸਿੰਘ ਹੋਣਾ ਨਾਲ ਰਿਹਾ, ਜਿੰਨੇ ਵੀ ਚੰਗੇ ਚੰਗੇ ਲੀਡਰ ਹੁੰਦੇ ਉਹਨਾਂ ਨੂੰ ਬਾਦਲ ਸਾਹਿਬ ਨੇ ਗੁੱਠੇ ਲਾਇਆ ਜੀ। ਠੀਕ ਹੈ, ਚਲੋ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋਇਆ ਜੀ। ਜੀ ਨਹੀਂ, ਨੁਕਸਾਨ ਤੇ ਕੌਮ ਦਾ ਹੋਏਗਾ ਨਾ ਜੀ, ਨਿੱਜੀ ਵਿਅਕਤੀ ਦਾ ਤੇ ਉਹਨੇ ਭਰ ਲੈਣਾ। ਉਹ ਭਾਵੇਂ ਆਪੋਜੀਸ਼ਨ 'ਚ ਹੋਣ, ਲੀਡਰਾਂ ਦੀ ਗੱਲ ਤੇ ਹੈ, ਭਾਵੇਂ ਉਹ ਰੂਲਿੰਗ 'ਚ ਹੋਣ, ਆਪੋਜੀਸ਼ਨ 'ਚ ਹੋਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਉਹਦੇ ਕੋਲ ਵੀ ਸਾਰੇ ਅਧਿਕਾਰ ਜਿਹੜੇ ਆ ਰੂਲਿੰਗ ਵਾਲੇ ਹੁੰਦੇ ਆ, ਪਰ ਜਿਹੜੇ ਆਮ ਜਿਨ੍ਹਾਂ ਦੇ ਭਾਵਨਾਤਮਕ ਤੌਰ ਦੇ ਉੱਤੇ ਜਿਹੜੇ ਪੰਥ ਦੀ ਜਮਾਤ ਜਾਣ ਕੇ ਜੁੜਦੇ, ਉਹਨਾਂ ਨੂੰ ਨੁਕਸਾਨ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ? ਮੈਂ ਗੁਰਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਗੁਰਿੰਦਰ ਸਿੰਘ ਜੀ, ਇਹਨਾਂ ਚੋਣਾਂ ਬਾਰੇ ਤੁਸੀਂ ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ? ਸਾਡਾ ਜੀ ਵਿਚਾਰ ਇਹ ਆ ਜੀ, ਜਿਹੜਾ ਅਕਾਲੀ ਦਲ ਕਰ ਰਿਹਾ ਉਹਨੂੰ ਭੁਗਤ ਰਿਹਾ ਜੀ, ਤੇ ਜਿਹੜੇ ਸਾਡੇ ਆਪਣੇ ਹੁਣ ਸੁਖਬੀਰ ਬਾਦਲ ਜੀ ਆ, ਇਹਨਾਂ ਦੀ ਤੁਹਾਨੂੰ ਪਤਾ ਹੀ ਆ, ਇਹਨੇ ਲੀਡਰਸ਼ਿਪ ਕਿੰਨੀ ਕਾਮਯਾਬ ਆ। ਇਹਨਾਂ ਦਾ ਪਹਿਲਾ ਟੈਸਟ ਸੀਗਾ ਤੇ ਪਹਿਲੇ ਟੈਸਟ ਜੀ ਮੇਰੇ ਖਿਆਲ ਨਾਲ ਫੇਲ ਹੋ ਚੁੱਕੇ ਨੇ ਜੀ। ਸਾਨੂੰ ਹੁਣ ਚੰਗੇ ਲੀਡਰ ਦੀ ਲੋੜ ਆ। ਤੇ ਪਿਛਲੇ ਇਲੈਕਸ਼ਨਾਂ 'ਚ ਦੇਖਿਆ ਸੀ ਕਾਂਗਰਸ ਨੇ ਕੰਮ ਵਧੀਆ ਕੀਤਾ, ਇੱਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾ ਕੇ ਅਸੀਂ ਤਾਂ ਪੂਰੇ ਵਰਲਡ ਦੇ ਵਿੱਚ ਆਪਣਾ ਇੱਕ ਸਿੱਖ ਦਾ ਚਿਹਰਾ ਪੇਸ਼ ਕੀਤਾ। ਹਾਂ ਵੀ ਅਸੀਂ ਸਿੱਖ ਹੈਗੇ ਆ, ਅਸੀਂ ਬੇਸ਼ੱਕ ਆਟੇ 'ਚ ਨੂਣ ਆ, ਪਰ ਹੁਣ ਆਪਣੇ ਆਪ ਨੂੰ ਗਰਵ ਮਹਿਸੂਸ ਕਰਦੇ ਆ ਕਿ ਸਾਡਾ ਸਿੱਖ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਰਿਹਾ ਵਾ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ।
ਸਵਾਲ ਫਿਰ ਅਸੀਂ ਉੱਥੇ ਹੀ ਖੜੇ ਹਾਂ ਕਿ ਤੁਸੀਂ ਕਹਿੰਦੇ ਹੋ ਚੰਗੇ ਲੀਡਰ ਲਿਆਉਣ ਦੀ ਲੋੜ ਹੈ, ਸ਼ਾਇਦ ਇੰਪੋਰਟ ਅਜੇ ਅਲਾਉਡ ਨਹੀਂ ਹੋਈ, ਤੇ ਕੋਸ਼ਿਸ਼ ਕਰਾਂਗੇ ਜੇ ਕੌਮ ਨੇ ਕਰਨਾ ਹੈ। ਤੇ ਇਸ ਦੇ ਉੱਤੇ ਕੁਝ ਔਜਲਾ ਸਾਹਿਬ ਕੁਝ ਆਪਣੇ ਰਿਮਾਰਕਸ ਦੇਣਾ ਚਾਹੁੰਦੇ, ਟਿੱਪਣੀ ਦੇਣਾ ਚਾਹੁੰਦੇ। ਵੇਖੋ ਗੱਲ ਇੰਝ ਹੈਗੀ ਹੈ ਕਿ ਜੇ ਡਾਕਟਰ ਦਲਜੀਤ ਸਿੰਘ ਚੀਮੇ ਵਰਗਾ ਜੀ ਮੁਦੱਬਰ, ਇਮਾਨਦਾਰ, ਕੰਮ ਕਰਨ ਵਾਲਾ ਬੰਦਾ, ਉਹਦੇ 'ਚ ਕੋਈ ਸ਼ੱਕ ਨਹੀਂ, ਹਾਂਜੀ, ਜੇ ਉਹ ਵੀ ਸਾਡੇ ਸਿਸਟਮ ਦੇ ਵਿੱਚ ਜਿੱਥੇ ਸਿੱਖ ਮੈਜੋਰਟੀ ਜਿਹੜੇ ਹਲਕੇ 'ਚ ਜੇ ਉਹ ਚੋਣ ਹਾਰ ਸਕਦਾ ਤੇ ਅਸੀਂ ਤਾਂ ਡੈਮੋਕ੍ਰੇਸੀ ਸਾਡੀ ਹਾਰ ਗਈ ਪੰਜਾਬ। ਬਿਲਕੁਲ ਡੈਮੋਕ੍ਰੇਸੀ ਦੀ ਡਿਫੀਟ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ। ਹੈਲੋ ਜੀ ਰਮੇਸ਼। ਹਾਂਜੀ ਐਸਪੀ ਜੀ, 1 ਮਿੰਟ ਤੁਸੀਂ ਲਾਈਨ ਤੇ ਰਹਿਣਾ ਸਰ ਪਲੀਜ਼। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੇਰਾ ਨਾਮ ਮਨਮੋਹਨ ਸਿੰਘ ਗਰੇਵਾਲ, ਮੈਂ ਸਾਲਟ ਲੇਕ ਸਿਟੀ ਯੂਟਾ ਤੋਂ ਬੋਲ ਰਿਹਾ ਜੀ। ਹਾਂਜੀ ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜਸ ਪੰਜਾਬੀ ਦੇ ਇਸ ਐਪੀਸੋਡ ਵਿੱਚ। ਕਾਸ਼ ਔਜਲਾ ਸਾਹਿਬ ਲਈ ਸਾਡੇ ਕੋਲ ਹਾਰ ਹੁੰਦਾ ਤੇ ਉਹਨਾਂ ਨੂੰ ਅਸੀਂ ਹਾਰ ਪਾ ਕੇ ਸਨਮਾਨਿਤ ਕਰਦੇ ਜੀ। ਪ੍ਰੋਗਰਾਮ ਠੀਕ ਹੈ, ਤੁਸੀਂ ਨਰੇਟ ਕਰ ਰਹੇ ਹੋ ਜਾਂ ਐਸਪੀ ਸਿੰਘ ਨੇ ਲੰਬੀਆਂ ਚੌੜੀਆਂ ਕਹਾਣੀਆਂ ਪਾ ਕੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਪਰ 10 ਮਿੰਟ ਪਹਿਲਾਂ ਔਜਲਾ ਸਾਹਿਬ ਨੇ ਕਿਹਾ ਕਿ ਇੱਕੋ ਪਰਿਵਾਰ ਦੇ ਜੀ ਮੁੱਖ ਮੰਤਰੀ ਜੀ, ਉਪ ਮੁੱਖ ਮੰਤਰੀ, ਖਜ਼ਾਨਾ ਮੰਤਰੀ, 2-4 ਹੋਰ ਮਿਨਿਸਟਰ ਤੇ ਹੋਰ ਹੁਣ ਉਹਨਾਂ ਦੇ ਪਰਿਵਾਰ 'ਚ 13 ਸੀਟਾਂ 'ਚੋਂ ਇੱਕ ਪਰਿਵਾਰ ਸੈਂਟਰ 'ਚ ਵੀ ਚਲਾ ਗਿਆ ਦੁਬਾਰਾ ਫੇਰ ਜੀ। ਇਹ ਸਾਡੀ ਮੰਦਭਾਗੀ ਹੈ, ਪੰਜਾਬ ਦੀ ਬੜੀ ਬਦਕਿਸਮਤੀ ਹੈ ਕਿ ਇੱਕੋ ਪਰਿਵਾਰ ਦੇ ਗੈਂਗ ਦੇ ਹੇਠਾਂ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਤੁਲਨਾ ਕਰਦੇ ਹਾਂ ਜੀ, ਪਰ ਅਸੀਂ ਤੁਲਨਾ ਇਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਜਾਏ ਕਿਸੇ ਜ਼ਾਲਮ ਰਾਜੇ ਦੇ ਨਾਲ ਜੇ ਤੁਲਨਾ ਕਰੀਏ ਤਾਂ ਉਹ ਜ਼ਿਆਦਾ ਬੈਟਰ ਹੋਏਗਾ। ਚਲੋ ਆਪ ਦੇ ਵਿਚਾਰ ਦਰਸ਼ਕਾਂ ਤੱਕ ਪਹੁੰਚੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ ਹਾਂਜੀ ਹਾਂਜੀ, ਕੌਣ ਜੀ? ਮੈਂ ਰਗਵਿੰਦਰ ਸਿੰਘ ਬੋਲ ਰਿਹਾ ਜੀ। ਅੱਛਾ ਰਗਵਿੰਦਰ ਸਿੰਘ ਜੀ, ਮੈਂ ਸਟੂਡੀਓ ਨੂੰ ਬੇਨਤੀ ਕਰਾਂਗਾ ਜੇ ਦਲਜੀਤ ਸਿੰਘ ਚੀਮਾ ਜੀ ਲਾਈਨ ਤੇ ਮਿਲਣ, ਕਿਉਂਕਿ ਬਹੁਤ ਜ਼ਰੂਰੀ ਸੀ ਜੇਕਰ ਉਹ ਲਾਈਨ ਦੇ ਉੱਤੇ ਆ ਸਕਣ, ਤੇ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਦੱਸੋ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਬਸ ਮੈਂ ਵੀ ਹੁਣ 2 ਮਹੀਨੇ ਦੇ ਪੰਜਾਬ ਤੋਂ ਆਇਆ ਜੀ। ਜੀ ਤੇ ਜਿਹੜਾ ਹੁਣ ਮੈਂ ਲੈਕਚਰ ਰਾਤ ਦੇ ਦੇਖਣ ਰਹੇ ਆ, ਵੈਸੇ ਜਦੋਂ ਸਾਨੂੰ ਥੋੜਾ ਜਿਹਾ ਆਪਣੇ ਸਿੱਖ ਕੌਮ ਦੇ ਨਾਤੇ ਤੇ ਆ ਜੀ ਮਾਣ ਹੁੰਦਾ ਕਿ ਜੇ ਆਪਣੇ ਮਤਲਬ ਕਿ ਪੰਜਾਬ ਦੇ ਵਿੱਚ ਜੇ ਜਿਵੇਂ ਹੁਣ ਸਿੱਖ ਪ੍ਰਧਾਨ ਮੰਤਰੀ ਹੈ ਜੀ, ਤੇ ਸਾਰੇ ਸਿੱਖ ਹੀ ਮਤਲਬ ਕਿ ਸਾਰੇ ਮਿਲ ਕੇ ਇੱਕ ਕੰਮ ਸਿੱਧਾ ਕਰਨ ਤੇ ਪੰਜਾਬ ਦੇ ਕੋਈ ਹਾਲਾਤ ਚੰਗੇ ਹੋ ਸਕਦੇ ਨੇ ਜੀ। ਕਿਉਂਕਿ ਦਲਜੀਤ ਸਿੰਘ ਚੀਮਾ ਜਿਹੜਾ ਉਹ ਬੜਾ, ਮੈਂ ਉਹਨਾਂ ਦੇ ਬਾਰੇ ਪੜ੍ਹਿਆ ਵੀ ਹੈ, ਚਲੋ ਕਾਫੀ ਸਿਆਣਾ ਸੀ ਤੇ ਉਹਨੂੰ ਇੱਕ ਬੱਚਾ ਹਰਾ ਗਿਆ 25 ਸਾਲ ਦੀ ਉਮਰ ਦਾ ਜੀ। ਔਰ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਮਤਲਬ ਕਿ ਦੇ ਇਲਾਕੇ ਦੇ ਵਿੱਚ ਵੀ ਹੁੰਦਿਆਂ ਜੀ, ਜਿਹੜੇ ਗਾੜੇ ਸਿੱਖਾਂ ਦੀ ਸਿੱਖੀ ਪੈਦਾ ਸ਼ੁਰੂ ਹੋਈ ਹੈ, ਉੱਥੇ ਚੀਮਾ ਸਾਹਿਬ ਨੂੰ ਵੈਸੇ ਪੂਰੀ ਜਿੱਤ ਹੋਣੀ ਚਾਹੀਦੀ ਸੀ। ਠੀਕ ਹੈ ਜੀ, ਬਹੁਤ ਬਹੁਤ ਜੀ। ਮੈਂ ਹੋਰ ਜ਼ਿਆਦਾ ਕੁਝ ਕਹਿਣਾ, ਤੁਹਾਨੂੰ ਬਹੁਤ ਕਾਲਾਂ ਆ ਰਹੀਆਂ ਨੇ ਤੇ ਬੜੀ ਮਿਹਰਬਾਨੀ ਹੈ। ਹਾਂਜੀ ਐਸਪੀ ਜੀ। ਜੀ ਹਾਂਜੀ ਹਾਂਜੀ, ਇਸ ਵੇਲੇ ਫਿਰ ਇਹ ਗੱਲ ਇਹ ਹੋ ਰਹੀ ਸੀ ਕਿ ਨਿੱਜੀ ਤੌਰ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਦਰਸ਼ਕ ਕਹਿ ਰਹੇ ਸੀ ਕਿ ਕੇਵਲ ਇੱਕ ਸਿੱਖ ਪ੍ਰਧਾਨ ਮੰਤਰੀ ਆ ਉਹ ਹੋ ਜਾਣ ਦੇ ਨਾਲ ਹੀ, ਪਰ ਜੇਕਰ ਇਹ ਦੇਖਿਆ ਜਾਏ ਕੇਵਲ ਇਸ ਨਜ਼ਰੀਏ ਤੋਂ ਦੇਖਿਆ ਜਾਏ ਤਾਂ ਇਹ ਵੀ ਇਤਿਹਾਸਕ ਤੱਥ ਹੈ ਕਿ ਜਦੋਂ ਬਲੂ ਸਟਾਰ ਹੋਇਆ ਤਾਂ ਉਸ ਵੇਲੇ ਤਾਂ ਰਾਸ਼ਟਰਪਤੀ ਵੀ ਸਿੱਖ ਸੀ, ਹੋਮ ਮਿਨਿਸਟਰ ਵੀ ਸ਼ਾਇਦ ਉਸ ਤੋਂ ਬਾਅਦ ਸਿੱਖ ਰਹੇ ਤੇ ਪੰਜਾਬ ਦੇ ਚੀਫ ਮਿਨਿਸਟਰ ਵੀ ਸਿੱਖ ਸੀ। ਕੇਵਲ ਇਸ ਚੀਜ਼ ਨਾਲ ਤਾਂ ਨਹੀਂ ਹੋ ਸਕਦਾ, ਬਲਕਿ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਵੀ ਜਿਨ੍ਹਾਂ ਨੇ ਉਹਦੇ ਤੇ ਹਾਂ ਦਾ ਨਾਰਾ ਮਾਰਿਆ ਜਾਂ ਉਸ ਤੋਂ ਪਹਿਲੇ ਵੀ, ਉਹਨਾਂ 'ਚ ਕੋਈ ਸਿੱਖ ਨਹੀਂ ਸੀ। ਸੋ ਸਵਾਲ ਤੇ ਇਹ ਸੀ ਕਿ ਉਹਨਾਂ ਸਿੱਖੀ ਸਿਧਾਂਤਾਂ ਦੀ ਜਾਂ ਸਿੱਖ ਪ੍ਰਿੰਸੀਪਲ ਦੀ ਗੱਲ ਕਰਨ ਵਾਲਾ, ਸਾਡੇ ਨਾਲ ਤੁਰਨ ਵਾਲਾ ਕੌਣ ਸੀ, ਉਸ ਦਾ ਜਾਪਦਾ ਹੈ ਕਿ ਇਹ ਕਾਣ ਹੋਇਆ ਹੈ। ਤੁਸੀਂ ਲਾਈਨ ਤੇ ਰਹਿਣਾ, ਤੁਹਾਡੇ ਨਾਲ ਗੱਲ ਕਰਦੇ ਹਾਂ। ਹੈਲੋ ਹਾਂਜੀ ਹਾਂਜੀ, ਕੌਣ ਜੀ? ਮੈਂ ਦਲਜੀਤ ਸਿੰਘ ਅਟਲਾਂਟਾ ਤੋਂ ਬੋਲ ਰਿਹਾ ਜੀ। ਦਲਜੀਤ ਸਿੰਘ ਜੀ, ਤੇ ਬੇਨਤੀ ਇਹ ਹੈ ਕਿ ਅਸੀਂ ਸਿੱਖ ਦੀ ਪਰਿਭਾਸ਼ਾ ਨੂੰ ਅਸੀਂ ਭੁੱਲ ਗਏ ਹਾਂ ਜੀ। ਅਸੀਂ ਸਿਰਫ ਚਿਹਰੇ ਦੀ ਪਛਾਣ ਕਰਦੇ ਹਾਂ ਜੀ, ਫਲਾਣੇ ਨੇ ਪੱਗ ਬੰਨੀ ਹੈ ਤੇ ਦਾੜੀ ਰੱਖੀ ਤੇ ਉਹ ਸਿੱਖ ਹੈ।
ਜੀ ਔਰ ਇਹੋ ਹੀ ਪ੍ਰੋਬਲਮ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਜਿਹੜੇ ਅਕਾਲੀ ਪੋਲੀਟੀਕਲ ਪਾਰਟੀ ਹੈ ਔਰ ਉਧਰੋਂ ਆਪਣਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ, ਔਰ ਉਹਨਾਂ ਦੇ ਦਬਾਅ ਦੇ ਅੰਦਰ ਹੀ ਜਿਹੜੀ ਸਿਲੈਕਸ਼ਨ ਹੁੰਦੀ ਹੈ ਆਪਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਉਹ ਕਿਸੇ ਨੂੰ ਹੁਣ ਚੁਆਇਸ ਨਹੀਂ ਰਹਿ ਗਈ। ਜਦ ਤੱਕ ਸਿੱਖ ਦੀ ਪਛਾਣ ਦੀ, ਸਿੱਖ ਦੀ ਪਰਿਭਾਸ਼ਾ ਦੀ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਕਿ ਸਿੱਖ ਕੌਣ ਹੈ, ਸਿੱਖ ਕਿੱਦਾਂ ਦਾ ਹੈ, ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਵਾ, ਤਦ ਤੱਕ ਇਹ ਸਮੱਸਿਆ ਬਣੀ ਰਹਿਣੀ ਹੈ। ਕਿਉਂਕਿ ਅਸੀਂ ਲੋਕ ਉਸ ਤੋਂ ਆਪਣੇ ਜਿਹੜਾ ਜੀਵਨ ਹੈ ਉਸ ਤੋਂ ਅਸੀਂ ਪਿਛੜ ਗਏ ਹਾਂ, ਤੇ ਅਸੀਂ ਹੁਣ ਸਿਰਫ ਆਪਣੇ ਚਿਹਰਿਆਂ ਨੂੰ ਵੇਖ ਕਰਕੇ ਕਿ ਬਈ ਇਹ ਬੰਦੇ ਸਿੱਖ ਹੈ ਤੇ ਸਾਡੀ ਬਿਲਕੁਲ ਇਹੀ ਗੱਲ ਉਹ ਕਹਿ ਰਹੇ ਸੀ। ਸੋ ਕੇਵਲ ਸਰੂਪ ਨਾਲ ਹੀ ਨਹੀਂ, ਸਾਨੂੰ ਕਿਰਦਾਰ ਵੀ ਜਿਹੜਾ ਹੈ, ਦੀਦਾਰ, ਗੁਫ਼ਤਾਰ ਤੇ ਕਿਰਦਾਰ, ਤਿੰਨੋਂ ਚੀਜ਼ਾਂ ਜ਼ਾਹਿਰਾ ਤੌਰ ਤੇ ਵੀ ਔਰ ਉਹਦੇ ਕਿਰਦਾਰ ਔਰ ਗੱਲਬਾਤ ਤੋਂ ਵੀ ਹੋਣਾ ਪਏਗਾ। ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ, ਮਿਹਰਬਾਨੀ ਜੀ। ਥੈਂਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਬਾਈ ਜੀ। ਹਾਂਜੀ, ਕੌਣ ਬੋਲ ਰਹੇ ਜੀ? ਮੈਂ ਢਿੱਲੋਂ ਬੋਲਦਾ ਜੀ। ਹਾਂਜੀ ਢਿੱਲੋਂ ਸਾਹਿਬ ਦੱਸੋ, ਆਪ ਲਾਈਨ ਤੇ ਹੋ। ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ, ਆਪਣੇ ਜਿਹੜੇ ਮਤਲਬ ਬਾਦਲ ਸਾਹਿਬ ਨੇ ਜੀ, ਬਾਦਲ ਸਾਹਿਬ ਦਾ ਬੇਟਾ ਮਤਲਬ ਕੋਈ ਚਾਹੀਦਾ ਨਹੀਂ ਸੀਗਾ ਜੀ ਇਹ ਸਿਸਟਮ ਜੀ। ਹਾਂਜੀ, ਇਹ ਮਤਲਬ ਪਰਿਵਾਰ ਚੋਂ ਹੁਣ ਇਹਨਾਂ ਨੇ ਆਪਦੀ ਨੂੰਹ ਬਣਾ ਲਈ ਹੈ। ਪਹਿਲੋਂ ਮਤਲਬ ਸਾਰੇ ਬੰਦੇ ਮਨਪ੍ਰੀਤ ਸਿੰਘ ਬਾਦਲ ਹੈ ਤੇ ਹੋਰ ਹੈ, ਇਹਨਾਂ ਦਾ ਸਾਲਾ ਸਾਹਿਬ ਨੇ ਜੀ ਕੋਈ ਮਤਲਬ ਸਾਰਾ ਸਾਹਿਬ ਦਾ ਬੇਟਾ ਹੁਣ ਹਾਰਿਆ ਜੀ ਉੱਥੋਂ, ਚੰਗੀ ਗੱਲ ਨਹੀਂ ਹੋਈ ਹੈਗੀ ਜੀ। ਜੀ, ਜਿਹੜੀ ਆਪ ਗੱਲ ਕਰ ਰਹੇ ਹੋ ਇਸ ਤੇ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਜਿਸ ਵੇਲੇ 1971 ਦੀ ਲੜਾਈ ਦੇ ਬਾਅਦ ਜਿਹੜੇ ਕਮਾਂਡਰ ਇਨ ਚੀਫ ਸਨ ਮਾਨਿਕ ਸ਼ਾਹ ਤੇ ਫੀਲਡ ਮਾਰਸ਼ਲ SHF ਜੇ ਮਾਨਿਕ ਸ਼ਾਹ, ਉਹਨਾਂ ਨੂੰ ਕਿਸੇ ਨੇ, ਪੱਤਰਕਾਰ ਨੇ ਪੁੱਛਿਆ ਸੀ ਕਿ ਲੜੀਆਂ ਤੇ ਤੁਹਾਡੀਆਂ ਫੌਜਾਂ ਸੀ ਤੇ ਇਨਾਮ ਤੁਹਾਨੂੰ ਮਿਲ ਗਿਆ, ਅਹੁਦਾ ਤੁਹਾਨੂੰ ਮਿਲ ਗਿਆ, ਤੇ ਉਹਨਾਂ ਨੇ ਜਵਾਬ ਦਿੱਤਾ ਸੀ ਲੜਿਆ ਤੇ ਖੁਦ ਵੀ ਯਾਹਿਆ ਖਾਨ ਨਹੀਂ ਸੀ, ਉਹਦੀਆਂ ਫੌਜਾਂ ਹੀ ਲੜੀਆਂ ਸੀ। ਸੋ ਇਹ ਸਹੀ ਹੈ ਕਿ ਜੋ ਵੀ ਕਮਾਂਡਰ ਹੈ ਉਸ ਨੂੰ ਉਹਦਾ ਬਲੇਮ ਵੀ ਲੈਣਾ ਪੈਣਾ ਹੈ ਤੇ ਉਸ ਨੂੰ ਉਸ ਦਾ ਜਵਾਬ ਵੀ ਦੇਣਾ ਪੈਣਾ ਹੈ। ਇਹਦੇ ਤੇ ਕੋਈ ਟਿੱਪਣੀ ਜਿਹੜੀ ਹੈ ਔਜਲਾ ਸਾਹਿਬ ਜ਼ਰੂਰ ਕਰਨੀ ਚਾਹਣਗੇ। ਉਹ ਤਾਂ ਗੱਲ ਸਹੀ ਹੈ, ਪਰ 1984 ਦੇ ਬੰਦਿਆਂ ਨੇ ਹੱਥ ਖੜੇ ਕਰਕੇ ਹਰਮੰਦਰ ਸਾਹਿਬ ਚੋਂ ਬਾਹਰ ਨਿਕਲੇ ਨੇ, ਅੱਜ ਆਪਾਂ ਉਹਨਾਂ ਨੂੰ ਲੀਡਰ ਬਣਾਇਆ ਜੀ ਆਪਣੇ। ਜੀ ਜੀ ਜੀ, ਔਜਲਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ? ਇਹ ਜਿਹੜੀ ਮਾਨਕ ਸ਼ਾਹ ਹੋਰਾਂ ਨੇ ਗੱਲ ਕੀਤੀ ਸੀ, ਉਹਨਾਂ ਨੇ ਇੱਕ ਜਿਹੜੀ ਡਿਟੇਲ 'ਚ ਗੱਲ ਕੀਤੀ ਸੀ, ਉਹ ਕਹਿੰਦੇ ਸਨ ਕਿ 1965 ਦੀ ਜੰਗ ਜਿਹੜੀ ਪਾਕਿਸਤਾਨ ਨਾਲ ਹੋਈ ਸੀ ਉਹ ਜਨਰਲ ਹਰਬਖਸ਼ ਸਿੰਘ ਜਿੱਤੇ ਸਨ। ਬਿਲਕੁਲ ਠੀਕ ਹੈ। ਤੇ 1971 ਦੀ ਜਿਹੜੀ ਜੰਗ ਸੀ ਉਹ ਜਨਰਲ JS ਅਰੋੜਾ ਜਿੱਤੇ ਸਨ, ਜਗਜੀਤ ਸਿੰਘ ਅਰੋੜਾ ਜੀ। ਤੇ ਜਰਨੈਲ ਸਿੱਖ ਲੜਦੇ ਰਹੇ ਤੇ ਪ੍ਰਮੋਸ਼ਨਾਂ ਮੈਨੂੰ ਮਿਲਦੀਆਂ ਰਹੀਆਂ। ਠੀਕ ਹੈ, ਉਹਨਾਂ ਨੇ ਕਾਫੀ ਕੁਝ ਉਸ ਨੂੰ ਕੀਤਾ, ਬਹੁਤ ਇਮਾਨਦਾਰੀ ਨਾਲ ਉਹਨਾਂ ਦੇ ਕਮੈਂਟ ਸੀਗੇ। ਹਾਂ, ਉਹ ਕਹਿੰਦੇ ਵੀ ਦੇਖੋ ਜੇ ਬਹਾਦਰੀ ਦੀ ਗੱਲ ਕਰੀਏ ਤੇ ਜੋ ਜਨਰਲ ਹਰਬਖਸ਼ ਸਿੰਘ ਨੇ ਬਹਾਦਰੀ ਵਿਖਾਈ ਉਹ ਕਿਸੇ ਨੇ ਨਹੀਂ ਵਿਖਾਈ। ਨਹੀਂ, ਉਹਨਾਂ ਨੇ ਇਹ ਵੀ ਕਿਹਾ ਸੀ, ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਨਾਮ ਕਿਉਂ ਮਿਲਿਆ, ਉਹਨਾਂ ਨੇ ਹਾਸੇ 'ਚ ਕਿਹਾ ਸੀ ਇਸ ਲੜਾਈ 'ਚ ਮੈਂ ਡਰਿਆ ਨਹੀਂ ਕਹਿੰਦੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਹੈਲੋ ਜੀ, ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਵੀਰ ਜੀ ਲਾਈਨ ਤੇ ਹੋ? ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਭੈਣ ਜੀ? ਮੈਂ ਸੁਖਵਿੰਦਰ ਕੌਰ ਬੋਲਦੀ ਹਾਂ ਜੀ। ਕਿੱਥੋਂ? ਹਾਂਜੀ, ਮੈਂ ਇੰਡੀਅਨ ਪਲਸ ਤੋਂ ਬੋਲਦੀ ਹਾਂ। ਹਾਂਜੀ, ਬੋਲੋ, ਹੁਕਮ ਕਰੋ, ਦੱਸੋ। ਹਾਂਜੀ, ਮੈਂ ਔਜਲਾ ਸਾਹਿਬ ਨੂੰ ਕਹਿੰਦੀ ਹਾਂ ਕਿ ਦਲਜੀਤ ਸਿੰਘ ਚੀਮਾ ਦੀ ਜੋ ਹਾਰ ਹੈ, ਹਾਂਜੀ, ਸਾਡੇ ਲਈ ਉਹ ਬਹੁਤ ਠੀਕ ਹੈ। ਆਪਾਂ ਕਹਿ ਸਕਦੇ ਹਾਂ ਵੀ ਨਹੀਂ ਸੀ ਉਹ ਹੋਣੀ ਚਾਹੀਦੀ, ਪਰ ਜੋ ਬੇਅੰਤ ਸਿੰਘ ਦਾ ਪੁੱਤ ਇਸ ਤਰ੍ਹਾਂ ਜਿੱਤਿਆ ਜੀ, ਉਹ ਸਿਰਫ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਾਉਣ ਦੇ ਕਾਰਨ, ਸਿੱਖ ਇੱਕ ਪ੍ਰਧਾਨ ਮੰਤਰੀ ਬਣਾਉਣ ਦੇ ਕਾਰਨ ਜੀ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੋਣਗੀਆਂ। ਹਾਂਜੀ, ਜੋ ਬਾਦਲ ਉਹਨਾਂ ਦੀ ਛਵੀ ਹੈ, ਹਾਂਜੀ, ਬਾਦਲ ਦੇ ਪਰਿਵਾਰ ਦੀ, ਉਹ ਆਪਾਂ ਕਹਿ ਨਹੀਂ ਸਕਦੇ ਕਿ ਪੰਥਕ ਵੋਟ ਉਹਨਾਂ ਨੂੰ ਪਾਉਣੀ ਚਾਹੀਦੀ ਸੀ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰ ਜਿਹੜੇ ਹੈ ਉਹ ਦਰਸ਼ਕਾਂ ਤੱਕ ਪਹੁੰਚੇ। ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਲਾਂਬਾ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ। ਹਾਂਜੀ, ਮੈਂ ਬੋਲ ਰਿਹਾ ਗੁਰਚਰਨਜੀਤ ਸਿੰਘ ਲਾਂਬਾ। ਲਾਂਬਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਅਵਤਾਰ ਬੋਲ ਰਿਹਾ। ਹਾਂਜੀ, ਅਵਤਾਰ ਸਿੰਘ ਜੀ। ਤੇ ਮੈਂ ਡਾਕਟਰ ਦਲਜੀਤ ਚੀਮਾ ਦੀ ਕਾਂਸਟੀਚੁਐਂਸੀ ਨੂੰ ਬਿਲੋਂਗ ਕਰਦਾ ਜੀ। ਹਾਂਜੀ, ਤੇ ਮੈਂ ਕਹਿਣੀ ਚਾਹੁੰਦਾ ਵੀ ਮੋਹਾਲੀ ਦੇ ਵਿੱਚ ਕਾਂਗਰਸ ਦਾ MLA ਹੈ। ਹਾਂਜੀ, ਤੇ ਪੰਜਾਬ ਦੀਆਂ ਬਾਕੀ 6 ਕਾਂਸਟੀਚੁਐਂਸੀਆਂ ਉਹਨੂੰ
ਫਿੱਟ ਕਰਦੇ ਆ ਜੀ, ਨਾਲ 6 ਅਕਾਲੀ MP MLA ਨੇ ਜੀ। ਹਾਂਜੀ, ਤੇ ਚੱਕਰ ਇਹ ਹੈ ਵੀ ਉੱਥੇ ਅਕਾਲੀ ਦਲ ਦਾ ਆਧਾਰ ਹੈ ਜਿਹੜਾ ਬਹੁਤ ਮਾੜਾ ਹੋਇਆ ਜੀ। ਹਾਂਜੀ, ਮਾੜਾ ਏਦਾਂ ਹੋਇਆ ਵੀ ਇਹਨਾਂ ਨੇ ਕੀਤਾ ਕੁਛ ਨਹੀਂ ਉੱਥੇ। ਤੇ ਦਲਜੀਤ ਸਿੰਘ ਚੀਮਾ ਬੜੇ ਨਾਈਸ ਸੀਗੇ, ਬਹੁਤ ਨਾਈਸ ਹੈ। ਮੈਂ ਜੀ ਜੀ, ਬਹੁਤ 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 ਹਰ ਕੋਈ ਉਹਨਾਂ ਦੇ ਨਿੱਜੀ ਵਤੀਰੇ ਦੀ ਬਹੁਤ ਤਾਰੀਫ ਕਰਦਾ ਜੀ। ਕਾਰਨ ਇਹ ਵੀ ਆਧਾਰ ਇੱਕ ਚੰਗਾ ਇਨਸਾਨ ਜੇ ਮਾੜੇ ਜਦ ਉਹਦੀ ਬੈਕ ਤੇ ਉਹਨੂੰ ਕੋਈ ਸਪੋਰਟ ਨਹੀਂ ਹੁੰਦੀ ਹੈ, ਕੋਈ ਇਲਾਕੇ 'ਚ ਕੰਮ ਨਹੀਂ ਕੀਤਾ ਤੇ ਹਾਰ ਡੈਫੀਨੇਟਲੀ ਹੈ। ਜੀ ਹਾਂਜੀ, ਜੀ ਹਾਂਜੀ, ਜੀ ਹੁਣ ਮੋਹਾਲੀ ਤੋਂ ਇੱਕ MLA ਨੇ ਜੀ, ਸਿੱਧੂ ਆਪਣਾ ਕੀ ਨਾਮ ਹੈ, ਸਿੱਧੂ ਸਾਹਿਬ ਕਹਿੰਦੇ, ਲਾਸਟ ਨੇ ਸਿੱਧੂ ਹੈ। ਹਾਂਜੀ, ਉਹ ਬੰਦੇ ਉੱਥੋਂ MLA ਜਿੱਤੇ ਨੇ। ਪਹਿਲਾਂ 800 ਵੋਟਾਂ ਤੋਂ ਕਾਂਗਰਸੀ MLA ਤੋਂ ਹਾਰੇ ਸੀਗੇ। ਹਾਂਜੀ, ਆਜ਼ਾਦ ਖੜੇ ਸੀ। ਹੁਣ ਉਹ ਕਾਂਗਰਸ ਦੀ ਤਰਫ ਤੋਂ ਜਿੱਤਿਆ, ਬਹੁਤ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ ਆ। ਠੀਕ ਹੈ। ਇਸ ਰੀਜ਼ਨ ਇਹ ਹੋ ਜਾਂਦਾ ਵੀ ਉਹ ਬੰਦੇ ਲੋਕਾਂ 'ਚ ਆਉਣ ਜਾਣ, ਉਹਨਾਂ ਦਾ ਰਿਲੇਸ਼ਨ ਬਹੁਤ ਨਹੀਂ ਜੀ। ਠੀਕ ਹੈ, ਚਲੋ ਇਹ ਔਜਲਾ ਸਾਹਿਬ ਕੁਝ ਕਹਿਣਾ ਚਾਹ ਰਹੇ ਇਹਦੇ ਤੇ। ਹਾਂਜੀ, ਇਹ ਲਾਂਬਾ ਸਾਹਿਬ ਮੈਂ ਇਹ ਅਰਜ਼ ਕਰਨਾ ਵਾ ਕਿ ਜਿਹੜੀ ਸਰਕਾਰ ਆ ਇਹ ਜੇ ਖਰਚਾ ਦਲਜੀਤ ਸਿੰਘ ਚੀਮੇ ਦੇ ਇਲਾਕੇ 'ਚ ਵੀ ਉਸੇ ਤਰ੍ਹਾਂ ਕਰਦੀ, ਜਾਂ ਸੁਖਦੇਵ ਸਿੰਘ ਢੀਂਡਸੇ ਦੇ ਵੀ ਕਰਦੀ, ਜਾਂ ਚਰਨਜੀਤ ਸਿੰਘ ਅਠਵਾਲ ਦੇ ਵੀ ਕਰਦੀ, ਤੇ ਹੋ ਸਕਦਾ ਨਤੀਜੇ ਡਿਫਰੈਂਟ ਹੁੰਦੇ ਜੀ। ਇਹ ਹੁਣ ਕਿਉਂਕਿ ਸਾਰਾ ਖਰਚਾ ਇਹਨਾਂ ਬਠਿੰਡੇ ਕਰ ਲਿਆ ਜੀ, ਜਿੰਨੇ ਪ੍ਰੋਜੈਕਟ ਸੀ ਸਾਰੇ ਬਠਿੰਡੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜੀ। ਜਦ ਕਿ ਜਿਹੜੀ ਸੈਂਟਰਲ ਯੂਨੀਵਰਸਿਟੀ ਵੀ ਆ ਉਹਦੇ ਵਾਸਤੇ ਵੀ ਬੜੇ ਪੰਜਾਬ 'ਚ ਕਲੇਮੈਂਟ ਸਨ, ਬੜੀਆਂ ਸਿਟੀਜ਼ ਕਲੇਮੈਂਟ ਸਨ ਜਿੱਥੇ ਕੋਈ ਯੂਨੀਵਰਸਿਟੀ ਨਹੀਂ। ਲੇਕਿਨ ਇਹ ਸਾਰਾ ਜ਼ੋਰ ਉੱਥੇ ਲਾਇਆ ਕਿ ਇਹ 2 ਸਾਲ ਤੋਂ ਇਹਨਾਂ ਦੀ ਨੀਅਤ ਇਹ ਸੀ ਨਰਚਰ ਕੀਤਾ ਉਹਨਾਂ ਨੇ ਉਸ ਕੰਸਟੀਚੁਐਂਸੀ ਨੂੰ ਨਰਚਰ ਕਰ ਲਓ। ਠੀਕ ਹੈ। ਤੇ ਉੱਥੇ ਜੇ ਧੱਕਾ ਨਾ ਚੱਲਿਆ ਤੇ ਘੱਟ ਤੋਂ ਘੱਟ ਲੋਕਾਂ ਦੀਆਂ ਸੁਭਾਵਿਕ ਤੌਰ ਤੇ ਵੋਟਾਂ ਜ਼ਰੂਰ ਮਿਲ ਜਾਣ। ਠੀਕ ਹੈ। ਉਹਦਾ ਨਤੀਜਾ ਬਾਕੀ ਦੇ ਕੈਂਡੀਡੇਟ ਹਰਵਾ ਲਿਆ ਤੇ ਇੱਕ ਕੈਂਡੀਡੇਟ ਜਿਤਾ ਲਿਆ। ਪਰ ਇਹ ਕਦੀ ਵੀ ਇੰਟੈਂਸ਼ਨ ਤਾਂ ਨਹੀਂ ਹੋ ਸਕਦੀ, ਇਹ ਰਿਜ਼ਲਟ ਹੋ ਸਕਦਾ ਹੈ, ਇੰਟੈਂਸ਼ਨ ਨਹੀਂ ਕਹੀ ਜਾ ਸਕਦੀ। ਜਦੋਂ ਤੁਹਾਡੇ 'ਚ ਵਿਜ਼ਡਮ ਦੀ ਘਾਟ ਹੋਵੇ, ਨਹੀਂ ਉਹ ਫਿਰ ਇੰਟੈਂਸ਼ਨਲੀ ਨਹੀਂ, ਮੈਂ ਇੰਟੈਂਸ਼ਨ ਦੀ ਗੱਲ, ਮੈਂ ਤੁਹਾਨੂੰ ਇਹ ਗੱਲ ਕਰਨਾ, ਜਦੋਂ ਵਿਜ਼ਡਮ ਦੀ ਘਾਟ ਹੋਵੇ ਜੀ। ਇਹ ਦੇਖੋ ਮਹਾਰਾਜਾ ਅਮਰਿੰਦਰ ਸਿੰਘ ਨੂੰ ਮੈਂ ਇੱਕ ਵਾਰ ਚਿੱਠੀ ਲਿਖੀ ਸੀ ਕਿ ਤੁਸੀਂ ਮਾਝੇ ਔਰ ਦੁਆਬੇ ਨੂੰ ਨਜ਼ਰਅੰਦਾਜ਼ ਕਰਦੇ ਹੋ ਜੀ। ਜੇ ਤੁਸੀਂ ਅੰਮ੍ਰਿਤਸਰ ਦੀ ਇਨਸਲਟ ਕਰਦੇ ਹੋ ਨਾ ਤੇ ਮਾਝਾ ਸਾਰਾ ਤੁਹਾਨੂੰ ਪਸੰਦ ਨਹੀਂ ਕਰੇਗਾ। ਪਰ ਐਤਕੀ ਇੱਕ ਗੱਲ ਚੰਗੀ ਹੋਈ ਹੈ, ਮਾਲਵੇ ਦੇ ਵਿੱਚ ਅਕਾਲੀ ਦਲ ਨੂੰ ਰਿਵਾਈਵਲ ਹੋਈ ਹੈ, ਉੱਥੋਂ ਉਹਨਾਂ ਨੇ ਵਾਪਸ ਕੁਝ ਗੇਨ ਹਾਸਲ ਕੀਤੀ। ਨਹੀਂ ਉਹ ਦੇਖੋ ਮਾਲਵੇ ਦੀਆਂ 2 ਬੈਲਟਾਂ ਨੇ ਹਾਂਜੀ, ਇੱਕ ਨੂੰ ਮੈਂ ਚੰਡੀਗੜ੍ਹ ਮਾਲਵਾ ਕਹਿੰਦਾ, ਹਾਂਜੀ, ਇੱਕ ਨੂੰ ਮੈਂ ਸਦਰਨ ਮਾਲਵਾ ਜਾਂ ਗਾੜਾ ਮਾਲਵਾ ਕਹਿੰਦਾ। ਜਿਹੜਾ ਸਦਰਨ ਮਾਲਵਾ ਆ ਉਹਦੇ ਵਿੱਚ 4 ਸੀਟਾਂ ਚਾਰੇ ਜਿੱਤੇ ਹੋ। ਹਾਂਜੀ, ਠੀਕ ਹੈ। ਬਠਿੰਡਾ, ਫਿਰੋਜ਼ਪੁਰ, ਹਾਂਜੀ, ਫਰੀਦਕੋਟ ਜੀ, ਤੇ ਅੱਛਾ, ਤੇ ਜਿਹੜਾ ਇਹ ਹੈਗਾ ਚੰਡੀਗੜ੍ਹ ਮਾਲਵਾ ਜੀ, ਉਹਦੇ ਵਿੱਚ ਕਾਂਗਰਸ ਜਿੱਤੀ ਹੈ, ਕਿਉਂਕਿ ਉਹਦੇ 'ਚ ਚੰਡੀਗੜ੍ਹ ਸੀਟ ਵੀ ਕਾਂਗਰਸ ਜਿੱਤੀ ਹੈ, ਲੁਧਿਆਣਾ ਵੀ, ਪਟਿਆਲਾ ਵੀ, ਫਤਿਹਗੜ੍ਹ ਸਾਹਿਬ ਵੀ ਤੇ ਅਨੰਦਪੁਰ ਸਾਹਿਬ। ਠੀਕ ਹੈ, ਠੀਕ ਹੈ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਵੀਰ ਜੀ? ਮੈਂ ਦੁਬਾਰਾ ਫਿਰ ਮਨਮੋਹਨ ਸਿੰਘ ਬੋਲ ਰਿਹਾ ਹਾਂ, ਇਸ ਕਰਕੇ ਕਿ ਮੈਂ ਪੂਰਾ ਮੈਸੇਜ ਕਨਵੇ ਨਹੀਂ ਕਰ ਸਕਦਾ। ਨਹੀਂ ਕੋਈ ਗੱਲ ਨਹੀਂ, ਤੁਸੀਂ ਦੁਬਾਰਾ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਉਹ ਮੇਰਾ ਮੈਸੇਜ ਮੈਂ ਜਿਹੜੇ 2-4 ਆਈਡੀਆਜ਼ ਮੈਂ ਜਿਹੜੇ ਰਹਿ ਗਏ ਦੇ ਦਿਓ, ਸਮਾਂ ਹੈ ਸਾਡੇ ਕੋਲ 2 ਮਿੰਟ। ਹਾਂਜੀ, ਦੇਖੋ ਆਪਾਂ ਪੰਜਾਬ ਦੇ ਇਲੈਕਸ਼ਨਸ ਦੀ ਗੱਲ ਕਰ ਰਹੇ ਹਾਂ ਤੇ ਪੰਜਾਬ ਦੀ ਕਰੰਟ ਜਿਹੜੀ ਹੈਗੀ ਹੈ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਅਗਰ ਉਹਨੂੰ ਐਨਾਲਾਈਜ਼ ਕਰਦੇ ਹਾਂ, ਉਹਦੇ 3-4 ਕੀ ਪਲੇਅਰ ਨੇ। ਅਮਰਿੰਦਰ ਸਿੰਘ ਤੇ ਉਹਨਾਂ ਦੀ ਫੈਮਿਲੀ ਜੀ, ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਫੈਮਿਲੀ, ਤੇ ਸਮ ਐਕਸਟੈਂਟ ਜਿਹੜੀ ਇਹਨਾਂ ਦੀ BJP ਨਾਲ ਮੈਰਿਜ ਹੈ ਉਹਦੇ ਨਵਜੋਤ ਸਿੰਘ ਸਿੱਧੂ ਦੀ। ਹਾਂਜੀ, ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਪਾਰਟੀ ਦੀ ਅਗਰ ਆਪਾਂ ਇਹਨਾਂ ਦੀ ਮੈਰਿਜ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਦੇ ਪੰਜਾਬ ਦੇ ਜੋ ਇਹਨਾਂ ਨੇ ਵੈਲਫੇਅਰ ਲਈ ਕੀਤਾ, ਉਹਨੂੰ ਅਸੀਂ ਇੱਕ ਮੀਲ ਪੱਥਰਾਂ ਤੋਂ ਬਿਨਾਂ, ਇੱਕ ਫਾਊਂਡੇਸ਼ਨ ਸਟੋਨਸ ਥਾਂ ਲਾਉਣ ਤੋਂ ਬਿਨਾਂ ਬਾਕੀ ਸਭ ਫੁੱਲ ਆਫ ਕਰਪਸ਼ਨ ਹੈ ਜੀ। ਚਾਹੇ ਨਵਜੋਤ ਸਿੰਘ ਸਿੱਧੂ ਦੇ ਮਰਡਰ ਚਾਰजेस ਨੇ, ਚਾਹੇ ਉਹਨਾਂ ਦੇ ਅਗੇਂਸਟ ਜਿਹੜਾ ਕੈਂਡੀਡੇਟ ਹੁਣ ਸੀਗਾ ਜਿਹਦੇ ਇਹਨਾਂ ਨੇ ਇਹਨਾਂ ਦੇ ਅਗੇਂਸਟ ਨਹੀਂ, ਜਿਹੜੇ ਇਹਨਾਂ ਦੇ ਚਾਰजेस ਲੱਗੇ ਹੋਏ ਸੀਗੇ, ਰੇਪ ਦੇ ਚਾਰजेस ਲੱਗੇ ਹੋਏ ਸੀਗੇ ਅੰਮ੍ਰਿਤਸਰ ਦੇ ਕੈਂਡੀਡੇਟ ਦੇ, ਜਿਹੜੇ ਇਹਨਾਂ ਨੇ ਕਿਹਾ ਕਿ ਓਵਰਨਾਈਟ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗ ਕਰਕੇ ਅਵਤਾਰ ਸਿੰਘ ਮੱਕੜ, BJP ਦੇ ਨਵਜੋਤ ਸਿੱਧੂ, ਪ੍ਰਕਾਸ਼ ਸਿੰਘ ਬਾਦਲ ਨੇ ਓਵਰਨਾਈਟ ਬੰਦ ਕਮਰਿਆਂ ਦੀ ਮੀਟਿੰਗ ਕਰਕੇ ਉਹਦੇ ਚਾਰजेस ਇਹਨਾਂ ਨੇ
ਹਟਵਾਏ ਕਿਸੇ ਐਸਪੀ ਦੀ ਡਿਊਟੀ ਲਗਵਾ ਕੇ 2 ਦਿਨ ਦੇ ਅੰਦਰ ਅੰਦਰ ਉਹ ਕੇਸ ਸੋ ਅਸੀਂ ਜਿਹੜਾ ਸੀ ਇਸ ਦਾ ਕਰ ਰਹੇ ਸੀ ਵਿਸ਼ਲੇਸ਼ਣ ਕਿ ਇਹਦੇ ਆਉਣ ਵਾਲੇ ਸਾਡੇ ਇਹਨਾਂ ਚੋਣ ਗੱਠਜੋੜਾਂ ਦਾ, ਇਹਨਾਂ ਗਠਬੰਧਨ ਦਾ ਫਰਦਰ ਸਾਡੇ ਤੇ ਕੀ ਅਸਰ ਪਏਗਾ। ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਹੈਲੋ ਲਾਈਨ ਡਿਸਟਰਬ ਹੋ ਰਹੀ ਹੈ। ਹੈਲੋ ਹਾਂਜੀ ਕੌਣ ਜੀ? ਹਾਂਜੀ ਮੈਂ ਜੀ ਕਾਲਾ ਬੋਲ ਰਿਹਾ ਜੀ। ਹਾਂਜੀ ਬੋਲੋ ਜੀ। ਹਾਂਜੀ ਮੈਂ ਗੱਲ ਕਰਨਾ ਚਾਹੁੰਦਾ ਲਾਈਵ ਤੇ। ਹਾਂਜੀ ਕੌਣ, ਕਿਹਦੇ ਨਾਲ ਗੱਲ ਕਰਨੀ ਚਾਹੁੰਦੇ ਹੋ? ਔਜਲਾ ਸਾਹਿਬ ਨਾਲ ਕਰਨੀ ਚਾਹੁੰਦੇ ਹੋ, ਮੇਰੇ ਨਾਲ ਕਰਨਾ ਚਾਹੁੰਦੇ ਹੋ? ਮੈਂ ਗੁਰਚਰਨਜੀਤ ਸਿੰਘ ਲਾਂਬਾ। ਹਾਂਜੀ ਮਹਾਰਾਜ ਮੈਂ ਤਰਲੋਚਨ ਸਿੰਘ ਕਾਲਾ, ਬੇਗਵਾਲ ਪਿੰਡ ਮੇਰਾ। ਹਾਂਜੀ ਮੈਂ ਔਜਲਾ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ। ਹਾਂਜੀ ਔਜਲਾ ਸਾਹਿਬ ਇੱਥੇ ਹੀ ਹੈ, ਸੁਣ ਰਹੇ ਤੁਹਾਡੀ ਗੱਲ, ਤੁਸੀਂ ਬੋਲੋ। ਹਾਂਜੀ ਮੈਂ ਬੜਾ ਮਹਿਸੂਸ ਕਰਦਾ ਜੀ ਅਕਾਲੀ ਦਲ ਸੋਮਨਾਥ ਹਾਰ ਗਿਆ ਜੀ। ਬੜਾ ਦੁੱਖ ਪ੍ਰਗਟਾਵਾ ਹੋਇਆ। ਅਸੀਂ ਅਕਾਲੀ ਰਹੇ ਹਾਂ ਸ਼ੁਰੂ ਤੋਂ ਹੀ ਜੀ, ਪਰ ਇਹ ਕਾਰਨ ਕੀ ਹੋਇਆ ਜੀ? ਹਾਂਜੀ ਹਾਂਜੀ ਔਜਲਾ ਸਾਹਿਬ ਨਾਲ ਗੱਲ ਕਰਾਓ ਸਾਡੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਸਾਡਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਹਾਨੂੰ। ਔਜਲਾ ਸਾਹਿਬ ਫਤਿਹ ਬੁਲਾ ਕੇ ਅਸੀਂ ਇਸ ਨੂੰ ਸਮ ਅਪ ਕਰਾਂਗੇ। ਔਜਲਾ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਜੀ ਬੋਲ ਰਹੇ ਜੀ, ਔਜਲਾ ਸਾਹਿਬ ਲਾਈਨ ਤੇ ਹੈਗੇ, ਬੋਲ ਰਹੇ। ਮੈਨੂੰ ਵੀ ਇਸ ਗੱਲ ਦਾ ਭਾਈ ਸਾਹਿਬ ਬੜਾ ਦੁੱਖ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਏਡੀ ਵੱਡੀ ਸ਼ਿਕਸਤ ਹੋਈ ਆ ਔਰ ਅਸੈਂਬਲੀ ਚੋਣਾਂ ਜਿੱਤਣ ਤੋਂ 2.25 ਸਾਲ ਦੇ ਵਿੱਚ ਹੋਈ ਹੈ। ਇਹਦੇ ਵਾਸਤੇ ਮੈਂ ਇਹ ਸੋਚਣਾ ਵਾਂ ਕਿ ਇਸ ਸ਼ਿਕਸਤ ਦੇ ਵਿੱਚ ਵੀ ਕਈ ਵਾਰਾਂ ਕਈ ਚੀਜ਼ਾਂ ਨਿਕਲ ਆਉਂਦੀਆਂ ਨੇ। ਹੋ ਸਕਦਾ ਉਹ ਮਿਡ ਟਰਮ ਪਾਥ ਕਰੈਕਸ਼ਨ ਕਰਨ, ਜਿਹਦੇ ਨਾਲ ਕਿ ਉਹ ਸਿੱਖਾਂ ਦੀਆਂ ਆਕਾਂਖਸ਼ਾਵਾਂ ਦੇ ਮੁਤਾਬਕ ਅੱਗੋਂ ਤੋਂ ਉਤਰ ਸਕਣ। ਲੇਕਿਨ ਜਿਸ ਤਰੀਕੇ ਨਾਲ ਧੱਕੇਸ਼ਾਹੀ ਅਸੀਂ ਸ਼ੁਰੂ ਕਰ ਲਈ ਸੀ ਨਾ, ਹੁਣ ਮੈਂ ਖੁਦ ਅਕਾਲੀ ਪਰਿਵਾਰ ਦਾ ਜਵਾਈ ਹਾਂ ਜੀ, ਮੈਂ ਸਰਦਾਰ ਲਛਮਣ ਸਿੰਘ ਗਿੱਲ ਦਾ ਜਵਾਈ ਹਾਂ। ਅਤੇ ਲੇਕਿਨ ਮੈਂ ਇਹ ਮਹਿਸੂਸ ਕੀਤਾ ਕਿ ਜਿਹੜੇ ਅਕਾਲੀ ਦਲ ਦੇ ਆਸ਼ੇ ਸੀ ਉਹਨਾਂ ਤੋਂ ਸਾਡੀ ਪਾਰਟੀ ਦੂਰ ਚਲੀ ਗਈ ਹੈ। ਔਰ ਦੂਜੀ ਗੱਲ ਇਹ ਆ ਕਿ ਅਸੀਂ ਪਰਿਵਾਰਵਾਰ ਨੂੰ ਬਹੁਤ ਅੱਗੇ ਲੈਣ ਦਾ, ਆਮ ਜਿਹੜਾ ਬੰਦਾ ਡਿਜ਼ਰਵਿੰਗ ਆ, ਤੁਹਾਡੇ ਮੇਰੇ ਵਰਗਾ ਬੰਦਾ, ਉਹਦੀ ਅਕਾਲੀ ਦਲ 'ਚ ਕੋਈ ਥਾਂ ਨਹੀਂ ਰਹੀ। ਬਹੁਤ ਬਹੁਤ ਧੰਨਵਾਦ ਔਜਲਾ ਸਾਹਿਬ ਤੇ ਆਪ ਸਭ ਦਾ, ਦਰਸ਼ਕਾਂ ਦਾ ਵੀ। ਅਸੀਂ ਇਸ ਨੂੰ ਸਮ ਅਪ ਕਰਨੀ ਚਾਹੁੰਦੇ ਹਾਂ। ਇਹ ਜਿਹੜੀਆਂ ਚੋਣਾਂ ਹੋਈਆਂ ਹਨ, ਜਿਹੜੇ ਦਰਸ਼ਕਾਂ ਦੇ ਜਿਹੜੇ ਵਿਚਾਰ ਆਏ ਹਨ, ਜਿਹੜੇ ਔਜਲਾ ਸਾਹਿਬ ਨੇ ਵੀ ਅਖੀਰ ਵਿੱਚ ਸਮ ਅਪ ਕੀਤੇ ਹਨ, ਉਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹਰ ਸਿੱਖ ਫਿਤਰਤਨ ਤੌਰ ਦੇ ਉੱਤੇ, ਫਿਤਰੀ ਤੌਰ ਦੇ ਉੱਤੇ, ਬਾਈ ਨੇਚਰ ਹਰ ਸਿੱਖ ਅਕਾਲੀ ਹੈ। ਭਾਵੇਂ ਉਹ ਅਕਾਲੀ ਦਲ ਵਿੱਚ ਹੋਵੇ ਜਾਂ ਨਾ ਹੋਵੇ, ਉਸ ਨੂੰ ਕਾਂਗਰਸ ਦੇ ਜੋ ਜਿੱਤਣ ਦੀ ਭਾਵੇਂ ਖੁਸ਼ੀ ਨਾ ਹੋਏ, ਪਰ ਉਸ ਨੂੰ ਅਕਾਲੀ ਦਲ ਦੇ ਹਾਰਨ ਦਾ ਅਫਸੋਸ ਹੈ। ਉਹ ਇਸ ਨੂੰ ਸਵਾਪਤ ਨਹੀਂ ਕਰਨਾ ਚਾਹੁੰਦਾ, ਉਹ ਇਸ ਨੂੰ ਸੁਧਾਰ ਚਾਹੁੰਦਾ ਹੈ। ਅਕਾਲੀ ਦਲ ਦੇ ਵਿੱਚ ਅਕਾਲੀ ਦਲ ਨੂੰ ਉਸ ਰੂਪ ਵਿੱਚ ਵੇਖਣਾ ਚਾਹੁੰਦਾ ਹੈ ਜਿਸ ਰੂਪ ਵਿੱਚ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਅਕਾਲੀ ਦਲ ਪੰਥ ਦੀ ਜਮਾਤ ਹੈ, ਕਿਸੇ ਪਰਿਵਾਰ ਦੀ, ਕਿਸੇ ਵਿਅਕਤੀ ਦੀ, ਕਿਸੇ ਇੱਕ ਨਿੱਜੀ ਸੰਸਥਾ ਦੀ ਨਹੀਂ ਹੈ। ਲੋੜ ਹੈ ਕਿ ਜਿਹੜੀਆਂ ਇੰਸਟੀਟਿਊਸ਼ਨਸ ਨੂੰ ਸਾਡੇ ਆਗੂਆਂ ਨੇ ਕਾਫੀ ਹੱਦ ਤੱਕ ਉਹਨਾਂ ਨੂੰ ਨਿਗੂਣਾ ਕਰ ਦਿੱਤਾ ਹੈ, ਪਰ ਉਸ ਵਿੱਚ ਦੋਸ਼ ਸਾਡਾ ਵੀ ਹੈ। ਅਸੀਂ ਵੀ ਆਪ ਖੜੇ ਹੋਈਏ, ਅਸੀਂ ਵੀ ਆਪਣਾ ਫਰਜ਼ ਸਮਝੀਏ ਤਾਂ ਕਿ ਉਹਨਾਂ ਆਦਰਸ਼ਾਂ ਨੂੰ, ਉਹਨਾਂ ਸਿਧਾਂਤਾਂ ਨੂੰ ਜਿਨ੍ਹਾਂ ਦੀ ਖਾਤਰ ਕਿਹਾ ਜਾਂਦਾ ਸੀ ਰਾਖਾ ਆਪ ਅਕਾਲੀਆਂ ਦਾ, ਉਸ ਅਕਾਲੀ ਦਲ ਦੀ ਸੁਰਜੀਤੀ ਲਈ ਇਹ ਅਗਰ ਉਸ ਵਿੱਚ ਕੋਈ ਯੋਗਦਾਨ ਪਾ ਸਕੇ, ਇਸ ਨੂੰ ਵੀ ਅਸੀਂ ਜੇ ਬਲੈਸਿੰਗ ਇਨ ਡਿਸਗਾਈਜ਼ ਕਹਿ ਸਕੀਏ ਤਾਂ ਕਿ ਮੁੜ ਸਵੈ ਪੜਚੋਲ ਦੀ ਗੱਲ ਹੋ ਸਕੇ, ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੀ ਕਹੀ ਜਾਏਗੀ। ਔਰ ਇਸ ਆਸ਼ੇ ਦੇ ਨਾਲ ਆਪ ਸਭ ਦਰਸ਼ਕਾਂ ਦਾ ਜਸ ਪੰਜਾਬੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਿ ਪੰਥਕ ਨਜ਼ਰੀਏ ਤੋਂ, ਸਿੱਖ ਨਜ਼ਰੀਏ ਤੋਂ, ਪੰਜਾਬ ਦੇ ਨਜ਼ਰੀਏ ਤੋਂ ਇਹਨਾਂ ਚੋਣਾਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਸੀਂ ਆਪ ਦੇ ਸੁਝਾਵਾਂ ਦਾ ਸਵਾਗਤ ਕਰਾਂਗੇ। ਆਪ ਈਮੇਲ ਰਾਹੀਂ ਜਾਂ ਖਤਾਂ ਰਾਹੀਂ ਜਾਂ ਸਾਨੂੰ ਵੈਸੇ ਵੀ ਫੋਨ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ ਤਾਂ ਕਿ ਮੁੜ ਐਸੇ ਪ੍ਰੋਗਰਾਮ ਅਸੀਂ ਆਪ ਤੱਕ ਪਹੁੰਚਾ ਸਕੀਏ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ, ਬਹੁਤ ਬਹੁਤ ਥੈਂਕ ਯੂ।